ਨੇ ਇੱਕ ਮਿੰਟ ਅਮਰ ਬਾਈ 30 ਸਾਲ ਅਮਰ ਨਜ਼ੀਰ ਨੇ ਲਾ ਨੇ ਪਰ ਜਿਹੜੀ ਸੱਟ ਨਾਸਰ ਬੱਟ ਨੂੰ ਇਹਨੇ ਕਰਾਈ ਹੈ ਨਾ ਬਹਰੀਨ ਨੇ, ਤੁਸੀਂ ਕਿ 30 ਸਾਲਾਂ ਚ ਕਰਾ ਸਕਦੇ ਹੋ? ਵੀ ਰੋਂਦਾ ਪਿਆ ਸੀ ਪਿਛਲੇ ਦਿਨ, ਕਹਿੰਦਾ ਜਿਹੜੀ ਸੱਟ ਮੈਨੂੰ ਬਹਰੀਨ ਨੇ ਕਰਾਈ ਹੈ ਨਾ ਉਹ ਮੈਨੂੰ ਕੋਈ ਨਹੀਂ ਕਰਾ ਸਕਿਆ। ਮੈਂ ਕਿਹਾ ਵੀ ਜ਼ੀਜ਼ ਭੱਟੀ ਹਸਪੀਟਲ ਨਾ, ਤੁਹਾਨੂੰ ਤਾਂ ਪਤਾ ਹੀ ਹੈ ਨਾ ਜ਼ੀਜ਼ ਭੱਟੀ ਹਸਪੀਟਲ ਦਾ, ਉੱਥੇ MSc ਉਹਦਾ ਨਾਮ ਮੇਰੇ ਜ਼ੇਨ ਚੋਂ ਨਿਕਲ ਗਿਆ ਯਾਰ, ਮੇਰੇ ਖਿਆਲ ਹੈਦਰ ਸੀ ਜਾਂ ਕੌਣ ਸੀ, ਤੇ ਉਹ ਨਾ ਇੱਕ ਬਾਬਾ ਉਹ ਸਿੱਧਾ ਹੀ MS ਦੇ ਦਫ਼ਤਰ ਟੁਰ ਗਿਆ ਤੇ ਉਹਨੇ ਆਖਿਆ ਵੀ ਡਾਕਟਰ ਸਾਹਿਬ ਮੈਂ ਜ਼ਿਮੀਂਦਾਰ ਬੰਦਾ ਤੇ ਮੈਨੂੰ ਅੱਜ 2 ਹਫ਼ਤੇ ਹੋ ਗਏ ਨੇ ਆਉਂਦਿਆਂ ਤੁਹਾਡੇ ਡਾਕਟਰ ਕੋਲ ਦਵਾਈ ਲੈਂਦਿਆਂ ਤੇ ਬੁਖਾਰ ਮੇਰਾ ਨਹੀਂ ਪਿਆ ਮੈਨੂੰ ਛੱਡਦਾ ਨਾ। ਤੇ ਉਹ MS ਕਹਿੰਦਾ ਵੀ ਉਰਾ ਵਾਹ ਹਾਂ ਬਾਬਾ ਜੀ ਦਵਾਈ ਕਿਹੜੀ ਦਵਾਈ? ਉਹ ਪਰਚੀ ਉਹਨੇ ਅੱਗੇ ਧਰੀ ਤੇ ਉਹਨੇ ਆਖਿਆ ਕਿਹਨੇ ਲਿਖੀ ਹੈ ਦਵਾਈ? ਆਂਦਾ ਫਲਾਣੇ ਡਾਕਟਰ ਨੇ ਲਿਖੀ, ਪਤਾ ਨਹੀਂ ਸ਼ਬੀਰ ਜਾਂ ਕੋਈ ਨਹੀਂ ਉਹਦਾ ਨਾਂ ਲਿਆ। ਉਹ ਨਾ MS ਨੇ ਬੈਲ ਮਾਰੀ ਤੇ ਉਹਨੂੰ ਕਹਿੰਦਾ ਜਿਹੜਾ ਦਰਵਾਜ਼ੇ ਕੇ ਖਲੋਤਾ, ਕਹਿੰਦਾ ਉਹਨੂੰ ਡਾਕਟਰ ਫਲਾਣੇ ਨੂੰ ਬੁਲਾ ਕੇ ਲਿਆ। ਜਿਸ ਵੇਲੇ ਡਾਕਟਰ ਆਇਆ ਨਾ ਤੇ ਉਹਨੂੰ ਕਹਿੰਦਾ ਇਹ ਤੂੰ ਲਿਖੀ ਪਰਚੀ? ਕਹਿੰਦਾ ਹਾਂਜੀ ਮੈਂ ਹੀ ਲਿਖੀ। ਤੇ ਕਹਿੰਦਾ ਬਈ ਗੱਲ ਇਹ ਹੈ ਕਿ ਇਹ ਬਾਬੇ ਨੂੰ ਬੁਖਾਰ ਹੈ ਤੇ ਜਿਹੜੀ ਤੂੰ ਦਵਾਈ ਲਿਖੀ ਹੈ ਦਵਾਈ ਤੇ ਬੁਖਾਰ ਦੀ ਨਹੀਂ ਹੈ, ਦਵਾਈ ਤੇ ਤੂੰ ਗਲਤ ਦਿੱਤੀ ਹੈ। ਕਮ ਸੇ ਕਮ ਸਪੈਲਿੰਗ ਤੇ ਸਹੀ ਲਿਖਣੇ ਸਿੱਖ ਲੈ, ਤੈਨੂੰ ਡਾਕਟਰ ਬਣਾਇਆ ਕਿੰਨੇ ਵੇ? ਉਹ ਤੂੰ ਸਪੈਲਿੰਗ ਵੀ ਨਹੀਂ ਲਿਖਣਾ ਜਾਣਦਾ, ਤੈਨੂੰ ਡਿਗਰੀ ਕਿਹਨੇ ਦਿੱਤੀ MBBS ਦੀ? ਜਿਹੜੀ ਬੁਨਿਆਦੀ ਚੀਜ਼ ਹੈ ਅਗਰ ਉਹਦਾ ਹੀ ਨਹੀਂ ਪਤਾ ਤੇ ਦਵਾਈ ਤੂੰ ਕੀ ਲਿਖਣੀ ਹੈ? ਜੇ ਸਪੈਲਿੰਗ ਹੀ ਨਹੀਂ ਲਿਖਣੇ ਆਉਂਦੇ ਦਵਾਈ ਦੇ ਤੇ ਦਵਾਈ ਤੂੰ ਕੀ ਲਿਖਣੀ ਹੈ? ਡਾਇਗਨੋਸ ਤੂੰ ਕੀ ਕਰਨਾ? ਸੋ ਗੱਲ ਹੈ ਕਿ ਮਿਰਜ਼ਾਈਆਂ ਨੇ ਬਾਕੀ ਗੱਲਾਂ ਕੀ ਕਰਨੀਆਂ ਨੇ, ਮਿਰਜ਼ਾਈਆਂ ਨੂੰ ਇਹ ਹੀ ਨਹੀਂ ਯਕੀਨ ਪਿਆ ਆਉਂਦਾ ਵੀ ਇਹ ਕਾਫਰ ਨੇ, ਅਸੀਂ ਮੁਸਲਮਾਨਾਂ ਦੀ ਗੱਲ ਪੇ ਕਰਨੇ ਆ। ਤੁਸੀਂ ਆਪਣੇ ਆਪ ਨੂੰ ਵਿੱਚ ਕਿੱਧਰ ਧਰੀ ਆਉਂਦੇ ਯਾਰ। ਨਵੀਦ ਵੜਾ ਚ ਪਾਉਂਦਾ ਮੈਨੂੰ ਦਿਓ ਆਡੀਓ, ਮੈਨੂੰ ਦਿਓ ਆਡੀਓ, ਮੈਂ ਇਹਦੀ ਆਡੀਓ ਸੰਭਾਲ ਕੇ ਰੱਖਣੀ ਹੈ। ਯਾਰ ਬਿਲਕੁਲ ਹੀ ਜਾਹਿਲ ਨੇ। नहीं ये तो एक ही फिक्रा होंगे क्योंकि लंघ लाए लोग ने तो लंघ लाई जबान इस्तेमाल हो सकती, एहतराम ते लिख के गल नहीं हो सकती, मुमकिन ही नहीं है। ਉਹਨੂੰ ਘਬਰਾਇਆ ਜਿਹਨੂੰ ਇਹ ਸਾਂਭ ਕੇ ਰੱਖੇ ਭੈਣ ਦੇ ਵਿਆਹ ਤੇ ਕੋਈ ਸੇਬੇ ਵਾਲਾ ਬੰਬ ਨਾ ਛੱਡੇ, ਕੋਈ ਪਟਾਖਾ ਨਾ ਛੱਡੇ, ਕੋਈ ਛੁੱਲੀ ਨਾ ਛੱਡੇ, ਸਾਡੀਆਂ ਰਿਕਾਰਡਿੰਗਾਂ ਛੱਡੇ। ਦੇਖੋ ਕਿਹਨੂੰ ਭਾਰ ਹੈ ਕਿ ਜੀ ਰਿਕਾਰਡਿੰਗ ਕਾ ਸਾਨੂੰ ਦੇ ਦੇਵੋ ਤੇ ਅਸੀਂ ਰਿਕਾਰਡਿੰਗ ਕਿਹੋ ਜੀ ਹਰਾਮਜ਼ਾਦੀ ਉਮਤ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਭਾਰ ਕਿਹਨੂੰ ਦੇਣ ਲੱਗੇ ਨੇ ਜੀ ਰਿਕਾਰਡਿੰਗ ਮੈਨੂੰ ਕਰ ਲਓ ਤੇ ਮੈਂ ਰੱਖਣਾ। ਤੇ ਉਹ ਬਾਟ ਜੀ ਮੈਂ ਇਹਦੀ ਰਿਕਾਰਡਿੰਗ ਜਿਹੜੀ ਹੈ ਇਟਲੀ ਦੀ ਪੁਲਿਸ ਨੂੰ ਕਰਨ ਲੱਗਾ। ਜਮਾਤ ਦਾ ਬੰਦਾ ਪਾਕਿਸਤਾਨ ਮੁਲਕ ਬਾਅਦ ਮੈਂ ਗੱਲ ਕਰਦਾ, ਮੈਂ ਸਭ ਤੋਂ ਪਹਿਲੇ ਮੈਨੂੰ ਪਤਾ ਕੀ ਆਖਿਆ ਯਾਰ ਕੋਈ ਰਿਕਾਰਡਿੰਗ ਨਹੀਂ ਕਰਦਾ ਮੈਂ ਇਹਨੇ ਕੋਈ ਡਰ ਫੋਮ ਨਹੀਂ ਹੱਦੇ, ਮੈਂ ਉਹਨੀ ਵੈਸੇ ਗੱਲ ਕਰ ਰਿਹਾ। ਮੈਂ ਕਿਹਾ ਯਾਰ ਤੁਹਾਡੇ ਜਮਾਤ ਦੇ ਬੰਦੇ ਨੇ ਤੇ ਤੁਹਾਨੂੰ ਗੱਲ ਕਰਾਉਣਾ। ਤੇ ਉਹਨੇ ਸਭ ਤੋਂ ਪਹਿਲੇ ਮੈਨੂੰ ਪਤਾ ਕੀ ਆਖਿਆ ਯਾਰ ਤੂੰ ਕਿਤੇ ਰਿਕਾਰਡਿੰਗ ਤੇ ਨਹੀਂ ਕਰਦਾ ਮੈਂ ਇਹਨੇ ਕੋਈ ਡਰ ਫੋਮ ਨਹੀਂ ਹਿਸਾਬ ਲਾ ਦੋ। ਗੱਲਾਂ ਕਰਦੇ ਨੇ ਕੋਈ ਬਾਈ ਰਿਕਾਰਡਿੰਗ ਦਾ ਡਰ ਤੇ ਇਹਨਾਂ ਨੂੰ ਹੋਣਾ ਚਾਹੀਦਾ, ਸ਼ਨਾਖਤ ਛੁਪਾਉਣ ਦਾ ਡਰ ਤੇ ਇਹਨਾਂ ਨੂੰ ਨਾ। ਇਹਨਾਂ ਨੇ ਡੁਪਲੀਕੇਟ ਰੱਖੇ ਨੇ, ਵੌਇਸ ਚੇਂਜਰ ਲਾ ਕੇ ਗੱਲ ਕਰ ਰਹੇ ਨੇ, ਸ਼ਨਾਖਤ ਆਪਣੀ ਛੁਪਾ ਰਹੇ ਨੇ। ਛੁਪਾਉਣ ਦੇ ਕਾਇਲ ਇਹ ਨੇ, ਅਸੀਂ ਨਹੀਂ, ਠੀਕ ਹੈ। ਤੇ ਉਹ ਭਾਰ ਸਾਨੂੰ ਦੇਣ ਲੱਗੇ ਨਾ ਰਿਕਾਰਡਿੰਗ ਦਾ। ਅੱਛਾ ਨਲੀ ਚੁੱਚ ਜਿਹੜਾ ਨਾ ਉਹ ਸਵੇਰ ਦਾ ਹੀ ਮੇਰੇ ਖਿਆਲ ਮੇਰੀ ਆਡੀਓ ਚਲਾ ਰਿਹਾ, ਕੋਈ 2-3 ਘੰਟੇ ਤੋਂ ਮੇਰੀ ਆਡੀਓ ਚਲਾ ਰਿਹਾ। ਅਲੀ ਨੇ ਤਾਂ ਹੁਣ ਵੇਖੀ ਹੈ ਨਾ, ਉਹ 2-3 ਘੰਟੇ ਤੋਂ ਇਹ ਆਡੀਓ ਪਲੇ ਕਰ ਕਰਕੇ ਇੱਥੇ CCD ਹੋਣਾ ਹੈ। ਅਸੀਂ ਥੋੜੀ ਦੇਰ ਪਹਿਲੇ ਕਿ ਜੀ ਤੁਸੀਂ ਜਿਹੜਾ ਇਹਨੂੰ ਵੱਡੀ ਸਕਰੀਨ ਤੇ ਕਰਕੇ ਪਾਇਆ, ਇਹਨੂੰ ਤੇ ਘਰ ਕੋ ਸਾਲਣ ਹੀ ਦੇਣਾ ਨਹੀਂ ਕਿ ਮੈਂ ਯਾਰ ਸਾਲਣ ਵੀ ਸਾਲਣ ਇਹ ਐਡਾ ਵੀ ਸਾੜ ਹੈ ਉਹਨੂੰ ਕਿ ਇਹਨੂੰ ਵੱਡੀ ਸਕਰੀਨ ਤੇ ਤੁਸੀਂ ਕਿਉਂ ਪਾਇਆ? ਨਹੀਂ ਐਡੇ ਕਿ ਜੈਲਸੀ ਦੇ ਸ਼ਿਕਾਰ ਨੇ ਉਹਨੂੰ ਤੁਸੀਂ ਆਪਦੇ ਵੱਡੀ ਸਕਰੀਨ ਤੇ ਕਰ ਸਕਣਾ ਸੀ। ਅਮਰ ਭਾਈ ਇੱਕ ਹੋਰ ਕੱਲ ਮੀਆਂ ਸਾਹਿਬ ਦੀ ਉਹ ਆਡੀਓ ਚ ਆ ਰਹੀ ਹੈ ਜੀ, ਕੀ ਨਾ ਹੈ ਉਹ ਕਜ਼ਾਬ ਦਾ ਦਾਵਾ ਨਹੀਂ ਨਬੂਵਤ ਦਾ, ਉਹ ਸੁਣੀ ਜੀ ਕੋਈ ਨਹੀਂ? ਕੱਲ ਜੀ ਕਿਸੇ ਚਲਾਈ ਸੀ ਤੇ ਉਹ ਲੱਗਿਆ ਸੀ ਬਹਿਸ ਕਰਨ ਮੀਆਂ 49 ਸੀ, ਉਹਨੇ ਨਬੂਵਤ ਦਾ ਦਾਵਾ ਨਹੀਂ ਕੀਤਾ। ਆਡੀਓ ਸਾਹਿਲ ਹੋਣਾ ਚਲਾਈ ਸੀ ਨਹੀਂ ਜਿਹੜੇ ਉਹਦਾ ਕੀ ਰੋਲਾ ਬਣਿਆ ਮੀਆਂ ਦਾ ਪਤਾ ਨਹੀਂ ਕਿਹੜੀ ਗੱਲ ਕਰ ਰਹੀ ਕਜ਼ਾਬ ਨਹੀਂ। ਉਹ ਕਹਿੰਦਾ ਪਿਆ ਮੀਆਂ ਉਹਨੇ ਨਬੂਵਤ ਦਾ ਦਾਵਾ ਨਹੀਂ ਕੀਤੇ ਆ। ਅੱਛਾ ਵੜੈਚ ਪਿਆ ਆਂਦਾ ਵੀ ਉਹਨੂੰ ਛੱਡ ਦਿਓ, ਅਮਰ ਹੱਕ ਨੂੰ ਛੱਡ ਦਿਓ, ਇਹਦਾ ਕੋਈ ਕਰੋ। ਇਹ ਨਹੀਂ ਜੇ ਕਿਸੇ ਤੁਹਾਡੀ ਬੇੜੀ ਬੰਨੇ ਲੱਗਣ ਦੇਣ ਲੱਗਾ, ਇਹਦਾ ਕਰੋ ਵੀ ਇਹ ਕਿਉਂ ਨਹੀਂ ਉਹਦੇ ਤੇ ਸ਼ਾਤਮੀਅਤ ਦਾ ਫਤਵਾ ਪੇ ਦਿੰਦਾ, ਉਹਨੂੰ ਛੱਡ ਦਿਓ। ਅਮਰ ਹੱਕ ਦੀ ਗੱਲ ਛੱਡ ਕੇ ਆਂਦਾ ਇਹਦਾ ਤੁਸੀਂ ਜ਼ਿਕਰ ਕਰੋ ਸਿਰਫ। आपका तो कोई हक ही कोई नहीं कि किसी को शातम कहें, किसी को आप गुस्ताखे रसूल कहें, आपका तो हक ही कोई। जब आप निकल ही ये आप देखिए अहमदियत की तरफ ले गया इमोशनल। ये इलामा शातमियत को हक हासिल है कि वो किसी को भी शातम। लो जी ये 2-2.5 घंटे
2-2.5 ਘੰਟੇ ਪਹਿਲਾਂ ਵੀ ਇਹੀ ਆਡੀਓ ਚੱਲ ਰਹੀ ਸੀ, ਇਹ ਗੱਲਾਂ ਹੋ ਰਹੀਆਂ ਸੀ, ਰਿਕਾਰਡਿੰਗ ਚੱਲੀ ਹੈ ਮੇਰੇ ਖਿਆਲ ਉੱਤੇ 2-2.5 ਘੰਟੇ ਦੀ। ਇਹ ਕੌਣ ਆਇਆ ਅਫਸਾ? ਕੋਈ ਬੰਦਾ ਹੈ, ਕੋਈ ਜਨਾਨੀ ਹੈ? ਤੁਸੀਂ ਕਰ ਲਓ। ਮੈਂ ਕਿਹਾ 2-2.5 ਘੰਟੇ ਤੇ ਹੋ ਗਏ ਨੇ ਨਾ ਮੈਨੂੰ ਇੱਥੇ ਆਇਆ ਬਰਾੜ ਤੇ। ਬਿਲਕੁਲ ਸਵੇਰ ਦੇ ਬੈਠੇ ਹਾਂ। ਮੈਂ ਕਹਿਣਾ ਸਾਜੀ ਇਹਨਾਂ ਦਾ ਹਾਲ ਅਬੂ ਜਹਲ ਆ ਰਹੀ ਹੈ, ਤੁਹਾਨੂੰ ਸੁਣਨਾ ਚਾਹੁੰਦੇ ਨੇ, ਠੀਕ ਹੈ, ਭਾਵੇਂ ਉਹ 2 ਘੰਟੇ ਦੀ ਇੱਕ ਹੀ ਫਿਕਰਾ ਚਲਾ ਕੇ ਮਹਿਜ਼ੂਜ਼ ਹੋਣ, ਸੁਣਨਾ ਤੁਹਾਨੂੰ ਚਾਹੁੰਦੇ ਨੇ। ਇੱਥੇ ਵੀ ਵੇਖੋ ਨਾ, ਉੱਥੇ 4-5 ਬੰਦੇ ਬੈਠੇ ਆ, 50 ਬੰਦੇ ਮੈਨੂੰ ਸ਼ੋ ਹੋ ਰਹੇ ਨੇ, ਇੱਥੇ 26 ਬੰਦੇ ਹੁਣ ਸ਼ੋ ਹੋ ਰਹੇ ਨੇ, ਪਹਿਲੇ 50-55 ਕਿਸੇ ਨੇ ਪੁੱਛਿਆ ਨਾ ਕਿ ਅਮਨ ਨਜ਼ੀਰ ਤੇ ਤੂੰ ਹੈ ਕੌਣ, ਕਿਹੜੀ ਖੇਤ ਦੀ ਬੋਲੀ ਹੈ, ਤੇ ਅਮਨ ਨਜ਼ੀਰ ਨੇ ਆਖਿਆ ਕਿ ਸਾਡੇ ਕੋਈ ਤਾਰੀਫ ਸੁਣੀਆਂ ਤੇ ਮਹਾਲ ਫੀਨਾ ਕੋ ਟੁੱਟ ਜਾ, ਇਹ ਅਮਨ ਨਜ਼ੀਰ ਹੈ ਕੌਣ, ਸਿਰਫ ਤੂੰ ਮਹਾਲ ਫੀਨਾ ਕੋ ਜਾ ਕੇ ਬਹਿ ਜਾ, ਉੱਥੇ ਅਮਨ ਨਜ਼ੀਰ ਹੁੰਦੀ ਫਿਰੇ ਦੀ। ਉੱਥੋਂ ਬੰਦੇ ਆ ਕੇ ਆਂਦੇ ਨੇ ਵੀ ਅਸੀਂ ਤੈਨੂੰ ਜਾਣਦੇ ਨਹੀਂ ਸੀ, ਤੇ ਉੱਥੇ ਤੇਰਾ ਰੌਲਾ ਸੁਣ ਕੇ ਉਹ ਮੇਰੀ ਮਜੂਰੀ ਆਪੇ ਕਰਨ। ਮੈਂ ਕਹਿਣਾ ਸੀ ਨਾ, ਬੰਦੇ ਨੂੰ ਕਹਿੰਦੇ ਨੇ ਇਹ ਅਮਨ ਨਜ਼ੀਰ ਨੇ ਭੇਜਿਆ, ਇਹ ਅਮਨ ਨਜ਼ੀਰ ਨੇ ਭੇਜਿਆ। ਟੈਕਸੀ ਗਰੁੱਪ ਨੂੰ ਮੈਂ ਪਹਿਲੇ ਕਹਿਣਾ ਸੀ ਯਾਰ, ਤੁਸੀਂ ਜਿਹੜਾ ਬੰਦਾ ਨਹੀਂ ਵੀ ਜਾਣਦਾ, ਉੱਤੇ ਕੋਈ 10 11 8 9 ਬੰਦੇ ਹੁੰਦੇ ਨੇ ਵਿਊਅਰਸ ਦੇ ਅੰਦਰ, ਤੇ ਤੁਸੀਂ ਜਦੋਂ ਦੀਆਂ ਫੋਟੋਆਂ ਟੰਗਣੀਆਂ ਸ਼ੁਰੂ ਕੀਤੀ, ਕੋਈ 40 50 70 ਬੰਦਾ ਉੱਥੇ ਹੋ ਗਿਆ, ਤੁਸੀਂ ਤੇ ਆਪਣੀ ਪੈਰ ਤੇ ਆਪ ਕੁਹਾੜੀ ਮਾਰਨ ਲੱਗ ਪਏ। ਤੇ ਫਿਰ ਜਾਨ ਉਹਨਾਂ ਦੀ ਇਸ ਤਰ੍ਹਾਂ ਛੁੱਟੀ ਹੈ ਕਿ ਉਹ ਮਲਕ ਗਿਆ, ਠੀਕ ਹੈ ਨਾ, ਉਹਨੇ ਜਾ ਕੇ ਕਿਹਾ ਯਾਰ ਅੱਲਾਹ ਕੀ ਆਰਾਮਜ਼ਦਗੀ ਉੱਥੇ, ਸਾਨੂੰ ਜ਼ਿਆਦਾ ਨੁਕਸਾਨ ਹੀ ਹੋਣਾ ਸ਼ੁਰੂ ਹੋ ਗਿਆ ਇਹੋ ਜਿਹੀ ਹਰਕਤ ਦੇ ਨਾਲ। ਫਿਰ ਜਾ ਕੇ ਉਹਨਾਂ ਨੇ ਜਿਹੜਾ ਬਾਜ਼ ਆਏ ਨੇ, ਤੇ ਅੱਛਾ ਐਡੇ ਬੇਸ਼ਰਮ ਨੇ, ਕੋਈ ਲਿੱਤਰ ਖਾ ਕੇ ਵੀ ਕੀ ਕਹਿਣ ਲੱਗੇ ਨੇ, ਉਹ ਜੀ ਦੇਖੋ जी ਸਾਡੇ पैरी पे ने ते आगे से लास्ट की ऐसे को रामज़दे है ना। कमाल की ऑडियो है कि इतनी 2 नंबरी इस कदर दीन के साथ खिलवाड़ नाउज़ुबिल्लाह कर रहे हैं। ये दिलजोई क्या होती है? टॉक मास्टर भाई का ज्यादा इल्म है इसमें। दिलजोई हाँ, भाई, ये वालेकुम सलाम। दिलजोई को एक्सप्लेन कर देंगे जरा? नहीं, ये तो सब जानते हैं कि दिलजोई क्या होती है, दूसरों को खुश करने वाली बात है कि भाई बद दिल ना हो, इसलिए दिलजोई की जा रही है। दिलजोई, हाँ जी, वो कई लोगों की उर्दू जरा। ਇਹ ਸੁਣ ਦਿਲ ਜੋਈ ਲਫ਼ਜ਼ ਦੇ ਉੱਤੇ ਕੀ ਪਤਾ ਘੰਟਾ ਅਗਲਾ ਗੁਜ਼ਰ ਜਿਵੇਂ ਅਮਨ ਨੇ ਲਫ਼ਜ਼ ਬੋਲਿਆ ਦਿਲ ਜੋਈ। ਇਹ ਕੀ ਵਾਕਿਆ ਕੀ ਹੋ ਗਿਆ? ਮੌਲਵੀ ਬੜਾਚੂ ਨੂੰ ਪਤਾ ਪੁੱਤਾ ਹੁੰਦਾ ਨਹੀਂ ਉਹਨੂੰ ਕਿਸੇ ਗੱਲ ਦਾ, ਤੇ ਉਹ ਤੇ ਐਵੇਂ ਕੁੱਤੇ ਦੇ ਕੰਨ ਲੈ ਕੇ ਦੌੜਨ ਵਾਲੀ ਗੱਲ ਹੈ। ਵੈਸੇ ਹੋ ਕੀ ਗਿਆ ਕਿ ਉਹਨੇ ਆਡੀਓ ਸੁਣ ਕੇ ਤੇ ਪਲੇ ਕਰ ਦੇਣੇ ਪਏ? ਉਹ ਮੇਰੇ ਹਾਲੇ ਜਿਹੜੀ ਪਰਸੋਂ ਅਮਰ ਕੱਲ ਆਇਆ ਸੀ ਪਰਸੋਂ ਆਇਆ ਸੀ, ਤੇ ਉਹਨੇ ਦੱਸਿਆ ਵੀ ਉੱਥੇ ਸਾਡੀ ਬਰਾੜ ਦੇ ਉੱਤੇ ਕੋਈ ਵਾਕਿਆ ਹੋਇਆ, ਤੇ ਮੈਂ ਲਫ਼ਜ਼ ਐਸੇ ਇਸਤੇਮਾਲ ਕਰਤੇ ਜਿਹੜੇ ਕਿ ਤੇਜ਼ੀ ਵਿੱਚ ਮੈਂ ਬੋਲ ਗਿਆ, ਲੇਕਿਨ ਉਹ ਅਲਫਾਜ਼ ਸਹੀ ਨਹੀਂ ਸਨ, ਨਬੀ अलैहिस्सलातु वस्सलाम ਦੀ ਸ਼ਾਨ ਦੇ ਮੁਤਾਬਕ ਅਲਫਾਜ਼ ਨਹੀਂ ਸਨ। ਤੇ ਮੈਂ ਅੱਲਾਹ ਕੋਲੋਂ ਮਾਫੀ ਚਾਹੁੰਦਾ, ਤੇ ਭਾਈਆਂ ਕੋਲੋਂ ਵੀ ਅਗਰ ਕਿਸੇ ਦੀ ਕੋਈ ਦਿਲ ਆਜ਼ਾਰੀ ਹੋਈ ਹੋਵੇ, ਕਿਸੇ ਨੂੰ ਗੁੱਸਾ ਲੱਗਾ ਹੋਵੇ, ਤੇ ਮੈਂ ਹੱਥ ਜੋੜ ਕੇ ਮਾਫੀ ਮੰਗਾਂ। ਮੈਂ ਕਿਹਾ ਠੀਕ ਹੈ, ਤੁਸੀਂ ਇੱਕ ਮੁਲਹਿਦ ਨਾਲ ਗੱਲ ਪੇ ਕਰਦੇ ਹੋ, ਨਬੀ ਪਾਕ ਦੇ ਦਫਾ ਵਾਸਤੇ ਗੱਲ ਪੇ ਕਰਦੇ ਹੋ, ਅਲਫਾਜ਼ ਦਾ ਚੁਣਾਵ ਗਲਤ ਹੋ ਗਿਆ, ਤੁਸੀਂ ਉਹਦੇ ਤੋਂ ਰਜੂ ਕਰਦੇ ਹੋ, ਤੋਬਾ ਕਰਦੇ ਹੋ, ਭਾਈਆਂ ਕੋਲੋਂ ਮਾਫੀ ਮੰਗਦੇ ਹੋ, ਤੇ ਗੱਲ ਖਤਮ ਹੋ ਗਈ। ਮੇਰੇ ਕੋਲੋਂ ਤੇ ਕੋਈ ਹੋਰ ਤੁਸੀਂ ਸੁਣੋਗੇ ਨਹੀਂ ਕੋਈ ਐਸੀ ਗੱਲ ਇਹਦੇ ਬਾਰੇ। ਇਹ ਗੱਲ ਮਿਰਜ਼ਾਈਆਂ ਨੂੰ ਮਾਰ ਗਈ ਹੈ। ਮਿਰਜ਼ਾਈ ਪੇ ਸਵੇਰੇ ਦੇ ਪਿੱਟਦੇ ਨੇ ਪਏ, 3 ਘੰਟੇ ਹੋ ਗਏ ਨੇ, 2.5-3 ਘੰਟੇ ਹੋ ਗਏ ਨੇ। कहने इन्हें उन्हें क्लीन चिट दे देती है, एदा काम सी जना होता, ये जना होता तो इसका काम था, कहता थले वो राजपाल दे पुत्र उर्दू च कहंदा जना होता। आहो जवाद जिहड़ा ना नली चुच ये सुबह दा उर्दू बोलन लगे ते कहंदा पिया अगर ये जना होता ना, अगर ये जना होता तो ये उसको कहता कि राजपाल के बेटे थले बैठ, तेरी मैं ऐसी की तैसी, तू मेरे नबी के खिलाफ इस तरह की बात करे, ये जना ही नहीं है, ये जना होता। अच्छा नहीं तो ਉਹ ਤੇ ਅਸੀਂ ਆਪਣਾ ਮੌਕਫ ਦੇ ਚੁੱਕੇ ਹਾਂ ਸਾਲ ਪਹਿਲੇ ਦਾ ਕਿ ਅਗਰ ਕੋਈ ਇਸ ਤਰ੍ਹਾਂ ਦੀ ਗੱਲ ਹੋਏਗੀ ਮੁਸਲਮਾਨ ਨੂੰ ਆਪੇ ਹੀ ਇੰਟਰੋਗੇਟ ਕਰੇਗਾ ਜਾਂ ਉਹਨੂੰ ਕੋਈ ਐਸੀ ਗੱਲ ਹੈ ਜਿਸ ਤਰ੍ਹਾਂ ਇਹੀ ਗੱਲ ਤੇ ਉਸਤਾਦ ਨੇ ਸਵੇਰੇ ਕੀਤੀ ਨਾ ਕਿ ਇਹਨਾਂ ਨੂੰ ਕਹੋ ਕਿ ਅਗਰ ਤੋਹੀਨ ਰਸਾਲਤ ਦਾ ਪਰਚਾ ਕਰਾਉਣ ਕਿਸੇ ਵੀ ਥਾਣੇ ਟੁਰ ਜਾਣ ਸਵੇਰੇ, ਠੀਕ ਹੈ ਨਾ, ਐਸਐਚ ਉਹਨਾਂ ਨੂੰ ਲਿੱਤਰ ਮਾਰ ਕੇ ਬਾਹਰ ਕੱਢਿਆ ਹੋਵੇ, ਤੋਹੀਨ ਰਸਾਲਤ ਦਾ ਪਰਚਾ ਤੇ ਉਹ ਕਰਾਏ, ਠੀਕ ਹੈ, ਜਾਂ ਤੋਹੀਨ ਦਾ ਪਰਚਾ ਉਹ ਕਰੇ ਜਿਹੜਾ ਆਪ ਮੁਸਲਮਾਨ ਹੈ। ਤੁਹਾਡਾ ਨਾ ਨਾ ਸਾਂਝੇ ਨਾ ਕਾਵਾਂ ਚ ਤੁਸੀਂ ਮੂੰਹ ਚੁੱਕ ਕੇ ਆਗੇ ਬਈ ਤੋਹੀਨ ਦਾ ਪਰਚਾ ਦਰਜ ਕਰੋ ਤੇ ਤੁਹਾਨੂੰ ਤੇ ਲਿੱਤਰ ਮਾਰ ਕੇ ਪਾਕਿਸਤਾਨ ਨੂੰ ਕੱਢਿਆ ਜਾਏ, ਠੀਕ ਹੈ। ਤੇ ਨਹੀਂ ਤੇ ਉਹ ਨਹੀਂ ਇਹ ਜਦੋਂ ਗਿਆ ਨਾ ਸੈਫੀ ਫਸਟ ਟਾਈਮ ਗਿਆ ਨਾ ਅੱਲਾ ਜਾਰੀ ਦੇ ਕੋਲ, ਤੇ ਉਹਨੂੰ ਜਾ ਕੇ ਕਹਿੰਦਾ ਕਿ ਨਾ ਮੈਂ ਤੇਰੇ ਨਾਲ ਆਇਆ ਮੈਂ ਮੁਨਾਜ਼ਰਾ ਕਰਨ ਵਾਸਤੇ ਖਤਮੇ ਨਬੂਵਤ ਦੇ ਉੱਤੇ। ਉਹਨੇ ਕਿਹਾ ਠੀਕ ਹੈ। ਉਹਨੂੰ ਪੁੱਛਿਆ ਦੱਸਿਆ, ਉਹਨੇ ਕਿਹਾ ਤੂੰ ਦੱਸ ਦੇ ਤੂੰ ਤੇਰਾ ਕਿਸ ਜਮਾਤ ਨਾਲ ਜਾਂ ਕਿਸ ਫਿਰਕੇ ਨਾਲ ਤਾਲੁਕ ਹੈ। ਉਹਨੇ ਕਿਹਾ ਮੇਰਾ ਅਹਿਮਦੀ। ਕਹਿੰਦਾ ਕੀ? ਕਹਿੰਦਾ ਮੈਂ ਅਹਿਮਦੀ ਮੁਸਲਿਮ। ਕਹਿੰਦਾ ਉਹ ਚੱਲ ਤੂੰ ਥੱਲੇ, ਤੂੰ ਕਿੱਥੋਂ ਆ ਗਿਆ ਮੁਸਲਮਾਨ, ਤੂੰ ਕਿੱਧਰ ਆ ਗਿਆ ਮੁਸਲਮਾਨ, ਤੂੰ ਖਤਮੇ ਨੂੰ ਚੱਲ ਤੂੰ ਥੱਲੇ। ਉਹਨੇ ਗੱਲ ਸੁਣੇ ਬਗੈਰ ਉਹਨੂੰ ਥੱਲੇ ਲਾਤਾ। ਉਹ ਸੁਣਨਾ ਬੜੀ ਜ਼ਬਰਦਸਤ YouTube ਦੇ ਉੱਤੇ ਐਵੇਂ ਹੋਈ ਹੈ ਵੀ ਰਿਕਾਰਡਿੰਗ,
ਤੂੰ ਕਿੱਥੋਂ ਆ ਗਿਆ ਰੋਲ ਇਹਦੀ ਹੋਈ ਹੈ ਬਲਕਿ ਫਿਰ ਮੇਰੇ ਤਾਂ ਕੋਲ ਮੈਂ- ਅਹਿਮਦ ਬੱਟ ਸਾਹਿਬ ਦੀ ਆਡੀਓ ਜਿਹੜੀ ਉਹ ਡਿਲੀਟ ਹੋ ਗਈ ਹੈ ਉਹਨੇ ਕਿਹਾ ਮੈਂ ਕਿਹਾ ਹਸਨ ਅਲਾ ਯਾਰੀ ਨੇ ਇਹਨੇ ਇਕਤਬਾਸ ਰੱਖੇ ਨੇ ਆਜ਼ਮ ਖਜ਼ਨੀਰ ਨੇ ਕੋਈ ਜਵਾਬ ਦਿੱਤਾ ਹੈ ਉਹ ਕਹਿੰਦਾ ਗੱਲ ਦਰੁਸਤ ਹੈ ਕਿ ਉਹਨੇ ਕੋਈ ਲਿਟਰੇਚਰ ਤੁਹਾਡਾ ਪੜ੍ਹਿਆ ਨਹੀਂ ਉਹਨੇ ਕੋਈ ਦੋ ਤਰ੍ਹਾਂ ਜਿਹੜੀਆਂ ਸ਼ਾਵਾਂ ਯਾਦ ਕੀਤੇ ਨੇ ਉਹਦੇ ਨਾਲ ਹੀ ਖੇਡਦਾ ਰਿਹਾ ਉਹ ਇੰਨੇ ਜੋਗੇ ਨਹੀਂ ਬਲਕਿ ਉਸਤਾਦ ਰਮਜ਼ਾਨ ਦਾ ਵਕਤ ਸੀ ਮੈਂ ਉਸਤਾਦ ਨੂੰ ਪੁੱਛਿਆ ਸਰ ਜੀ ਕੀ ਖਿਆਲ ਹੈ ਇਹਦੇ ਬਾਰੇ ਚ ਕਹਿੰਦਾ ਇਹਨੂੰ ਪੁੱਛ ਲਓ ਜਿਹੜਾ ਮਤਲਬ ਫਕੀ ਦਾ ਹਵਾਲਾ ਦਿੱਤਾ ਨੇ ਕਦੀ ਕਿਤਾਬ ਖੋਲ ਕੇ ਵੇਖੀ ਉਹਦੀ ਜਿੰਨੇ ਵੀ ਇਕਤਬਾਸਾਤ ਉਹਨੇ ਰੱਖੇ ਨੇ ਉਹ ਰੱਦ ਉਹਨੇ ਕੀਤਾ ਆਜ਼ਮ ਖੰਜ਼ੀਰ ਨੇ 3 ਘੰਟੇ ਦੇ ਬਾਅਦ ਉਹਨੂੰ ਮਿਊਟ ਲਾਉਣ ਲੱਗ ਗਏ ਨੇ ਤੇ ਡਿਸਕਨੈਕਟ ਕਰਕੇ ਤੇ ਉੱਥੇ ਭੰਗੜਾ ਪਾਉਣ ਲੱਗ ਗਏ ਨੇ ਉਹਨੇ ਤਾਂ ਵੱਡੇ ਤਾਂ ਰਾਮਜ਼ਦਗੀ ਕੋਈ ਹੈ ਹੀ ਨਹੀਂ ਦੁਨੀਆ ਦੇ ਉੱਤੇ ਉਹ ਇਹ ਜਦੋਂ ਇਹਨਾਂ ਦੀ ਗੁਫ਼ਤਗੂ ਹੋਈ ਹੈ ਨਾ ਜਦੋਂ ਉਹ ਕਹਿੰਦਾ ਸੀ ਕਿ ਤੂੰ ਸਲਾਤੁ ਸਲਾਮ ਪੜ੍ਹੇਗਾ ਤੇ ਫਿਰ ਲਾਨਤੁल्लाह ਅਲੈਹ ਉਹ ਉਧਰੋਂ ਵੀ ਮਿਊਟ ਕਰਦਾ ਇਸ ਤੋਂ ਪਹਿਲੇ ਇੱਕ ਨਾ ਪਹਿਲੇ ਵੀ ਗਿਆ ਸੀ ਆਜ਼ਮ ਸੈਫੀ ਉਦੋਂ ਉਹਦੇ ਕੋਲ ਉਹ ਪਹਿਲੇ ਉਹਨੇ ਲਾਂਤਾ ਪਾਈਆਂ ਨੇ ਤੇ ਉਹ ਹਰਾਮਜ਼ਾਦਾ ਲਾਂਤਾ ਸੁਣ ਕੇ ਤੇ ਬੈਠਾ ਰਿਹਾ ਹੈ ਬੇਗੈਰਤ ਹੋ ਕੇ ਬੈਠਾ ਰਿਹਾ ਜਦੋਂ ਫਿਰ ਰਜ਼ੀ ਦੇ ਨਾਲ ਵੀ ਗੱਲ ਹੋਈ ਉੱਥੇ ਹੀ ਡਿਸਕਨੈਕਟ ਹੋ ਗਿਆ ਕੋਲ ਜਿੱਥੇ ਉਹਨੇ ਸਲਵਾਤ ਪੜ੍ਹਨੇ ਉਹਨੇ ਕਿਹਾ ਅਸੀਂ ਲਾਂਤ ਪੜ੍ਹਨ ਦੇ ਕਾਇਲ ਤੇ ਜਿੱਥੇ ਫਿਰ ਉਹਨੇ ਆਇਮਾ ਤੇ ਉੱਤੇ ਕੀ ਕਹਿੰਦਾ ਬਗੈਰਤੀ ਕੀਤੀ ਹੈ ਉਹਨੇ ਨਾਲ ਡਿਸਕਨੈਕਟ ਕੀਤਾ ਸਨ ਅੱਲਾ ਯਾਰੀ ਨੇ ਇਹ ਵਾਕਈ ਜੁੱਤੀਆਂ ਦੇ ਕਾਬਿਲ ਨਹੀਂ ਉਸ ਤੋਂ ਪਹਿਲੇ ਦੀ ਵੀ ਗੱਲ ਹੈ ਉਸ ਤੋਂ ਪਹਿਲੇ ਬਿਲਕੁਲ ਅਰਲੀਐਸਟ ਜਿਹੜਾ ਨਾ ਪਹਿਲੇ ਇਹਨੇ ਸਿਰਫ ਇਹਨਾਂ ਹੀ ਦੱਸਿਆ ਨਾ ਜਾ ਕੇ ਕਿ ਮੈਂ ਅਹਿਮਦੀ ਮੁਸਲਮਾਨ ਕਹਿੰਦਾ ਅਹਿਮਦੀ ਮਿਸਲ ਉਹਨੇ ਜਦੋਂ ਇੰਨਾ ਕਿਹਾ ਨਾ ਉਹਨੇ ਕਿਹਾ ਚੱਲ ਤੂੰ ਫੌਰਨ ਉਹਨੇ ਲਾਤਾ ਉਹਨੇ ਕਿਹਾ ਤੂੰ ਹੈ ਹੀ ਕਾਫਰ ਤੇਰੇ ਨਾਲ ਮੈਂ ਕਿੱਥੋਂ ਖਤਮ ਨਬੂਵਤ ਮੁਨਾਜ਼ਰਾ ਕਰਾਂ ਤੂੰ ਅੰਸਰ ਰਜ਼ਾ ਨਹੀਂ ਗਿਆ ਅੰਸਰ ਰਜ਼ਾ ਡਿੰਗੀ ਚ ਬਾਠੀ ਨਾ ਉੱਥੇ ਗਿਆ ਉਹਨੇ ਜਾਂਦੇ ਕਿਹਾ ਹੈ ਕੌਣ ਦਫਾ ਜੋ ਇੱਥੇ ਮੁਸਲਮਾਨਾਂ ਦੇ ਆਪਣੇ ਮਸਲੇ ਡਿਸਕਸ ਹੋ ਰਹੇ ਨੇ ਤੁਹਾਡਾ ਤਾਂ ਨਾ ਸਾਚੇ ਨਾ ਕਾਵਾਂ ਜੇ ਤੂੰ ਮੂੰਹ ਚੁੱਕ ਕੇ ਆ ਗਿਆ ਨਾਲੇ ਇਹ ਵਾਲੇकुम अस्सलाम मोहम्मद भाई क्या हाल है ठीक ठाक हो अल्हम्दुलिल्लाह अस्सलाम रहमतुल्लाहि व बरकातहू क्या हाल है अब्दुल्ला ठीक ठाक अल्हम्दुलिल्लाह अस्सलाम वालेकुम वालेकुम अस्सलाम ਲਾਮਾ ਸਾਹਿਬ ਤੁਸੀਂ ਇਹ ਜਿਹੜਾ ਹੋਇਆ ਮਨਾਜ਼ਰਾ ਆਪਣਾ ਅਮਰ ਹਕ ਸਾਹਿਬ ਦਾ ਤੇ ਉਹ ਮੁਲਹਿਦ ਦਾ ਤੁਸੀਂ ਇਹਦੇ ਉੱਤੇ ਕੋਈ ਕਮੈਂਟਸ ਵਗੈਰਾ ਕੀਤੇ ਨੇ ਮਨਾਜ਼ਰਾ ਤੇ ਨਾ ਮੈਂ ਦੇਖਿਆ ਤੇ ਨਾ ਮੈਂ ਸੁਣਿਆ ਹੈ ਤੇ ਨਾ ਮੈਨੂੰ ਪਤਾ ਹੈ ਕਿ ਇਹਨਾਂ ਦੇ ਦਰਮਿਆਨ ਕਿੰਨੀ ਗੱਲ ਹੋਈ ਹੈ ਕੀ ਗੱਲ ਹੋਈ ਹੈ ਅਲਬત્ਤਾ ਅਮਰ ਹਕ ਭਾਈ ਇੱਥੇ ਆਏ ਸੀ ਤੇ ਇੱਥੇ ਸਾਡੀ ਬਰਾੜ ਦੇ ਉੱਤੇ ਕੋਈ ਗੱਲ ਹੋਈ ਸੀ ਥੋੜੀ ਜਿਹੀ ਉਹਨਾਂ ਦੇ ਬਾਅਦ ਕੋਈ ਪਤਾ ਨਹੀਂ ਉਹਨਾਂ ਨੇ ਕਿਸੇ ਗੁਫ਼ਤਗੂ ਦੇ ਵਿੱਚ ਕੋਈ ਐਸਾ ਲਫ਼ਜ਼ ਇਸਤੇਮਾਲ ਕੀਤਾ ਜਿਹੜਾ ਦਰੁਸਤ ਨਹੀਂ ਸੀ ਤੇ ਉਹ ਮੈਂ ਉਹਨਾਂ ਨੂੰ WhatsApp ਤੇ ਮੈਸੇਜ ਕੀਤਾ ਬਈ ਮਿਰਜ਼ਾਈ ਕੋਈ ਆਡੀਓ ਤੁਹਾਡੀ ਚਲਾਉਣ ਲੱਗੇ ਨੇ ਤੇ ਉਹ ਗੱਲ ਕੀ ਹੈ ਪੂਰੀ ਉਹ ਇੱਥੇ ਹੀ ਆਏ ਸਨ ਬਰਾੜ ਦੇ ਉੱਤੇ ਹੀ ਬੈਠੇ ਸਨ ਤੇ ਉਹਦੇ ਮੈਂ ਤੁਹਾਨੂੰ ਸਭ ਦੇ ਸਾਹਮਣੇ ਦੱਸਣਾ ਵਾ WhatsApp ਤੇ ਤੁਸੀਂ ਨਾ ਮੈਨੂੰ ਪੁੱਛੋ ਮੈਂ ਸਭ ਦੇ ਸਾਹਮਣੇ ਕਹਿਣਾ ਵਾ ਕਿ ਮੇਰੇ ਕੋਲ ਅਲਫਾਜ਼ ਦਾ ਚੁਣਾਵ ਅੱਛਾ ਨਹੀਂ ਹੋਇਆ ਅੱਛਾ ਚੁਣਾਵ ਇਹਦੇ ਨਾਲ ਬਿਹਤਰ ਹੋ ਸਕਦਾ ਸੀ ਅੱਲਾਹ ਤਾਲਾ ਮੈਨੂੰ ਮਾਫ ਕਰੇ ਤੇ ਤੁਸੀਂ ਵੀ ਅਗਰ ਕਿਸੇ ਭਾਈ ਦੇ ਦਿਲ ਨੂੰ ਕੋਈ ਤਕਲੀਫ ਪਹੁੰਚੀ ਹੋਵੇ ਤੇ ਮੈਂ ਤੁਹਾਡੇ ਕੋਲ ਵੀ ਹੱਥ ਜੋੜ ਕੇ ਮਾਫੀ ਮੰਗਣਾ ਇੰਨੀ ਗੱਲ ਹੋਈ ਸੀ ਮੈਂ ਕਿਹਾ ਬਸ ਠੀਕ ਹੈ ਗੱਲ ਖਤਮ ਹੋ ਗਈ ਇੱਕ ਬੰਦਾ ਉਹ ਨਬੀ ਅਲੈਹਿਸਸਲਾਤੁ ਵਸਸਲਾਮ ਦੇ ਦਿਫਾ ਵਾਸਤੇ ਆਪ ਦੀ ਇੱਜ਼ਤ ਵਾਸਤੇ ਕਿਸੇ ਨਾਲ ਲੜ ਰਿਹਾ ਹੈ ਲੜਾਈ ਦੇ ਦੌਰਾਨ ਉਹਦੇ ਕੋਲੋਂ ਕੋਈ ਗਲਤ ਗੱਲ ਮੂੰਹ ਚ ਨਿਕਲ ਗਈ ਹੈ ਉਹਨੇ ਉਹਦੇ ਤੋਂ ਰਜੂ ਕਰ ਲਿਆ ਤੋਬਾ ਕਰ ਲਈ ਤੇ ਭਾਈਆਂ ਕੋਲੋਂ ਮਾਜ਼ਰਤ ਕਰ ਲਈ ਤੇ ਫਿਰ ਮੇਰੇ ਕੋਲੋਂ ਤੇ ਉਹਦੇ ਖਿਲਾਫ ਕੋਈ ਹੁਣ ਲਫ਼ਜ਼ ਨਹੀਂ ਤੁਸੀਂ ਸੁਣੋਗੇ ਕੋਈ ਵੀ ਹੋਵੇ ਬੰਦਾ ਬਸ ਉਹ ਸਵੇਰ ਦੀ ਮਜ਼ਾਈ ਕੋ 3 ਘੰਟੇ ਹੋ ਗਏ ਨੇ ਲੱਗੇ ਨੇ ਚਲਾਉਣ ਤੇ ਇਹਨਾਂ ਸਵੇਰ ਦੀ ਫੂੜੀ ਪਾਈ ਇਹ ਵਿਛਾਈ ਇਹਨਾਂ ਨੇ ਫੂੜੀ ਇਹਨਾਂ ਨੇ ਕਿਉਂ ਵਿਛਾਈ ਇਹ ਫੂੜੀ ਤੇ ਜਾਓ ਨਾ ਥੋੜਾ ਜਿਹਾ ਗੱਲ ਲੱਗ ਕੇ ਉਹਨਾਂ ਦੇ ਤੇ ਤਜ਼ੀਅਤ ਕਰਾਵੋ ਉਹਨਾਂ ਨੂੰ ਆਖੋ ਆਏ ਵਾੜਿਓ ਕੱਖ ਨਹੀਂ ਰਿਹਾ ਤੁਹਾਨੂੰ ਕਿਉਂ ਨਹੀਂ ਮੁਸਲਮਾਨਾਂ 'ਚ ਗਿੰਦੇ ਉਹਨਾਂ ਨੂੰ ਇੱਕ ਅਸੂਲ ਮੈਂ ਇਸ ਵੇਰੇ ਦੱਸਿਆ ਕੁਲੀਆ ਦੱਸਿਆ ਬਈ ਤੁਸੀਂ ਜੇ ਤੇ ਪਾਕਿਸਤਾਨ ਜਾ ਕੇ ਤੇ ਕਿਸੇ ਥਾਣੇ 'ਚ ਕਿਸੇ ਮੁਸਲਮਾਨ ਤੇ ਤੋਹੀਨੇ ਰਸਾਲਤ ਦੀ ਸਿਰਫ FIR ਦੇ ਮਦਈ ਬਣ ਜਾਓ ਨਾ ਤੇ ਮੈਂ ਤੁਹਾਨੂੰ ਇੱਥੇ ਵੀ ਮਦਈ ਮੰਨ ਲਾਂਗਾ ਕਿ ਤੁਸੀਂ ਮਦਈ ਬਣ ਸਕਦੇ ਹੋ ਤੇ ਜੇ ਪਾਕਿਸਤਾਨ ਤੁਸੀਂ ਮਦਈ ਨਹੀਂ ਬਣ ਸਕਦੇ ਕਿਸੇ FIR ਦੇ ਤੋਹੀਨੇ ਰਸਾਲਤ ਦੀ FIR ਦੇ ਤੇ ਇੱਥੇ ਤੁਹਾਡਾ ਕੀ ਆ ਕੇ ਤੁਸੀਂ ਤੇ ਨਾਨ ਮੁਸਲਮ ਹੋ ਨਾ ਇਹ ਤੇ ਮੁਸਲਮਾਨ FIR ਕਟਾਏਗਾ ਅਗਰ ਕਿਸੇ ਮੁਸਲਮਾਨ ਨੂੰ ਗੁੱਸਾ ਹੈ ਫਿਰ ਵੀ ਉਹ ਮੁਤਮਿਨ ਨਹੀਂ ਹੈ ਤਾਂ ਅਮਰ ਹਕ ਤੇ FIR ਕਟਾਉਣਾ ਚਾਹੁੰਦਾ ਹੈ ਤੇ ਉਹ ਅਮਰ ਹਕ ਤੇ FIR ਮੁਸਲਮਾਨ ਕਟਾਏਗਾ ਤੁਸੀਂ ਜਿੰਨਾ ਮਰਜ਼ੀ ਪੇ ਰਵੋ ਤੁਸੀਂ ਉਹਨਾਂ ਦੇ ਇੱਕ ਵਾਰੀ ਨਾ ਜਾ ਕੇ ਅਥਰੂ ਪਹੁੰਚ ਕੇ ਉਹਨਾਂ ਨੂੰ ਆਖੋ ਤੁਸੀਂ ਜਿੰਨਾ ਮਰਜ਼ੀ ਪੇ ਰਵੋ ਅੱਲਾ ਦੀ ਕਸਮ ਹੈ ਤੁਹਾਡੇ ਵੈਣ ਕਿਸੇ ਨਹੀਂ ਸੁਣਨੇ ਤੁਹਾਡਾ ਕੱਖ ਨਹੀਂ ਬਣਨਾ ਤੁਸੀਂ ਆਪਸ ਹੀ ਰੋ ਕੇ ਮਰ ਜਾਣਾ ਤੇ ਤੁਹਾਡੀ ਬਾਹਰ ਕਿਰੇ ਆਵਾਜ਼ ਨਹੀਂ ਜਾਣੀ ਹੈ ਤੁਸੀਂ ਗੈਰ ਮੁਸਲਮ ਹੋ ਹੁਣ ਰਾਜਾ ਉਹ ਵੀ ਬੈਠਾ ਸੀ ਨਾ ਉਹ ਅਤਲੁਲ ਮਿਨਾਨ ਵੀ ਉੱਥੇ ਬੈਠਾ ਸੀ ਤੇ ਉਹ ਵੀ ਹੁਣ ਇਹ ਹਾਈਲਾਈਟ ਕਰ ਰਹੇ ਨੇ ਗੱਲਾਂ ਉੱਥੇ ਉਹ ਮੌਲਵੀ ਵੜਾਇਆ ਚ ਉਹ ਤੁਹਾਡਾ ਦੁਸ਼ਮਣ
ਉਹ ਸਭ ਤੋਂ ਵੱਡੇ ਆ ਦੋ ਮੁਨਾਫਕ ਨੇ, ਇਹ ਰਾਜਾ ਤੇ ਇਹ ਵੜੈਚ ਮੌਲਵੀ ਨਵੀਦ। ਇਹ ਹੁਣ ਉਹਦੇ ਗੱਲੋਂ ਫੰਦਾ ਲਾ ਕੇ ਨਾ ਤੁਹਾਡੇ ਗੱਲ ਫਿੱਟ ਕਰਨਾ ਚਾਹ ਰਹੇ, ਨਹੀਂ ਨਹੀਂ ਇਹਨੂੰ ਫੜੋ, ਇਹਨੇ ਕਿਉਂ ਉਹਨੂੰ ਇਹ ਕੰਮ ਕਿਹਾ ਕਿ ਕੋਈ ਗੱਲ ਨਹੀਂ ਹੈ, ਗੁਸਤਾਹੀ ਹੋ ਗਈ ਹੈ ਤੇ ਇਹ ਹੋ ਗਿਆ ਤੇ ਉਹ ਹੋ ਗਿਆ। ਉਹ ਹੁਣ ਤੁਹਾਡੇ ਉਹ ਜਵਾਦ ਵੀ ਤੁਹਾਡੇ ਉੱਤੇ ਬਲੇਮ ਕਰਦਾ ਪਿਆ ਕਿ ਜੀ ਇਹ ਆਮਰ ਨਜ਼ੀਰ ਸਾਹਿਬ ਨੂੰ ਚਾਹੀਦਾ ਤੇ ਉਹਨੂੰ ਡਾਕਟਰ ਡੇਰਿੰਗ ਨੂੰ ਚਾਹੀਦਾ ਕਿ ਉਹਨਾਂ ਨੂੰ ਪੁੱਛਣ। ਇਹ ਹੈ ਨਹੀਂ ਕੁੱਤੇ ਦੇ ਚਾਮਨੇ, ਇਹਨਾਂ ਨੂੰ ਅਕਲ ਹੀ ਕੋਈ ਨਹੀਂ ਹੈ। ਇਹਨਾਂ ਨੂੰ ਜਾਣਾ ਚਾਹੀਦਾ ਸੀ ਬਰੇਲਵੀ ਕੋਲ। ਬਰੇਲਵੀ ਛੇਤੀ ਗੁੱਸਾ ਕਰ ਜਾਂਦੇ ਨੇ। ਮੈਂ ਤਾਂ ਪਿਛਲੀ ਵਾਰੀ ਵੀ ਜਿਹੜਾ ਸਿਆਲ ਵਾਲੇ ਵਾਕਿਏ 'ਚ ਮੈਂ ਤੇ ਜ਼ਿਆ ਭਾਈ ਤੇ ਮੇਰੇ ਚੰਗੇ ਭਲੇ ਖੈਬੜ ਪਏ, ਉਹਨੇ ਮੈਨੂੰ ਆਖਿਆ ਤੂੰ ਚੁੱਪ ਕਰ ਜਾ। ਮੈਂ ਕਿਹਾ ਚਲ ਠੀਕ ਹੈ, ਮੈਂ ਚੁੱਪ ਕਰ ਜਾਣਾ, ਲੇਕਿਨ ਮੈਂ ਐਗਰੀ ਨਹੀਂ ਹਾਂ ਇਸ ਗੱਲ ਨਾਲ। अगर किसी बंदे को मुसलमान को गलती हो जाए और तौबा इस्तगफार करे, अल्लाह को माफ़ी मंगे, भरावां को माफ़ी मंगे, तो मैं तो उन्होंने कख नहीं आखना है। मैनू उन्हें कहा तू चुप कर जा, मैं चुप कर जाना, कोई गल नहीं है। लेकिन मैं उस बंदे ते कोई गलत कमेंट, सख्त कमेंट नहीं करना। इन्हों चाहिए सी उन्हां नाल जांदे सी, रसूल नाल जांदे, मुफ्ती साहब को जांदे, ते ओह कोई इन्हां नूं खैर पांदे। मेरे कोल इन्हां नूं कख नहीं लभना है। मैं तो उन्हें आख्या जिन्नी देर मैं जीवना ना, मिर्जाई हस नहीं सकता टिकटॉक ते। ਇਹਦੇ ਮੂੰਹ ਤੇ ਮੁਸਕਰਾਹਟ ਨਹੀਂ ਆ ਸਕਦੀ। ਇਹਦੀ ਕਿਸਮਤ ਜਦ ਤੱਕ ਮੈਂ ਜ਼ਿੰਦਾ, ਇਹਦੀ ਕਿਸਮਤ 'ਚ ਰੋਣ ਹੀ ਲਿਖਿਆ, ਵੈਣ ਹੀ ਲਿਖਿਆ। ਇਹ ਤੇ ਆਮਿਰ ਭਾਈ ਜਿਸ ਤਰ੍ਹਾਂ ਕੁਰਾਨ ਪਾਕ ਦੀ ਆਇਆ ਮੁਬਾਰਕ ਹੈ, ਕਿਉਂਕਿ ਕੁਰਾਨ ਤੇ ਹੈ ਹੀ ਮੁਸਲਮਾਨਾਂ ਵਾਸਤੇ ਨਾ, ਤੇ ਮੁਸਲਮਾਨ ਹੀ ਇਹਦੇ ਤੋਂ ਇਸਤਫਾਦਾ ਹਾਸਿਲ ਕਰਦੇ ਨੇ। ਇਹਨਾਂ ਦਾ ਤੇ ਵਾਸਤੇ ਤਾਂ ਕੁਰਾਨ ਹੀ ਕੋਈ ਹੋਰ ਹੈ ਜਿਹੜਾ 1800 ਦੇ ਵਿੱਚ ਦੁਬਾਰਾ ਨਾਜ਼ਲ ਹੋਇਆ। 1857 'ਚ ਜੀ ਅਜੇ ਉਠਾ ਲਿਆ ਗਿਆ ਸੀ। 1857 'ਚ ਉਠਾ ਲਿਆ ਗਿਆ ਸੀ, ਫਿਰ ਇਹ ਹੌਲੀ ਹੌਲੀ ਨਾਜ਼ਲ ਹੋਇਆ। ਇਹ ਉਠਾ ਲਿਆ ਗਿਆ ਸੀ 1857 ਤੇ ਅੱਲਾਹ ਤਾਲਾ ਨੇ ਕੁਰਾਨ 'ਚ ਫਰਮਾਇਆ ਹੈ, ਅਊਜ਼ੁ ਬਿੱਲਾਹਿ ਮਿਨਸ਼ ਸ਼ੈਤਾਨਿਰ ਰਜੀਮ, ਵਲਓ ਅਨਹੁਮ ਇਜ਼ ਜ਼ਲਮੂ ਅਨਫੁਸਹੁਮ ਜਾਊਕ ਫਸਤਗਫਿਰੁல்லாਹ ਵਸਤਗਫਰ ਲਹੁਮੁਰ ਰਸੂਲ ਲਵਜਦੁல்லாਹ ਤవ్ਵਾਬਰ ਰਹੀਮ। ਹੁਣ ਮੁਸਲਮਾਨ ਤੇ ਬੇਸ਼ੱਕ ਇਹਦੇ ਤੇ ਈਮਾਨ ਰੱਖਦੇ ਨੇ, ਆਪਣੀ ਜਾਨ ਤੇ ਜਦੋਂ ਜ਼ੁਲਮ ਕਰ ਲੈਂਦੇ, ਇਸ ਤੋਂ ਵੱਡਾ ਜ਼ੁਲਮ ਤੇ ਮੁਸਲਮਾਨ ਸਮਝਦੇ ਨਹੀਂ ਕਿ ਉਹਦੀ ਜ਼ੁਬਾਨ 'ਚੋਂ ਕੋਈ ਐਸਾ ਲਫ਼ਜ਼ ਨਿਕਲ ਜਾਏ ਜਿਹੜਾ ਕਿ ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਦੀ ਸ਼ਾਨ ਨਾ ਹੋਵੇ। ਤੇ ਉਹ ਅਗਰ ਤੋਬਾ ਕਰ ਲੇ ਅੱਲਾ ਦੀ ਬਾਰਗਾਹ ਦੇ ਵਿੱਚ, ਅੱਲਾਹ ਤਾਲਾ ਖੁਦ ਫਰਮਾ ਰਿਹਾ ਕਿ ਬੇਸ਼ੱਕ ਮੈਂ ਬਖਸ਼ਣ ਆ ਰਹਾ, ਮੈਂ ਬਖਸ਼ ਦੇਣਾ। ਤੇ ਇਹਨਾਂ ਵਾਸਤੇ ਤੇ ਇਹਨਾਂ ਦੇ ਮਜ਼ਹਬ ਦੇ ਵਿੱਚ ਤੇ ਇਹ ਰੂਲ ਹੈ ਹੀ ਨਹੀਂ ਨਾ, ਕਿਉਂਕਿ ਇਹਨਾਂ ਦੇ ਮਜ਼ਹਬ ਦੇ ਵਿੱਚ ਸ਼ਾਤਮੀਅਤ ਦਾ ਨਾਮ ਹੀ, ਨਾਮੋ ਨਿਸ਼ਾਨ ਹੀ ਕੋਈ ਨਹੀਂ, ਗੁਸਤਾਖੀ ਹੁੰਦੀ ਹੀ ਨਹੀਂ। ਜਦੋਂ ਹੈ ਹੀ ਨਹੀਂ ਤੇ ਇਹਨਾਂ ਨੂੰ ਕਾਹਦੀ ਟੈਨਸ਼ਨ ਪਈ ਹੈ? ਇਹਨਾਂ ਨੂੰ ਤੇ ਇਸ ਮੌਜੂ ਤੇ ਗੁਫ਼ਤਗੂ ਹੀ ਨਹੀਂ ਕਰਨੀ ਚਾਹੀਦੀ। ਉਹ ਗੁਫ਼ਤਗੂ ਕਰੇ ਤੇ ਮੁਸਲਮਾਨ ਹੀ ਕਰੇ। ਜਿਹਨੂੰ ਲੱਗੇ ਕਿ ਯਾਰ ਇਹ ਹਲਕਾ ਜੁਮਲਾ ਨਿਕਲ ਗਿਆ ਜਾਂ ਇਸ ਤਰ੍ਹਾਂ ਦੀ ਗੁਫ਼ਤਗੂ ਇਹਨਾਂ ਨੂੰ ਨਹੀਂ ਸੀ ਕਰਨੀ ਚਾਹੀਦੀ, ਇਹਦੇ ਵਾਸਤੇ ਤੋਬਾ ਤਾਇਬ ਹੋਵੇ। ਤੇ ਜਦੋਂ ਇਹਨਾਂ ਦੇ ਮਜ਼ਹਬ 'ਚ ਹੈ ਹੀ ਨਹੀਂ, ਨਾ ਸਜ਼ਾ ਹੈ, ਨਾ ਜਜ਼ਾ ਹੈ, ਨਾ ਕੋਈ ਲੈਣੀ ਨਾ ਦੇਣੀ, ਐਵੇਂ ਤੂੰ ਕੌਣ ਹੈ, ਮੈਂ ਫਲਾਣੇ ਦੀ ਤਾਈ, ਉੱਥੇ ਬਹਿ ਕੇ ਆਪਣਾ ਟਾਈਮ ਹੀ ਜ਼ਾਇਆ ਕਰਦੇ ਪਏ ਨੇ ਵਿਚਾਰੇ। ਇਹਨਾਂ ਨੂੰ ਚਾਹੀਦਾ ਕਿ ਗਾਲਾਂ ਗੂਲਾਂ ਕੱਢਣ, ਤਸਵੀਰਾਂ ਟੰਗਣ, ਜਿਹੜਾ ਇਹਨਾਂ ਦਾ ਕੰਮ ਹੈ, ਆਪਣਾ ਟਾਈਮ ਨਾ ਜ਼ਾਇਆ ਕਰਨ। ਨਹੀਂ 2.5-3 ਘੰਟੇ ਦੀ ਮੈਂ ਦੇਖ ਰਿਹਾ, ਤੇ ਉਹ ਮੈਨੂੰ ਕੋਈ ਸਾਥੀ ਕਹਿ ਰਹੇ ਸੀ ਕਿ ਰਾਤ ਦੇ ਹੀ ਲੱਗੇ ਨੇ। ਉਹ ਰਾਤ ਦੇ ਹੀ ਨਹੀਂ ਵੀ ਚੁੱਪ ਕਰਦੇ, ਸਾਰੀ ਰਾਤ ਹੀ ਇਹਨਾਂ ਨੇ ਇਹ ਮਾਤਮ ਕੀਤਾ ਹੈ। ਤੇ ਇਹ 2.5-3 ਘੰਟੇ ਦੀ ਤੇ ਮੈਂ ਵੀ ਦੇਖ ਰਿਹਾ। ਇਹ ਵੀ ਉਹ ਜਵਾਦ ਜਿਹੜਾ ਨਾ ਨਲੀ ਚੋਚੇ ਦਾ ਨਾਂ ਸਮਝਦੇ, ਨਲੀ ਚੋਚ ਕੀ ਹੁੰਦਾ? उसका रिजल्ट देखिए, गालीबाज आया हुआ है। एक मिनट म्यूट कर दें, जो गालीबाज है म्यूट कर, गालीबाज को छोड़ दें। वो देखें आप, उसका इम्पैक्ट देखें जो उसने बात की थी ना। देखें रसूलुल्लाह सल्लल्लाहु अलैहि वसल्लम की शान में जो उसने बकवासियात की हैं, एक के बाद दूसरी के बाद ਇਹ ਜਿਹੜਾ ਹੈ ਇਹ ਉਹ ਹਰਾਮੀ ਹੈ ਬੰਦਾ ਗੱਲ ਕਰਦੇ ਆ ਜਿਹੜਾ ਗੁਸਤਾਖ ਹੈ ਆਪ, ਜਿਨੇ ਨੰਗੀਆਂ ਗਾਲਾਂ ਨਬੀ ਪਾਕ ਨੂੰ ਆਪ ਕੱਢੀਆਂ ਨੇ। ਮਤਲਬ ਇਹਨਾਂ ਦੀ ਅਥੈਂਟਿਸਿਟੀ ਖਤਮ ਹੋ ਚੁੱਕੀ ਹੈ। ਮਿਰਜ਼ਾਈਆਂ ਦੀ ਉਹ ਜੁੱਤੀਆਂ ਮਾਰਨ ਲੱਗ ਪਿਆ ਜੋ ਉੱਤੇ ਚੜ ਕੇ ਨਾ ਮਿਰਜ਼ਾਈਆਂ ਦੀ ਬਰਾੜ ਦੇ ਉੱਤੇ। ਬਸ ਕਰ, ਅੱਲਾ ਦੀ ਕਸਮ ਹੈ, ਉਹ ਮਿਰਜ਼ਾਈਆਂ ਦੀ ਬਰਾੜ ਦੇ ਉੱਤੇ ਚੜ ਕੇ ਨਾ ਉਹਨੇ ਫੋਟੋ ਕੈਮਰਾ ਆਨ ਕਰਕੇ ਜੁੱਤੀਆਂ ਮਾਰਨੀ ਸ਼ੁਰੂ ਕਰਤੀ। ਉਹੀ ਕੰਮ ਹੋਇਆ ਜੇ। ਹੈਲੋ ਉੱਡ ਕੇ ਪਹਿਲੇ ਇਹਨਾਂ ਨੂੰ ਤਾਂ ਸੰਭਾਲ ਲਓ। ਮੈਂ ਪਿਆ ਕਹਿਣਾ ਕਿ ਸਾਰਾ ਵੀ ਉੱਥੇ ਕੋਈ ਮੈਸੇਜ ਕੀਤਾ ਤੇ ਇਹਨੂੰ ਮਿਊਟ ਕਰਤਾ ਵੀ ਇਹਨੇ ਵੀ ਲਿਖਿਆ ਹੂ ਆਰ ਯੂ ਗਾਇਜ਼ ਟੂ ਟਾਕ ਅਬਾਊਟ ਗੁਸਤਾਖੀ। ਬਈ ਇਹਨਾਂ ਨੂੰ ਯਕੀਨ ਨਹੀਂ ਆ ਰਿਹਾ, ਲੇਕਿਨ ਇਹਨਾਂ ਨੂੰ ਯਕੀਨ ਆ ਜਾਏਗਾ ਕਿ ਇਹ ਜਿਹੜੇ ਨੇ। ਹਾਂਜੀ ਹੁਕਮ ਕਰੋ ਜੀ, ਕਿਹੜਾ ਵਾਲਾ ਚਾਹੀਦਾ? ਉੱਤੇ ਲੈ ਉਹ ਤਸ਼ਰੀਫ ਮੰਗੋ ਵਾਲਾ ਉੱਤੇ ਆ ਕੇ। ਅਸਾ ਵੇਖਣਾ ਅਗਰ ਕਾਲ ਹੋਈ ਨਾ ਮੁਹੰਮਦ ਹੁਸੈਨ ਨਾਮ ਦੀ ਆਈਡੀ ਦੀ, ਕਾਲ ਚੁੱਕ ਲੈਣਾ। ਉਹਨਾਂ ਨੂੰ ਇਹ ਨਹੀਂ ਸਮਝ ਵੀ ਆਉਂਦੀ ਕਿ ਤੁਸੀਂ ਆਪਣੀ ਦੀਨ ਇਸਲਾਮ ਤੋਂ ਜਿਹੜੀ ਗ੍ਰਿਪ ਹੈ ਨਾ ਉਹ ਲੂਜ਼ ਕਰ ਚੁੱਕੇ ਹੋ।
ਤੁਸੀਂ ਆਪਣੀ ਅਥੈਂਟਿਸਿਟੀ, ਮਤਲਬ ਇਹ ਹੁਣ ਜਿਹੜਾ ਜ਼ਿਸ਼ਾਨ ਅਕਬਰ ਦਾ ਨਾਮ ਹੈ, ਮੁਬਸ਼ਰ ਰਜ਼ਾ ਰੱਖਿਆ, ਇਹਨੇ ਫੇਕ ਆਈਡੀ ਬਣਾਈ ਹੈ, ਇੰਗਲੈਂਡ ਹੁੰਦਾ, ਇਹਨੇ ਹੁਸੈਨੀ ਸਾਹਿਬ ਦੀ ਬਰਾੜ ਦੇ ਉੱਤੇ ਨਬੀ ਪਾਕ ਨੂੰ ਨੰਗੀਆਂ ਗਾਲਾਂ ਕੱਢੀਆਂ ਨੇ। ਤੇ ਇਹਦੀ ਕੋਈ ਅਥੈਂਟਿਸਿਟੀ ਹੈ ਕਿ ਇਹ ਇੱਥੇ ਬਰਾੜ ਤੇ ਬਹਿ ਕੇ ਆਖੇਗਾ ਉਹ ਆਮਰ ਹਕ ਨੇ ਗੁਸਤਾਖੀ ਕਰਤੀ, ਉਹ ਆਮਰ ਨਜ਼ੀਰ ਨੇ ਗੁਸਤਾਖੀ ਕਰਤੀ, ਉਹ ਫਲਾਣੇ ਨੇ ਗੁਸਤਾਖੀ ਇਹ ਕਰ ਲੇਗਾ? ਇਹਦੀ ਗੱਲ ਕੋਈ ਮੰਨ ਲੇਗਾ? ਸਭ ਨੂੰ ਪਤਾ ਹੈ ਕਿ ਇਹ ਖੁਦ ਗੁਸਤਾਖ ਨੇ। ਇਹ ਇਹਨਾਂ ਦੀ ਅਥੈਂਟਿਸਿਟੀ ਖਤਮ ਹੋ ਚੁੱਕੀ ਹੈ। ਇਹਨਾਂ ਨੂੰ ਇਹ ਸਮਝ ਕਿਉਂ ਨਹੀਂ ਆ ਰਹੀ ਹੈ ਕਿ ਇਹਦੇ ਵਾਸਤੇ ਇੱਕ ਵਕਤ ਸੀ, ਉਹ ਵਕਤ ਤੁਸੀਂ ਯਾਦ ਕਰੋ ਜਦੋਂ ਤੁਸੀਂ ਕੁਝ ਮੁਸਲਮਾਨਾਂ ਦੀ ਤਰਫੋਂ ਹੋ ਕੇ ਕ੍ਰਿਸ਼ਨਾ ਨਾਲ ਗੱਲ ਕੀਤੀ ਸੀ 1893 ਦੇ ਮਈ ਦੇ ਮਹੀਨੇ 'ਚ ਅਬਦੁੱਲਾ ਆਥਮ ਨਾਲ ਮੁਨਾਜ਼ਰਾ ਕੀਤਾ ਸੀ। ਤੁਸੀਂ ਆਪਣੀ ਤਰਫੋਂ ਇਸਲਾਮ ਦੀ ਨੁਮਾਇੰਦਗੀ ਕਰ ਰਹੇ ਸੀ, ਠੀਕ ਹੈ, ਕੁਝ ਬੰਦੇ ਵੀ ਟਰਸਟ ਕਰ ਰਹੇ ਸੀ ਕਿ ਇਸਲਾਮ ਦੀ ਨੁਮਾਇੰਦਗੀ ਕਰ ਰਹੇ ਨੇ। ਹੁਣ ਤੇ ਕੋਈ ਬੰਦਾ ਵੀ ਨਹੀਂ ਤੁਹਾਡੇ ਤੇ ਇਤਬਾਰ ਕਰਦਾ ਕਿ ਤੁਸੀਂ ਇਸਲਾਮ ਦੀ ਨੁਮਾਇੰਦਗੀ, ਯੂ ਹੈਵ lost completely your grip। ਹੁਣ ਤੁਸੀਂ ਇਸਲਾਮ ਦੇ ਉੱਤੇ ਹਮਲਾਵਰ ਹੋ, ਹੁਣ ਤੁਸੀਂ ਇਸਲਾਮ ਦੀ ਨੁਮਾਇੰਦਗੀ ਤੇ ਕਰ ਹੀ ਨਹੀਂ ਸਕਦੇ ਹੈ। ਲੇਕਿਨ ਇਹਨਾਂ ਨੂੰ ਸਮਝ ਨਹੀਂ ਆਉਂਦੀ, ਪਾਗਲਾਂ ਜਿਹਾ ਨੂੰ ਵਕਤ ਜ਼ਾਇਆ ਕਰੀ ਜਾ ਰਹੇ ਨੇ। हाँ, आहिस्ता आहिस्ता आपका भी खत्म हो, आपकी भी खत्म हो रही है बार बार। ठीक है, ऐस उम्मीद ते जिंदा रहो। मुसलमान इन्नियां गुस्ताखियां करनगे, मुसलमान अपनी ग्रिप लूज कर देंगे ते ग्रिप ਜਿਹੜੀ ਫਿਰ ਮਰਜ਼ਾਈਆਂ ਦੇ ਹੱਥ ਚ ਆ ਜਾਏਗੀ। ਇਹ ਬਨਾਰਸ ਠੱਗ ਜੇ ਇਹ ਜਿਹੜਾ ਆਸਤਾ ਆਸਤਾ ਹਾਂ ਬੇਸ਼ੁਮਾਰ ਆਈਡੀਆਂ ਬਣਾਈਆਂ, ਉੱਥੇ ਜਾ ਕੇ ਕਹਿੰਦਾ ਇਹ ਉਹ ਪੁਰਾਣੀ ਸਾਰੀਆਂ ਹੀ ਆਈਡੀਆਂ ਜਿਹੜੀਆਂ ਨਾ ਉਹ ਤੁਸੀਂ ਅਨਬਲੌਕ ਕਰ ਦਿਓ। ਇਹ ਨਵੇਂ ਬਣਾ ਕੇ ਉੱਥੇ ਜਾ ਕੇ ਉੱਥੇ ਫਿਰ ਥੱਲੇ ਗੱਲ ਕੱਢ ਬਲਾਕ ਹੋਏਗੀ। ਸੈਣੀ ਸਾਹਿਬ ਦੀ ਮਿਰਜ਼ਾ ਕਾਣਾ ਜ਼ਿੰਦੀਕ ਜ਼ਨੀਮ ਦਜਾਲ ਖੰਜ਼ੀਰ ਇਹ ਅਨਬਲੌਕ ਕਰ ਰਹੇ ਆ ਤੇ ਨਾਲ ਹੀ ਚੀਕਾ ਮਾਰਨ ਲੱਗ ਪਿਆ, ਨਾਲ ਹੀ ਚੀਕਾ ਮਾਰਨ ਲੱਗ ਪਿਆ, ਕਹਿੰਦਾ ਨਹੀਂ 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 ਇਹ ਨਾ ਕਰਿਓ, ਅਨਬਲੌਕ ਇਹ ਨਾ ਕਰਿਓ। ਇੱਕੋ ਸੱਚ ਫਿਰ 100 ਵਾਰੀ ਨਹੀਂ 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 ਨਹੀਂ। ਹਾਂ ਭਾਈ, ਹਰ ਗੁਜ਼ਰਨ ਵਾਲੇ ਦਿਨ ਨਾਲ ਜਿਹੜਾ ਬੰਦਾ ਵੀ ਨਜ਼ਰ ਰੱਖਦਾ ਹੈ ਨਾ, ਜਾਂ ਉਹਨੂੰ ਦੂਰ ਦੀ ਉਹਦੀ ਨਜ਼ਰ ਹੈ ਤੇ ਉਹਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਆਮਰ ਭਾਈ ਯੂਸਫ ਭਾਈ ਇੱਕੋ ਸਾਲ ਨਹੀਂ ਉਹਨੇ ਹੱਸ ਕੇ ਆਖਿਆ ਤੁਸੀਂ ਦੁਬਾਰਾ ਰਿਕਾਰਡਿੰਗ ਚਲਾਓ, ਉਹਦੇ ਜੋ ਹੱਸਦਾ ਪਿਆ ਇਮਤਿਆਜ਼ ਹੱਸਣ ਲੱਗਿਆ ਸਾਡੀ ਤੇ ਸ਼ਰਮਿੰਦੇ ਵਾਲੀ ਹੱਸੀ ਹੈ ਨਾ, ਇਹਦੇ ਨਾਲ ਤੇ ਡੁੱਬ ਕੇ ਮਰ ਜਾਂਦਾ। ਮੈਂ ਉਸ ਤੋਂ ਬਾਅਦ ਜਿਹੜੀ ਬੰਬਾਸਟਿਕ ਨੇ ਇਹਦੇ ਨਾਲ ਕੀਤੀ ਸੀ ਉਹ ਤੇ ਮੈਂ ਕਹਿੰਦਾ ਉਹਨੇ ਜੀ 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 ਬਹਿਜਾ ਕਰਵਾਤੀ। ਮੈਂ ਕਹਿ ਰਿਹਾ ਕਿ ਉਹਦਾ ਆ ਗਿਆ ਕਿਤੇ ਵੱਡਾ ਇਹ ਇੰਨਾ ਵੀ ਨਹੀਂ ਇਹਨਾਂ ਨੂੰ ਮਤਲਬ ਹੈ ਕਿ ਚਲੋ ਆਂਦੇ ਨੇ ਵਿਆਹਿਆ ਨਹੀਂ ਤੇ ਜੰਜੇ ਵੀ ਨਹੀਂ ਗਿਆ, ਇੰਨਾ ਵੀ ਨਹੀਂ ਇਹਨਾਂ ਨੂੰ ਸਮਝ ਆਉਂਦੀ ਕਿ ਬਈ ਕਿੱਥੇ ਉਹ ਵਕਤ ਕਿ ਅਸੀਂ ਇਸਲਾਮ ਦੀ ਨੁਮਾਇੰਦਗੀ ਕਰਦੇ ਸਾਂ, ਬਲਕਿ ਇਸਲਾਮ ਦੇ ਉੱਤੇ ਕਬਜ਼ਾ, ਹਿੰਦੁਸਤਾਨ ਦੇ ਵਿੱਚ ਇਹਨਾਂ ਦਾ ਇਸਲਾਮ ਦੇ ਉੱਤੇ ਕਬਜ਼ਾ ਹੋ ਚੱਲਾ ਸੀ। ਇਹ ਸਹੀ ਗੱਲ, ਬਹੁਤ ਸਾਰੇ ਲੋਕਾਂ ਨੂੰ ਇਹਨਾਂ ਗੁੰਮਰਾਹ ਕਰ ਲਿਆ, ਬਹੁਤ ਸਾਰੇ ਲੋਕ ਇਹਨਾਂ ਦੇ ਵੈਸੇ ਹੀ ਬਗੈਰ ਬੈਤ ਤੋਂ ਵੀ ਇਹਨਾਂ ਦੇ ਕੰਮ ਦੇ ਕਾਇਲ ਹੋ ਗਏ ਕਿ ਬਈ ਬਾਬਾ ਇਹ ਇੱਥੇ ਕੰਮ ਪਿਆ ਕਰਦੇ ਆ, ਗੈਰ ਮੁਸਲਮਾਨਾਂ ਹਿੰਦੂਆਂ ਨਾਲ ਕ੍ਰਿਸ਼ਨਾ ਨਾਲ ਇਹਨਾਂ ਨੇ ਪੰਗਾ ਪਾਇਆ ਤੇ ਮੁਸਲਮਾਨਾਂ ਦੀ ਨੁਮਾਇੰਦਗੀ ਵੀ ਕਰਦੇ ਨੇ। ਲੇਕਿਨ ਆਹਿਸਤਾ 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 ਹੁਣ ਤੁਹਾਡੀ ਟੋਟਲ ਜ਼ਿੰਦਗੀ ਇਹ ਰਹਿ ਗਈ ਹੈ ਕਿ ਤੁਸੀਂ ਹੁਣ ਮੁਸਲਮਾਨਾਂ ਨਾਲ ਲੜਨਾ ਹੈ ਕਿ ਮੁਸਲਮਾਨੋ ਤੁਹਾਡੇ ਨਬੀ ਦੇ ਵਿੱਚ ਇਹ ਗਲਤੀ ਮਾਜ਼ ਅੱਲਾ, ਤੁਹਾਡੇ ਨਬੀ ਚ ਇਹ ਨਕਸ, ਤੁਹਾਡੇ ਨਬੀ ਦੀ ਉਹ ਗੱਲ, ਤੁਹਾਡੇ ਨਬੀ। ਹੁਣ ਤੁਸੀਂ ਸਾਰਾ ਦਿਨ ਮੁਸਲਮਾਨਾਂ ਨਾਲ ਲੜ, ਤੁਹਾਨੂੰ ਇੰਨੀ ਨਹੀਂ ਸਮਝ ਆਉਂਦੀ ਤੁਸੀਂ ਕਿਹੜੇ ਰਾਹ ਤੇ ਜਾ ਰਹੇ ਹੋ। ਹੁਣ ਤੇ ਤੁਸੀਂ ਮੁਸਲਮਾਨਾਂ ਦੇ ਖਿਲਾਫ ਹੋ, ਅਹਿਲੇ ਇਸਲਾਮ ਦੇ ਖਿਲਾਫ, ਪੈਗੰਬਰ ਇਸਲਾਮ ਦੇ। ਹੁਣ ਤੁਸੀਂ ਕਿਹੜੀ ਉਮੀਦ ਤੇ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹੋ ਕਿ ਹੁਣ ਤੁਹਾਨੂੰ ਕੋਈ ਬੰਦਾ ਸੁਣੇਗਾ ਜਾਂ ਤੁਹਾਡੀ ਗੱਲ ਤੇ ਕੋਈ ਇਤਬਾਰ ਕਰੇਗਾ? ਓਏ ਹੋਏ ਹੋਏ ਅਮਰ ਹਕ ਨੇ ਬੜੀ ਗੁਸਤਾਖੀ ਕੀਤੀ, ਤੁਸੀਂ ਗੁਸਤਾਖੀ ਦਾ ਪਰਚਾ ਦਿਓ ਜੀ, ਮਰਜ਼ਾਈ ਸਾਰੇ ਰਲ ਕੇ ਪਰਚਾ ਦੇ ਦਿਓ, ਤੁਹਾਡੀ FIR ਹੋ ਜਾਏਗੀ। ਕੌਣ ਤੁਹਾਡੀ ਗੱਲ ਮੰਨੇਗਾ ਭਾਈ? ਇੱਕ ਅੰਗਰੇਜ਼ੀ ਦਾ ਜ਼ਰਬੁਲ ਮਿਸਲ ਹੈ, wealth is gone, nothing is gone, health is gone, something is gone। ਤੇ ਤੀਸਰਾ ਇਹ ਵੇ ਕਿ dignity is gone, everything is gone। ਜਦੋਂ ਤੁਹਾਡਾ ਵਕਾਰ, ਤੁਹਾਡਾ ਇਤਬਾਰ, ਤੁਹਾਡਾ ਵਾਰ ਉਹ ਗੁੰਮ ਗਿਆ ਨਾ, ਤੁਹਾਡਾ ਗ੍ਰਿਪ ਤੁਹਾਡੀ ਖਤਮ ਹੋ ਗਈ ਕਿ ਤੁਹਾਨੂੰ ਕੋਈ ਬੰਦਾ ਮੰਨੇ ਨਾ ਕਿ ਤੁਸੀਂ ਇਸ ਗਰੋ ਜਾਂ ਇਸ ਕਮਿਊਨਿਟੀ ਦੇ, ਤੁਹਾਡਾ ਇਤਮਾਦ ਖਤਮ ਹੋ ਜਾਏ,
ਫਿਰ ਤੁਸੀਂ everything is lost, everything is gone. Wealth is gone, nothing is gone. Health is gone, something is gone. ਕੁਝ ਗਿਆ ਕੁਝ ਰਹਿ, ਅਗਰ ਸਿਹਤ ਗਈ ਤੇ ਕੁਝ ਗਿਆ ਕੁਝ। ਲੇਕਿਨ ਅਗਰ ਤੁਹਾਡਾ ਇਤਮਾਦ ਹੀ ਖਤਮ ਹੋ ਗਿਆ, ਤੁਹਾਡਾ ਵਕਾਰ ਹੀ ਖਤਮ ਹੋ ਗਿਆ, ਤੁਹਾਡੀ ਰਿਸਪੈਕਟ ਔਰ ਇੱਜ਼ਤ ਹੀ ਖਤਮ ਹੋ ਗਈ, ਔਰ ਤੁਹਾਡਾ ਜਿਹੜਾ ਆਪਣੀ ਸ਼ਨਾਖਤ ਉਹ ਹੀ ਖਤਮ ਹੋ ਗਈ, everything is gone, ਫਿਰ ਤੁਹਾਡੇ ਪੱਲੇ ਕੱਖ ਨਹੀਂ ਰਹਿ ਗਿਆ। ਮਿਰਜ਼ਾਈ ਉਹ ਖੋ ਚੁੱਕੇ ਨੇ। ਮਿਰਜ਼ਾਈ ਆਪਣਾ ਵਾਰ ਵਪਾਰ ਇਤਬਾਰ ਖੋ ਚੁੱਕੇ ਨੇ। ਲਓ ਜੀ, ਇਹ ਥੱਲੇ ਵੜਾਇਆ ਚ ਆਇਆ ਜੇ, ਇਹ ਨਾ ਵਿਰਕ ਆਇਆ ਜੇ, ਤੇ ਮੈਂ ਤੁਹਾਨੂੰ ਇਹਦੀ ਆਡੀਓ ਸੁਣਾਉਣਾ ਵਾ, ਇਹ ਸੁਣਿਓ ਜਰਾ ਸਾਰੇ। ਇੱਕ ਵਾਰੀ ਸਾਰੇ ਮਾਈਕ ਖੋਲ ਕੇ ਦੱਸਿਓ ਵੀ ਤੁਸੀਂ ਮੌਜੂਦ ਹੋ ਉੱਤੇ ਫਰੰਟ ਸੀਟ ਤੇ ਸੁੱਤੇ ਹੋ? जी जी मौजूद। फ्रंट सीट पे सुते तो कोई नहीं है। जी जी हम सुन रहे हैं जी आपको। ਇਹ ਸੁਣਿਓ ਜੀ ਜ਼ਰਾ, ਇਹ ਵਿਰਕ ਜੇ ਜਿਹੜਾ ਕਹਿੰਦਾ ਹੈ ਕਿ ਇਹ ਸਾਡਾ ਭਰਾ ਏ, ਇਹ ਮਿਰਜ਼ਾਈ ਭਰਾ, ਇਹਦਾ ਕੀ ਪਿਆ ਕਰਦਾ ਜਿਹੜੇ ਆਪਣੀ ਬਰਾੜ ਦੇ ਉੱਤੇ ਲੱਗੇ ਨੇ ਨਾ ਗੁਸਤਾਖੀ ਦੀ ਗੱਲ ਕਰਨ। ਵਿਰਕ ਇਹ ਸੁਣ ਲਈ, ਆਪਣੀ ਆਵਾਜ਼ ਦੌੜੀ ਨਾ ਹੁਣ ਤੋਂ ਥੱਲਿਓ। ਮੈਂ ਕੋਈ ਐਸੀ ਗੱਲ ਨਹੀਂ ਮਹਿਸੂਸ ਕੀਤੀ ਜਿਹਦੇ ਤੁਸੀਂ ਬਾਇਸਨੈਸ ਕੀਤੀ ਹੋਵੇ ਕਿ ਤੁਸੀਂ ਜਿਹੜੇ ਨਾ ਉਹ ਸੁਨੀਆਂ ਦੀਆਂ ਦੂਜੇ ਗਰੁੱਪ ਦੀ ਜ਼ਿਆਦਾ ਸਾਈਡ ਲਈ ਹੋਵੇ ਤੇ ਮਰਜ਼ੀਆਂ ਦੀ ਨਾ ਲਈ ਹੋਵੇ, ਐਸੀ ਕੋਈ ਗੱਲ ਨਹੀਂ। ਇਹ ਨੇਚਰਲ ਹਿਊਮਨ ਨੇਚਰ ਹੈ ਕਿ ਉਹਨੂੰ ਇਹ ਮਹਿਸੂਸ ਹੁੰਦਾ ਹੈ, ਖਾਸ ਕਰਕੇ ਜਿਸ ਵੇਲੇ ਉਹਦੇ ਆਪਣੇ ਗਰੁੱਪ ਦਾ ਬੰਦਾ ਹੋਵੇ ਨਾ, ਉਹ ਥੋੜੀ ਜਿਹੀ ਨਿਊਟਰਲਨੈਸ ਵਹਾਵੇ ਤਾਂ ਉਹ ਗਰੁੱਪ ਨੂੰ ਮਹਿਸੂਸ ਹੋਣ ਲੱਗ ਪੈਂਦਾ ਕਿ ਯਾਰ ਇਹਨੇ ਬੜੀ ਸਾਈਡ ਲਈ ਉਹਦੀ। ਹਾਲਾਂਕਿ ਐਜ਼ ਅ ਨਿਊਟਰਲ ਜਿਹੜਾ ਮੈਂ ਐਕਸਪੀਰੀਅੰਸ ਕੀਤਾ ਨਾ, ਮੈਨੂੰ ਇਹ ਚੀਜ਼ ਨਹੀਂ। ਅੱਛਾ ਸਰ, ਜਜ਼ਾਕੱਲਾ। ਤੁਸੀਂ ਆ ਕੇ ਤੁਹਾਨੂੰ ਇਸ ਤਰ੍ਹਾਂ ਦੀ ਫੇਵਰ ਕਰਨ ਦੀ ਜ਼ਰੂਰਤ ਨਹੀਂ। ਜਜ਼ਾਕੱਲਾ ਤੁਸੀਂ ਕਿਹਾ, ਤੁਹਾਨੂੰ ਫੇਵਰ ਨਹੀਂ ਕੀਤੀ ਪਾਕਿਸਤਾਨ। ਨਹੀਂ ਉਹ ਤੁਸੀਂ ਫੇਵਰ ਦੀ ਗੱਲ ਨਹੀਂ, ਆਪਣੇ ਤੇ ਜਿਹੜੀ ਗੱਲ ਉਹਨਾਂ ਦੀ ਬਰਿਆਮ ਸਾਹਿਬ ਦੀ ਗੱਲ ਕਰ ਰਹੇ ਹੋ ਤੁਸੀਂ, ਮੈਂ ਤੁਸੀਂ ਉਹ ਵੀ ਗੱਲ ਬੜੀ ਗਲਤ ਕੀਤੀ, ਔਰ ਰਿਆਨ ਸਾਹਿਬ ਨੇ ਤੁਹਾਨੂੰ ਡੱਕਿਆ ਨਹੀਂ ਕਿ ਅਸੀਂ ਡਾਇਰੈਕਟ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੇ ਅਟੈਕ ਕਰਨੇ ਆ। ਬਿਲਕੁਲ ਗਲਤ ਗੱਲ ਤੁਸੀਂ। ਮੈਂ ਤੁਹਾਡੀ ਗੱਲ ਹੀ ਨਹੀਂ ਕੀਤੀ, ਮੈਂ ਰਾਣਾ ਸਾਹਿਬ ਦੀ ਕੀਤੀ। ਨਹੀਂ, ਰਾਣਾ ਸਾਹਿਬ ਵੀ ਸਾਡੇ ਵਿੱਚੋਂ ਹੀ ਨਹੀਂ। ਤੁਸੀਂ ਹਰ ਚੀਜ਼ ਚੁੱਕ ਕੇ ਆਪਣੇ ਤੇ ਕਿਉਂ ਲੈਂਦੇ ਹੋ ਕਿ ਅਸੀਂ ਡਾਇਰੈਕਟ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੇ ਅਟੈਕ ਕਰਨੇ ਆ। ਬਿਲਕੁਲ ਗਲਤ ਗੱਲ ਤੁਸੀਂ। ਮੈਂ ਤੁਹਾਡੀ ਗੱਲ ਹੀ ਨਹੀਂ ਕੀਤੀ, ਮੈਂ ਰਾਣਾ ਸਾਹਿਬ ਦੀ ਕੀਤੀ। ਨਹੀਂ, ਰਾਣਾ ਸਾਹਿਬ ਵੀ ਸਾਡੇ ਵਿੱਚੋਂ ਹੀ ਨਹੀਂ। ਤੁਸੀਂ ਹਰ ਚੀਜ਼ ਚੁੱਕ ਕੇ ਆਪਣੇ ਤੇ ਕਿਉਂ ਲੈਂਦੇ ਹੋ? ਮੈਂ ਦੱਸਦਾ ਮੈਂ ਤੇਰੇ ਕੀ ਲਿਖਿਆ ਸੀ, ਮੈਂ ਨੂੰ ਸੁਲਤਾਨ ਨੂੰ ਟੈਗ ਕਰਕੇ ਲਿਖਿਆ ਸੀ, ਸਿਆਲ ਝੰਗ ਵਾਲੇ ਨੂੰ, ਤੂੰ ਆਪਣਾ ਨਬੀ। ਇਹ ਹੁਣ ਸੁਣਨੀ ਹੈ ਗਾਲ ਵਿਰਕ, ਇਹ ਜਿਹੜੀ ਉਹ ਸਾਡੇ ਨਬੀ ਨੂੰ ਗਾਲ ਦਿੱਤੀ ਉਹਨੇ, ਵਿਰਕ ਇਹ ਸੁਣਨੀ ਹੋ ਜਿਹੜਾ ਮੈਂ ਕਹਿੰਦਾ ਕਿ ਰਾਣਾ ਵੀ ਸਾਡੇ ਚੋਂ ਹੈ, ਇਹਦੀ ਸੁਣਨੀ ਹੋ? WhatsApp ਤੇ ਸੈਂਡ ਕਰ ਦਿਆਂ, ਇੱਥੇ ਮੈਂ ਚਲਾਣਾ ਨਹੀਂ ਚਾਹੁੰਦਾ। ਮੇਰੇ ਨਬੀ ਉੱਤੇ ਉਹ ਕੁੱਤਾ ਭੌਂਕਿਆ, ਉਹ ਮੈਂ ਚਲਾਣਾ ਨਹੀਂ ਚਾਹੁੰਦਾ। ਤੁਸੀਂ ਕੋਈ ਕਿਸੇ ਕਿਸਮ ਦੀ ਤੁਹਾਡੀ ਕੋਈ ਕ੍ਰੈਡੀਬਿਲਿਟੀ ਰਹੀ ਨਹੀਂ ਹੈ। ਤੁਹਾਨੂੰ ਅਕਲ ਕਰਨੀ ਚਾਹੀਦੀ ਹੈ, ਤੁਹਾਨੂੰ ਜਾ ਕੇ ਆਪਣਾ ਅਲੱਗ ਨਾਂ ਰੱਖਣਾ, ਆਪਣਾ ਮਜ਼ਹਬ ਤੁਸੀਂ ਪੁੱਤਰ ਵੱਖਰਾ ਯਾਦ ਕਰਨਾ। ਤੁਹਾਡੀ ਕ੍ਰੈਡੀਬਿਲਿਟੀ ਖਤਮ ਹੋ ਚੁੱਕੀ ਹੈ। ਇਹ ਜਿਹੜਾ ਰਾਣਾ ਤੂੰ ਪਿਆਨਾ ਹੈ ਨਾ ਕਿ ਸਾਡੇ, ਉਹ ਵੀ ਸਾਡਾ ਹੀ ਭਰਾ ਹੈ, ਉਹਨੇ ਜਿਹੜੀ ਇਸ ਤੋਂ ਅੱਗੇ ਗਾਲ ਨਬੀ ਪਾਕ ਨੂੰ ਕੱਢੀ ਏ, ਉਹ ਮੈਂ ਤੁਹਾਨੂੰ WhatsApp ਤੇ ਸੈਂਡ ਕਰ ਸਕਦਾ, ਇੱਥੇ ਮੈਂ ਪਲੇ ਨਹੀਂ ਕਰ ਸਕਦਾ। ਤੂੰ ਪਿਆ ਕਹਿੰਦਾ ਸਾਡਾ ਭਰਾ ਹੈ। ਅਠਵਾਲ ਸਾਹਿਬ ਤੁਹਾਨੂੰ ਸੈਂਡ ਕਰ ਦੇਵਾਂ, ਉੱਤੇ ਆਓ ਜ਼ਰਾ, ਤੁਹਾਨੂੰ WhatsApp ਤੇ ਸੈਂਡ ਕਰ ਦੇਵਾਂ ਮੈਂ। ਇਹ ਤੁਹਾਡੇ ਭਰਾ ਨੇ, ਇਹ ਤੁਹਾਡਾ ਅਹਿਮਦੀ ਭਰਾ ਹੈ ਰਾਣਾ ਸਾਹਿਬ, ਆਪਣਾ ਅਠਵਾਲ ਸਾਹਿਬ। ਰਾਣਾ ਸਾਹਿਬ ਤੁਹਾਡਾ ਅਹਿਮਦੀ ਭਰਾ ਹੈ, ਜਿਹਦਾ ਇਹ ਅਹਿਮਦੀ ਭਰਾ ਹੈ ਨਾ, ਇੱਕ ਵਾਰੀ ਹੱਥ ਖੜਾ ਕਰੋ, ਮੈਂ ਉਹਨੂੰ WhatsApp ਤੇ ਸੈਂਡ ਕਰਾਂ, ਤੇ ਜਾ ਕੇ ਤੇ ਛੂਣੇ 'ਚ ਪਾਣੀ ਪਾ ਕੇ ਤੇ ਡੁੱਬ ਕੇ ਮਰ ਜਾਓ। ਤੁਸੀਂ ਮੁਸਲਮਾਨਾਂ ਦੇ ਉੱਤੇ ਗੱਲ ਕਰਨੀ ਹੈ ਕਿ ਫਲਾਣੇ ਮੁਸਲਮਾਨ ਨੇ ਸ਼ਾਤਮੀਅਤ ਕੀਤੀ, ਫਲਾਣੇ ਮੁਸਲਮਾਨ ਨੇ ਸ਼ਾਤਮੀਅਤ ਕੀਤੀ। ਤੁਹਾਡੀ ਕੋਈ ਕ੍ਰੈਡੀਬਿਲਿਟੀ ਰਹੀ ਨਹੀਂ ਹੈ ਅਠਵਾਲ ਸਾਹਿਬ। ਮੈਂ ਤੁਹਾਨੂੰ WhatsApp ਤੇ ਸੈਂਡ ਕਰ ਦੇਣਾ, ਲੋ ਮੈਂ ਤੁਹਾਨੂੰ ਸੈਂਡ ਕਰ ਦੇਣਾ। ਅਸਤਗਫਿਰੁल्लाह ਅਸਤਗਫਿਰੁल्लाह। ਇਹ ਆਈ ਜੀ ਅਠਵਾਲ ਸਾਹਿਬ, ਅਸਤਗਫਿਰੁल्लाह। ਇਹ ਤੁਹਾਡੇ ਭਰਾ ਸਰ ਗਾਲਾਂ ਪੇ ਕੱਢਦੇ ਨੇ ਜਮਾਤੇ ਅਹਿਮਦੀਆ ਦੇ ਲੋਕ, ਤੇ ਇਹ ਤੁਹਾਡੇ ਜਮਾਤ ਵੇਖ ਲਓ, ਚੈੱਕ ਕਰ ਲਓ ਅਠਵਾਲ ਸਾਹਿਬ, ਆ ਗਈ ਜੀ WhatsApp ਤੇ। ਤੁਹਾਡਾ WhatsApp ਆਫ ਹੈ ਜਾਂ ਨੈਟ ਆਫ ਹੈ, ਚੈੱਕ ਕਰ ਲਓ, ਇਧਰੋਂ ਸੈਂਡ ਹੋ ਗਈ। ਹਾਂਜੀ, ਤੁਹਾਡਾ ਫੇਵਰੇਟ ਤੇ ਵਿਰਕ ਦਾ ਵੀ ਸੱਕਾ ਭਰਾ ਹੈ, ਤੁਹਾਡਾ ਵੀ ਫੇਵਰੇਟ ਹੈ ਤੇ ਵਿਰਕ ਦਾ ਵੀ ਸੱਕਾ ਭਰਾ ਹੈ। ਤੇ ਇਹ ਤੁਸੀਂ ਇਹਦੀ ਗਾਲ ਆਪਣੀ ਬਰਾੜ ਤੇ ਜਾ ਕੇ ਚਲਾ ਕੇ ਲੋਕਾਂ ਨੂੰ ਤੇ ਫਖਰ ਮਹਿਸੂਸ ਕਰੋ ਤੇ ਆਖੋ ਵੀ ਇਹ ਸਾਡੇ ਭਰਾ ਨੇ ਨਬੀ ਪਾਕ ਨੂੰ ਗਾਲ ਦਿੱਤੀ ਹੈ ਔਰ ਸਾਨੂੰ ਇਹਦੇ ਤੇ ਫਖਰ ਹੈ।
ਅੱਛਾ ਮੈਂ ਸਿਰਫ ਦੁਆ ਕਰਾਂ, ਇਹ ਮੈਂ ਤੈਨੂੰ ਪੁੱਛ ਕੇ ਵਿਰਕ ਮੈਂ ਕੰਮ ਕਰਨਾ ਹੈ ਕਿ ਮੈਂ ਦੁਆ ਕਰਨੀ ਹੈ ਕਿ ਮੈਂ ਚਤਰੋਲ ਕਰਨੀ ਹੈ ਤੁਹਾਡੀ ਕਿ ਲੋਕਾਂ ਦੇ ਸਾਹਮਣੇ ਤੁਹਾਨੂੰ ਨੰਗਿਆਂ ਕਰਕੇ ਤੇ ਖਿਲਾਰਨਾ ਹੈ? ਇਹ ਮੈਂ ਤੇਰੀ ਇਜਾਜ਼ਤ ਨਾਲ ਅੱਗੇ ਮੈਂ 20-25 ਸਾਲ ਜ਼ਿੰਦਗੀ ਗੁਜ਼ਾਰੀ ਪਿਛਲੀ, ਤੂੰ ਹੁਣ ਵੀ ਜਿਸ ਤਰ੍ਹਾਂ ਤੂੰ ਕਹਿਣਾ ਉਂਝ ਮੈਂ ਕਰ ਲੈਣਾ ਯਾਰ। ਕਹਿੰਦਾ ਜੇ ਤੂੰ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਵਾਸਤੇ ਕੋਈ ਫੀਲਿੰਗ ਰੱਖਣਾ ਹੈ ਤੇ ਸਾਡੇ ਵਾਸਤੇ ਸਿਰਫ ਦੁਆ ਕਰ। ਬਈ ਇਹ ਤੇ ਮੇਰਾ ਫੈਸਲਾ ਹੈ ਨਾ, ਤੂੰ ਮੈਨੂੰ ਤੇ ਨਾ ਡਿਕਟੇਸ਼ਨ ਦੇ ਵੀ ਮੈਂ ਦੁਆ ਕਰਨੀ ਹੈ ਕਿ ਦਵਾ ਕਰਨੀ ਹੈ। ਮੈਂ ਵਿਰਕ ਜਾਗਰ ਬੂਟ ਮੇਰੇ ਪੈਰੀ ਹੁੰਦੇ ਸਨ ਤੇ ਮੈਂ ਮੱਝ ਦੇ ਪੈਰ ਜੁੱਟਿਓਂ ਬਗੈਰ ਨਾ ਸੂਈਆਂ ਮਿਰਚਾਂ ਤੇ ਤੇਲ ਵਾਲਾ ਨਲਾ ਜਿਹੜਾ ਨਾ ਮੱਝ ਦੇ ਮੂੰਹ ਦੇ ਵਿੱਚ ਧੁੰਦਾ ਸੀ। ਬਾਕੀ ਬੰਦੇ ਮੱਝਾਂ ਦੀਆਂ ਲੱਤਾਂ ਜੁੱਟ ਕੇ ਤੇ ਮੈਂ ਉਹਨੂੰ ਉਹਦੀ ਧੌਣ ਜਿਹੜੀ ਡਿੰਗੀ ਕਰਕੇ ਉਹਦੇ ਮੂੰਹ ਦੇ ਵਿੱਚ ਧੁੰਨ ਦਿੰਦਾ ਸੀ। ਮੈਂ ਇਹ ਨਲਾ ਦੇਣ ਦਾ ਆਦੀ ਹਾਂ ਮੇਰਾ ਭਰਾ। ਇਹ ਨਲਾ ਤੁਹਾਡੇ ਅੰਦਰ ਮਿਰਚਾਂ ਵਾਲਾ ਦੇ ਕੇ ਨਾ ਤੇ ਇਹ ਚੀਕਾਂ ਜਿਹੜੀਆਂ ਉੱਥੇ ਮਾਰਦੇ ਹੋ ਨਾ ਫਿਰ ਸਾਰੀ ਰਾਤ ਦੀਆਂ, ਇਹ ਉਸ ਨਲੇ ਦਾ ਅਚੀਵਮੈਂਟ ਹੀ। ਨਥਿੰਗ ਵੋਂਟ ਬੀ ਦੈਟ ਵੋਂਟ ਅਚੀਵ ਐਨੀਥਿੰਗ। ਉਹ ਬਾਈ ਅਚੀਵਮੈਂਟ ਜਿਹੜੀ ਹੈ ਮੈਂ ਦੁਨੀਆ ਦੀ ਮੈਨੂੰ ਕੋਈ ਅਚੀਵਮੈਂਟ ਚਾਹੀਦੀ ਨਾ, ਮੇਰਾ ਮਦਰਸਾ ਹੈ ਨਾ ਮੇਰਾ ਕੋਈ ਉਹ ਕੋਈ ਪਰਚੀ ਹੈ ਚੰਦੇ ਵਾਲੀ, ਹਾਂਜੀ ਨਾ ਮੇਰੀ ਕੋਈ ਬੈਤ ਫਾਰਮ ਹੈ। ਮੈਂ ਕੀ ਅਚੀਵ ਕਰਨਾ ਹੈ? ਮੈਂ ਜੋ ਮੇਰੀ ਅਚੀਵਮੈਂਟ ਹੈ ਨਾ ਮੈਂ ਉਹ ਹੀ ਅਚੀਵ ਕਰਨੀ ਜਿਹੜੀ ਕਿਆਮਤ ਵਾਲੇ ਦਿਨ ਨਬੀ ਪਾਕ ਦੇ ਹੌਜ਼ੇ ਕੌਸਰ ਤੇ ਮੈਨੂੰ ਅਚੀਵਮੈਂਟ ਚਾਹੀਦੀ। ਇੱਥੇ ਮੈਨੂੰ ਤੁਹਾਡੇ ਕੋਲ ਕੁਝ ਵੀ ਅਚੀਵਮੈਂਟ ਨਹੀਂ ਚਾਹੀਦੀ, ਇਹਨਾਂ ਕੋਲ ਵੀ ਕੁਝ ਨਹੀਂ ਚਾਹੀਦੀ। ਇਹ ਮਲਕ ਇਮਰਾਨ ਕਾਲ ਜਾ ਕੇ ਫਿਰ ਅਸਕਾਨੀ ਦੇ ਨਾਲ ਬੈਠਿਆ, ਇਹਨਾਂ ਕੋਲ ਵੀ ਕੁਝ ਨਹੀਂ ਚਾਹੀਦਾ ਮੈਨੂੰ। आमिर भाई में कोई ना बैठा होता, अल्लाह दे मैनू अल्लाह दे अर्श दा साया चाहिदा है ते प्यारे नबी सल्लल्लाहु अलैहि वसल्लम दे हौज़े कौसर तो पानी दा प्याला चाहिदा बस। मैनू केड़ी अचीवमेंट मेरी होनी चाहिदी? एक ਤੁਹਾਡੇ ਤੁਹਾਨੂੰ ਗੱਲ ਦੱਸ ਦੇਵਾਂ ਜਿਹੜੀ ਹੈ ਨਾ ਯੂਜ਼ਰ ਨਾਮ ਦੀ ਆਈਡੀ ਇਹ ਅਫਜ਼ਲ ਵੜੈਚ ਹੈ। अच्छा ठीक है। हाँ जी, मैं ये थोड़ी जी गल करनी है। अस्सलाम वालेकुम सब दोस्तों ने। अस्सलाम वालेकुम भाई, मैं काफी देर से बैठा हूँ, 2 सवाल करना चाह रहा हूँ। भाई रुक जा, मेरा सवाल नहीं है ना, आपका सवाल होगा लंबा होगा। अच्छा यार, अभी थोड़ी देर पहले आप लोग बात कर रहे थे आमिर साहब, आपने भी तायद की थी और मेरे ख्याल में ये 313 साहब ने बात की। वो हवाला मैं पढ़ना चाहता हूँ। वो कहाँ का है? किसी मुखालिफ के का बयान है? वो उनकी लिटरेचर से या हमारे लिटरेचर से है कि मिर्जा साहब की मैयत जब रखी थी तो बर्फ थी और बर्फ को किसी ने पिया या उसका गोला कटा, जो भी इस तरह का। हाँ हाँ, ये सीरतुल महदी से हमारे लिटरेचर में आएगी। आपके लिटरेचर दो बला जरा पढ़े, ਬੜਾ ਮਸ਼ਹੂਰ ਤੁਸੀਂ ਉਹਦੇ ਤੇ ਵੀਡੀਓ ਬਣਾ ਕੇ ਤੇ ਤੁਸੀਂ ਕਹਿਣਾ ਹੈ ਕਿ ਇਹ ਹੋਣੀ ਚਾਹੀਦੀ ਕੀਦਤ, ਇਹ ਮੁਹੱਬਤ ਦਾ ਨਿਜ਼ਾਮ ਹੋਣਾ ਚਾਹੀਦਾ ਹੈ। ਤੁਸੀਂ ਵੀਡੀਓ ਬਣਾਓਗੇ ਤੇ ਮੈਨੂੰ ਪਤਾ ਪੈ ਲੱਗਦਾ ਤੁਹਾਡਾ। ਓ ਭਾਈ ਮੇਰੇ ਨਾ ਤੁਸੀਂ ਵੀਡੀਓ ਜੇ ਤਕਲੰਦਾਜ਼ੀ ਕਰੋ, ਤੁਸੀਂ ਵੀਡੀਓ ਬਣਾਓਗੇ ਤੇ ਤੁਸੀਂ ਆਖੋਗੇ ਦੇਖੋ ਇੱਕ ਮੁਖਲਸ ਅਹਿਮਦੀ। मैं नहीं देखना यार, ये फजूल बातें नहीं करो, मेरी वीडियो की बात कर रहे हो। एक मुखलस मैं वीडियो नहीं बना मोहब्बत के जोश में आकर हजरत मसीह मऊद की लाश से लगा हुआ पानी नुचड़ कर नीचे आता हुआ बुक भर भर के पिया। अगर ये है तो बिल्कुल ठीक है, अगर ऐसा हुआ है तो बिल्कुल ठीक किया उसने, बिल्कुल ठीक किया। कीदत ऐसी होनी चाहिए अगर ऐसा हुआ है। पहले मैंने पढ़ना है, वो मुझे देना जरा, आपको पता कहाँ करके दे देने हैं। मैं क्या तुसी ओदे ते वीडियो बनाओगे, मैं तो एडवांस पेश कोई कर देना, आखो बनाएंगे। हाँ मैं बनाऊंगा। और अकीदत सही है, वो बिल्कुल सही किया उसने, बिल्कुल ठीक किया है, उसमें कोई उसने गलत काम नहीं किया। गल मुकी, उसने कोई गलत काम नहीं किया। देख लो साडी गल। लो जी ट्रू मुस्लिम साहब तुसी सवाल एक मिनट ट्रू मुस्लिम साहब तुसी इन्हां नाल सवाल कर लो, मैं इन्हां नूं हवाला ढूंढ दवां। जी बाबर हुसैन साहब, एक सवाल पूछना आपसे। आवाज चलेगी सी, मैं क्या मैंने भिजवा देंदे हो फिर? बाबर हुसैन साहब सवाल ट्रू मुस्लिम दा। हाँ जी, एक सवाल पूछना है आपसे। अच्छा पूछ ले। अच्छा, सवाल ये है कि अगर कोई शख्स मर्द बीमार हो, उसको कोई बीमारी हो, उसकी जो मर्दाना ताकत है ख़त्म हो चुकी हो, वो खुद इकरार करे,
तो क्या ऐसे शख्स को ज़ेब देता है कि वो शादी करे, किसी औरत की ज़िंदगी ख़राब करे? वो खुद शादी से पहले एक्सेप्ट भी कर रहा है कि मेरे पास ये ताकत नहीं है, मैं नामुराद हो चुका हूँ। समझ गए आप? तो क्या ऐसे शख्स के लिए ये बात सूटेबल है कि वो किसी की औरत की ज़िंदगी ख़राब करे, उससे शादी करे? आप बता सकते हैं थोड़ा? नहीं, मैं तो एक्सपर्ट नहीं हूँ इस मामले का कि उनको उसको क्या करना चाहिए और वो किस हद तक उसका मर्ज है। क्या वो मर्ज इलाज के काबिल है या वो मर्ज इस हद तक बढ़ चुका है कि उसका इलाज मुमकिन नहीं। मैं एक्सपर्ट नहीं हूँ। मेरे ख्याल में किसी स्पेशलिस्ट से, किसी डॉक्टर से आप सवाल करें, वो इसका जवाब दे पाएगा भाई। जज़ाकल्लाह। मैंने भिजवा दियो फिर आमिर साहब। ਉਹ ਸਰ ਹਵਾਲਾ ਬਹੁਤ ਲੰਬਾ ਹੈ, ਮੈਂ ਕਿੱਥੋਂ ਮੈਨੂੰ ਕਿੱਥੋਂ ਅੰਦਾਜ਼ਾ ਭਿਜਵਾਵਾਂ? ਦੱਸ ਦਿਓ ਕਿਤੇ ਕਰਕੇ ਆ, ਮੈਂ ਵੇਖ ਲੈਣਾ ਵਾ, ਜਾਂ ਕੋਈ ਅਲਫਾਜ਼ ਦੱਸ ਦਿਓ। ਕਿਸੇ ਹੋਰ ਹਾਂਜੀ ਦੋਸਤ ਕੋਲ ਹੈ ਅਗਰ ਤੇ ਹਾਂਜੀ ਹਾਂਜੀ ਮੈਂ ਦੱਸਣਾ ਉਹ ਤੁਸੀਂ ਸਿਰਤੁਲ ਮਹਿਦੀ ਖੋਲਦੇ ਹੋ ਨਾ ਜਦੋਂ ਆਨਲਾਈਨ, ਇੱਕ ਮਿੰਟ ਓ ਹੈਲੋ ਜਲਦੀ ਨਹੀਂ ਕਰੀਦੀ ਹੈ ਗੁਜਰੋ। ਮੱਝਾਂ ਦਾ ਦੁੱਧ ਪੀ ਕੇ ਠੰਡੇ ਹੋਵੀਦਾ, ਜਜ਼ਬਾਤੀ ਨਹੀਂ ਹੋਵੀਦਾ, ਇਹੋ ਜਿਹੀਆਂ ਗੱਲਾਂ ਨਹੀਂ ਦੱਸੀਦੀਆਂ। ਲੋ ਜੀ ਅਲੀਮ ਸਾਹਿਬ, ਇਹ 422 ਸਫਾ ਸਿਰਤੁਲ ਮਹਿਦੀ ਤਤਿਮਾ ਦੂਸਰੀ ਜਿਲਦ ਦਾ, ਉਹਦੇ ਤੇ ਲਿਖਿਆ ਹੈ कि आपके हजरत साहब की लाश मुबारक के गुस्ल में हस्बे झेल दोस्त शरीक थे डॉक्टर नूर मोहम्मद साहब की, मोहम्मद सैन साहब कुरैशी, मियाँ शादी खान साहब, मरहूम मीर मेहंदी सैन साहब और खाकसर राकमल हरूफ अब्दुर्रहमान कादियानी। गुस्ल वगैरह से फारिग होकर जनाजा अंदरूनी सीढ़ियों के रास्ते इस मकान के निचले हिस्से में ले जाया गया, जहाँ हाजी अल हरमैन हजरत मौलवी नूरदीन साहब ने मौजूदुल वक्त दोस्तों समेत नमाज जनाजा अदा की। उस वक्त भी इस कदर हजूम था कि डॉक्टर साहब के मकान का निचला हिस्सा अंदर बाहर बिल्कुल भर गया था, बल्कि एक हिस्सा दोस्तों का कूचे में खड़ा था गली में, और ऐसा मालूम होता था कि बाद शरीफ गैर अहमदी लोग भी नमाज जनाजा में शरीक थे। चुनांचे खलीफा रजबुद्दीन साहब का ये ऐलान कि आओ लोगो हजरत का चेहरा मुबारक देखकर तसल्ली कर लो, कैसा नूरानी, कितना रोशन, किस कदर पाक सूरत है। जिनको शुबा हो वो अपना शक अभी निकाल लें, पीछे बातें बनाना फजूल होगा वगैरह वगैरह। ਇਹ ਸਾਰੀਆਂ ਗੱਲਾਂ ਉੱਥੇ ਲਿਖੀਆਂ ਨੇ। ਮੂੰਹ ਆ ਕੇ ਹੁਣ ਵੇਖ ਲਿਓ, ਬਾਅਦ ਚ ਨਾ ਗੱਲਾਂ ਕਰਿਓ ਮੂੰਹ ਡਿੰਗਾ ਹੋ ਗਿਆ ਸੀ। ਨਹੀਂ ਮੈਨੂੰ ਮੈਨੂੰ ਸਿਰਫ ਦੱਸੋ ਕਿ ਇਹਦਾ ਹਾਂ ਅੱਗੇ ਆ ਰਿਹਾ ਰੈਫਰੈਂਸ ਤੇ ਬਸ ਇੰਨੀ ਗੱਲ ਹੀ ਜਿਹੜੀ ਪੜ੍ਹੀ ਲਿਖੀ ਉਥੋਂ ਪੜ੍ਹ ਦਿਓ ਬਸ। सर पढ़न लगा ना, और अच्छा सिर्फ उतना ही पढ़ा? हाँ जी, जो वो अल्फाज है मैं वो देखना चाहता हूँ। 423 सफा फिर खोलो, आखिरी पैरा लिखे है कि मिर्जा साहब का जिस्म एक लकड़ी के ताबूत में था, जिसके अंदर काफी तादाद बर्फ की भरी थी, और वो पिघल कर पानी के कतरों की शक्ल में ताबूत में से गिरती थी। सैयद अहमद नूर साहब काबली जो कादियान से बटाले पहुंचे थे, वो फूर मोहब्बत में बेताब गाड़ी के अंदर ही ताबूत से जा लिपटे। वो कादियान तो आए सन ना, उत्थे खबर पहुंच गई सी ना पहले, तो बटाले स्टेशन ते आ गए, आमदे ही गड्डी दे अंदर, माल गड्डी दे अंदर जिथे लाश पई सी, ताबूत से जा लिपटे। यहाँ तक बढ़े कि ताबूत से गिरने वाले कतरात हाथ में ले लेकर पीते रहे। ठीक होगी गल, आ गई गल विच, ठीक है। मैं सिर्फ ਇਹ ਦੇਖਣਾ ਚਾਹ ਰਿਹਾ ਸੀ ਕਿ ਗੱਲ ਹੈ ਜਾਂ ਤੁਸੀਂ ਆਪਣੇ ਕੋਲੋਂ ਕਰ ਰਹੇ ਹੋ। नहीं यार लीम साहब ਅਸੀਂ ਕਦੇ ਹੁਣ ਤੁਸੀਂ ਠੀਕ ਹੁਣ ਫਤਵਾ ਲੈ ਲਓ ਲੀਮ ਸਾਹਿਬ ਦਾ ਜੀ, ਸ਼ਿਰਕ ਦੇ ਜ਼ਮਰੇ ਦੇ ਅੰਦਰ ਆਉਂਦਾ ਜਾਂ ਨਹੀਂ? नहीं ਇਹ ਤਾਂ ਕੀ ਦੇ ਤੇ ਨਹੀਂ ਆਉਂਦਾ। ਬਿਲਕੁਲ ਸ਼ਰੀਕ ਉਹਨਾਂ ਨੇ ਜੋ ਕੀਤਾ ਹੈ ਉਹ ਬਿਲਕੁਲ ਠੀਕ ਕੀਤਾ, ਔਰ ਅਕੀਦਤ ਦੇ ਨਾਲ ਇਹਦੇ ਤੇ ਵੀਡੀਓ ਬਣੇਗੀ, ਇਸ ਪਰ ਵੀਡੀਓ ਬਣਨੀ चाहिए। ਬਿਲकुल ਜਾਇਜ਼ ਹੈ, ਕੋਈ ਬੁਰੀ ਗੱਲ ਨਹੀਂ ਹੈ। ਮੇਰਾ ਫਤਵਾ ਇਹ ਹੁਣੀ ਲੈ ਲਓ ਤੁਸੀਂ। मैं क्या वीडियो बनेगी ना अली? ਨਹੀਂ ਮੈਂ ਵੀਡੀਓ ਸ਼ਾਇਦ ਬਣਾਵਾਂ ਜਾਂ ਨਾ ਬਣਾਵਾਂ, ਲੇਕਿਨ ਮੈਂ ਦੇ ਹੱਥ ਦੇ ਵਿੱਚ ਆ, ਮੈਨੂੰ ਕੋਈ ਬੁਰਾਈ ਨਜ਼ਰ ਨਹੀਂ ਆ ਰਹੀ। ਅੱਛਾ ਵੈਸੇ ਬਣਦੀ ਵੀਡੀਓ ਦੇ ਤੇ ਫਿਰ ਇਹ ਇਸ ਤਰ੍ਹਾਂ ਕਹਿਣਾ ਜਾਇਜ਼ ਨਹੀਂ ਸੀ ਨਾ? ਨਹੀਂ ਮੈਂ ਤੇ ਇਹਨੂੰ ਮੰਨਣਾ ਬਿਲਕੁਲ ਇਸ ਤਰ੍ਹਾਂ ਉਹ ਇੱਕ ਸਾਬੀ ਨੇ ਅਗਰ ਕੀਤਾ ਔਰ ਉਹ ਉਥੇ ਹਜ਼ਰਤ ਮਿਰਜ਼ਾ ਬਸ਼ੀਰ ਅਹਿਮਦ ਐਮਏ ਸਾਹਿਬ ਨੇ ਉਹਨੂੰ ਤਹਿਰੀਰ ਕੀਤਾ ਔਰ ਖਲੀਫਤੁਲ ਮਸੀਹ ਸਾਨੀ ਖਲੀਫਤੁਲ ਮਸੀਹ ਅਵਲ ਦੀ ਮੌਜੂਦਗੀ ਚ ਹੋਇਆ, ਔਰ ਉਹਨਾਂ ਨੇ ਬੁਰਾ ਨਹੀਂ ਮਨਾਇਆ, ਬਿਲਕੁਲ ਠੀਕ ਗੱਲ ਹੈ, ਬਿਲਕੁਲ ਜਾਇਜ਼ ਹੈ। ਤੁਹਾਨੂੰ ਅਗਰ ਤੁਸੀਂ ਨਹੀਂ ਬੁਰਾ ਮਨਾਣਾ, ਉਲਟੀ ਵੀ ਆਵੇ ਤੇ ਰੋਕ ਲੈਣੀ, ਮੈਂ ਕਹ ਤੋ ਰੋਕ ਲੈਣੀ, ਅਗਰ ਉਲਟੀ ਵੀ ਆਵੇ ਤੇ ਰੋਕ ਲੈਣੀ, ਬੁਰਾ ਨਹੀਂ ਮਨਾਣਾ। ਮੇਰੀ ਜਾਂ ਕਿਸੇ ਦੀ ਕੀ ਔਕਾਤ ਹੈ ਜਿਹੜਾ ਇਹਨੂੰ ਕੋਈ ਬੁਰਾ ਕਹੇ? ਕੋਈ ਹੈ ਕੋਈ ਅਹਿਮਦੀ ਬੁਰਾ ਕਹਿ ਸਕਦਾ? ਜਾਂ ਮੈਂ ਮੇਰੀ ਜੁਰਤ ਹੈ ਮੈਂ ਬੁਰਾ ਕਹਾਂ?
ਜਦੋਂ ਮਿਰਜ਼ਾ ਬਸ਼ੀਰ ਅਹਿਮਦ ਅਹਿਮਦ ਕਮਰੁਲ ਅੰਬੀਆ ਨੇ ਇਹਨੂੰ ਲਿਖਿਆ ਅਕੀਦਤ ਦੇ ਵਿੱਚ, ਔਰ ਇਹਨੂੰ ਬੁਰਾ ਨਹੀਂ ਲਿਖਿਆ, ਅਗਰ ਬੁਰਾ ਨਹੀਂ ਲਿਖਿਆ ਤੇ ਬਿਲਕੁਲ ਠੀਕ ਹੈ ਭਾਈ, ਉਹ ਜਿੰਨੇ ਬਿਲਕੁਲ ਠੀਕ ਬਰੇਲਵੀ ਹੈ। ਹਜ਼ਰਤ ਅੱਛਾ ਇਹਨਾਂ ਦਿਓ ਜ਼ਰਾ ਮੈਨੂੰ ਇੱਕ ਰੈਫਰੈਂਸ ਕੀ ਹੈ, ਇੱਕ ਮਿੰਟ 423 ਸਫਾ ਹਾਂਜੀ ਦੂਸਰੀ ਜਿਲਦ ਦੇ 423 ਸਫੇ ਜਿਲਦੋਮ ਤੇ ਰਵਾਇਤ ਨੰਬਰ ਕੀ ਹੈ? ਰਵਾਇਤ ਬੜੀ ਲੰਬੀ ਹੈ, ਇੱਕ ਮਿੰਟ ਮੈਂ ਨੰਬਰ ਚੈੱਕ ਕਰ ਲੈਂਦੇ ਉਹਦਾ ਨੰਬਰ, ਕਿਉਂਕਿ ਕਈ ਸਫਿਆਂ ਤੇ ਫੈਲੀ ਹੈ ਨਾ ਇਹ ਰਵਾਇਤ, ਜਿਹੜੀ ਬਹੁਤ ਲੰਬੀ ਹੈ। ਉਹ ਸਫੇ ਕਈ ਅੱਗੇ ਪਿੱਛੇ ਹੋ ਜਾਂਦੇ ਨੇ ਨਾ ਪੁਰਾਣੇ ਤੇ ਨਵੇਂ ਐਡੀਸ਼ਨ ਦੇ। ਆਖਰੀ ਰਵਾਇਤ ਹੈ, ਆਖਰੀ, ਇਹਦੇ ਤੇ ਨੰਬਰ ਹੈ ਹੀ ਨਹੀਂ। ਚਲੋ ਠੀਕ ਹੋ ਗਿਆ, ਮੈਂ ਲੱਭ ਲੈਣਾ। 423 ਸਫੇ ਤੇ ਜਾਓਗੇ ਤੇ ਆਖਰ ਤੇ ਖਤਮ ਹੋ ਗਈ, ਮਤਲਬ 3-4 ਸਫੇ ਬਾਅਦ ਇਹ ਖਤਮ ਹੋ ਜਾਂਦੀ ਦੂਸਰੀ ਜਿਲਦ ਉੱਥੇ। ਚਲੋ ਠੀਕ ਹੋ ਗਿਆ, ਫਿਰ ਆ ਗਿਆ, ਬਹੁਤ ਸ਼ੁਕਰੀਆ ਜੀ, ਥੈਂਕ ਯੂ। ਇਹ भी थले लिखे है कि तहरीर हाजा 1938-39 की है, जो साहबजादा हजरत मिर्ज़ा बशीर अहमद साहब कमरुल अंबिया की तहरीक पर खाकसार ने लिखी है। ये अब्दुर्रहमान जिहड़ा सी ना, ये पहले सिख सी, ते ये अब्दुर्रहमान कादियानी मौलवी अब्दुर्रहमान इन्हें लिखी सी। एक ही पाकिस्तान विरक साहब की कह रहे ने थले, ਵਿਰਕ ਸਾਹਿਬ ਨੂੰ ਕੀ ਪ੍ਰੋਬਲਮ ਹੈ? ਵਿਰਕ ਸਾਹਿਬ ਮੈਂ ਘੱਲ ਦਿੱਤੀ ਉਹਨਾਂ ਨੂੰ ਜਾ ਕੇ ਨਾ, ਅਠਵਾਲ ਸਾਹਿਬ ਦੀ ਉਹਨਾਂ ਦੀ ਪਹੁੰਚ ਗਈ ਤੇ ਉਹਨਾਂ ਵੇਖ ਵੀ ਲਈ ਵੀਡੀਓ, ਜਾ ਕੇ ਆਪਣੀ ਬਰਾੜ ਤੇ ਚਲਾ ਕੇ ਫਖਰ ਕਰੋ ਕਿ ਸਾਡੇ ਅਹਿਮਦੀ ਭਰਾ ਨੇ ਇਹ ਜੇ ਰਸੂਲੁੱਲਾਹ ਨੂੰ ਗਾਲ ਕੱਢੀ। ਜਾਓ 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 ਉੱਥੇ ਬਰਾੜ ਤੇ ਜਾ ਕੇ ਚਲਾਓ, ਮੈਂ ਘੱਲ ਦਿੱਤੀ ਹੈ ਤਾਹਿਰ 139 ਨੂੰ। ਅਠਵਾਲ ਸਾਹਿਬ ਹੈ ਨਾ ਥੱਲੇ ਕਹਿ ਰਹੇ ਨੇ ਕਿ ਡੂ ਯੂ ਥਿੰਕ ਹੀ ਵਿਲ ਬੀ ਸਪੀਕ ਐਵਰ ਟਰੂਥ? ਉਹ ਸਭ ਪੁੱਛਦੇ ਸਨ ਨਾ ਕਿ ਵਾਕਈ ਹੈ ਵੇ ਵਾਲਾ ਜਾਂ ਨਹੀਂ, ਤੇ ਉਹਨਾਂ ਨੂੰ ਇਹ ਵੀ ਸ਼ੱਕ ਹੈ ਕਿ ਪਤਾ ਨਹੀਂ ਇਹ ਲਫ਼ਜ਼ ਬਦਲਵਾਣਾ ਪੜੇ, ਠੀਕ ਹੈ ਨਾ। ਤੇ ਗੋਲੇ ਬੰਦੇ ਬਣਾ ਕੇ ਤੈਨੂੰ ਚੁੱਪਦਾ ਰਿਹਾ ਬੰਦਾ, ਤੇ ਕਹ ਰਿਹਾ ਸ਼ਿਰਕ ਦੇ ਅੰਦਰ ਥੋੜੀ ਹੁੰਦਾ, ਇਸ ਤੋਂ ਵੱਡਾ ਤਾਂ ਸ਼ਿਰਕ ਹੈ ਹੀ ਨਹੀਂ ਦੁਨੀਆ ਤੇ। ਗੋਲੇ ਗੰਡੇ ਵਾਲਾ ਕਿੰਨਾ ਭਾਈ ਜਾਨ ਮੈਂ ਬੋਲ ਸਕਦਾ ਹੂੰ ਜੀ? बोलना है, मैं कह रहा जिले बरेली भाई बैठे ने, अहले सुन्नत No MD could ever do that। ਜੇ MD ਨੇ ਉਹ MD ਹੈ ਜਿਹਦੀ ਆਵਾਜ਼ ਤੁਸੀਂ ਸੁਣ ਲਓ, ਤੁਹਾਡੇ ਸਾਹਮਣੇ ਬਹਿ ਕੇ ਕਹਿ ਰਿਹਾ ਹੈ ਕਿ ਮੈਂ ਨਬੀ ਪਾਕ ਦੇ ਬਾਰੇ ਇਹ ਬਕਵਾਸ ਕੀਤੀ, ਤੇ ਤੁਸੀਂ ਕਹਿ ਰਹੇ ਹੋ ਤੁਹਾਡੀ ਆਵਾਜ਼ ਹੈ ਵਿਰਕ ਸਾਹਿਬ ਕਿ ਇਹ ਮੇਰਾ ਭਰਾ ਹੈ। ਇਹ ਸੁਣ ਲਓ। ਬੜੀ ਸਾਈਡ ਲਈ ਉਹਦੀ, ਹਾਲਾਂਕਿ ਐਜ਼ ਅ ਨਿਊਟਰਲ ਜਿਹੜਾ ਮੈਂ ਐਕਸਪੀਰੀਅੰਸ ਕੀਤਾ ਨਾ, ਮੈਨੂੰ ਇਹ ਚੀਜ਼ ਨਹੀਂ। ਅੱਛਾ ਸਰ, ਜਜ਼ਾਕੱਲਾ, ਤੁਸੀਂ ਆ ਕੇ ਤੁਹਾਨੂੰ ਵੈਸੇ ਇਹ ਵਿਰਕ ਸਾਹਿਬ ਤੁਹਾਡੀ ਆਵਾਜ਼ ਹੀ ਹੈ ਨਾ? ਵਿਰਕ ਸਾਹਿਬ ਲਿਖੋ ਥੱਲੇ ਕਿ ਤੁਹਾਡੀ ਆਵਾਜ਼ ਹੈ, ਸੁਣੋ ਅੱਗੇ। ਫੇਵਰ ਕਰਨ ਦੀ ਸਾਨੂੰ ਜ਼ਰੂਰਤ ਨਹੀਂ, ਜਜ਼ਾਕੱਲਾ ਤੁਸੀਂ ਕਿਹਾ। ਤੁਹਾਨੂੰ ਫੇਵਰ ਹੀ ਕੀਤੀ ਪਾਕਿਸਤਾਨ ਨਹੀਂ, ਉਹ ਤੁਸੀਂ ਫੇਵਰ ਦੀ ਗੱਲ ਨਹੀਂ, ਆਪਣੇ ਤੇ ਜਿਹੜੀ ਗੱਲ ਉਹਨਾਂ ਦੀ ਬਰਿਆਮ ਸਾਹਿਬ ਦੀ ਗੱਲ ਕਰ ਰਹੇ ਹੋ ਤੁਸੀਂ, ਮੈਂ ਤੁਸੀਂ ਉਹ ਵੀ ਗੱਲ ਬੜੀ ਗਲਤ ਕੀਤੀ, ਔਰ ਬਰਿਆਮ ਸਾਹਿਬ ਨੇ ਤੁਹਾਨੂੰ ਡੱਕਿਆ ਨਹੀਂ ਕਿ ਅਸੀਂ ਡਾਇਰੈਕਟ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੇ ਅਟੈਕ ਕਰਨੇ ਆ, ਬਿਲਕੁਲ ਗਲਤ ਗੱਲ ਤੁਸੀਂ। ਮੈਂ ਤੁਹਾਡੀ ਗੱਲ ਹੀ ਨਹੀਂ ਕੀਤੀ, ਮੈਂ ਰਾਣਾ ਸਾਹਿਬ ਦੀ ਕੀਤੀ। ਨਹੀਂ, ਰਾਣਾ ਸਾਹਿਬ ਵੀ ਸਾਡੇ ਵਿੱਚੋਂ ਹੀ ਨਹੀਂ, ਹਰ ਚੀਜ਼ ਚੁੱਕ ਰਾਣਾ ਸਾਹਿਬ ਤੁਹਾਡੇ ਵਿੱਚੋਂ ਨੇ ਵਿਰਕ ਸਾਹਿਬ? ਮਤਲਬ ਉਹਨਾਂ ਨੇ ਇਸ ਚੀਜ਼ ਦਾ ਐਕਸੈਪਟ ਕਰ ਲਿੱਤਾ ਨਾ, ਰਾਣਾ ਕਵੇ ਮੈਂ ਕਵਾਂ ਕੋਈ ਹੋਰ ਕਵੇ, ਇੱਕੋ ਗੱਲ ਹੈ, ਸਾਰਿਆਂ ਦੀ ਗੱਲ ਇੱਕੋ ਹੀ ਹੈ। ਤੇ ਇਹ ਰਾਣਾ ਜੋ ਕੋਈ ਕਹਿਣ ਲੱਗਾ ਸੁਣ ਲੈਣਾ, ਇੱਥੇ ਨਹੀਂ ਮੈਂ ਸੁਣਾਣੀ ਕਿ ਅਸੀਂ ਡਾਇਰੈਕਟ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੇ ਅਟੈਕ ਕਰਨੇ ਆ, ਬਿਲਕੁਲ ਗਲਤ ਗੱਲ ਤੁਸੀਂ। ਮੈਂ ਤੁਹਾਡੀ ਗੱਲ ਹੀ ਨਹੀਂ ਕੀਤੀ, ਮੈਂ ਰਾਣਾ ਸਾਹਿਬ ਦੀ ਕੀਤੀ। ਨਹੀਂ, ਰਾਣਾ ਸਾਹਿਬ ਵੀ ਸਾਡੇ ਵਿੱਚੋਂ ਹੀ ਨਹੀਂ। ਹਰ ਚੀਜ਼ ਚੁੱਕ ਕੇ ਆਪਣੇ ਤੇ ਕਿਉਂ ਲੈਂਦੀ ਹੋ? ਇਹਨੇ ਹੁਣ ਜੋ ਕੋਈ ਥੱਲੇ ਲਿਖਿਆ ਸੀ ਉਹ ਹੁਣ ਆਡੀਓ 'ਚ ਬਿਆਨ ਕਰਨ ਲੱਗਾ, ਤੇ ਮੇਰੇ ਕੰਨ ਨਹੀਂ ਸੁਣਨਾ ਚਾਹੁੰਦੇ। ਜਾਓ ਜਾ ਕੇ ਆਪਣੀਆਂ ਬਰਾਡਾਂ ਤੇ ਮੈਂ ਉਹਨੂੰ ਘੱਲ ਦਿੱਤੀ ਹੈ ਅਠਵਾਲ ਨੂੰ, ਜਾ ਕੇ ਸੁਣੋ ਜਾ ਕੇ ਉਹਨੇ ਕੀ ਥੱਲੇ ਲਿਖਿਆ ਸੀ, ਉਹਨੇ ਬਿਆਨ ਕੀਤਾ ਫਿਰ ਆਡੀਓ 'ਚ। ਜਾਓ ਹਵਾਲਾ ਜਾ ਕੇ ਚਲਾਓ ਹਵਾਲਾ ਆਪਣੀ ਆਡੀਓ, ਆਪਣੇ ਭਰਾ ਦੀ ਆਡੀਓ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਰਾਣਾ ਸਾਹਿਬ ਸਾਡੇ ਭਰਾ ਨੇ ਐਮਦੀ, ਇਹਨੂੰ ਜਾ ਕੇ ਤਾਂ ਪੂਰੀ ਵਕਾਲਤ ਕਰਦੇ ਆ, ਗੱਲ ਇਸ ਚੀਜ਼ ਦਾ ਐਕਸੈਪਟ ਕੀਤਾ ਹੈ ਕਿ ਜੋ ਰਾਣੇ ਨੇ ਗੱਲ ਕੀਤੀ ਹੈ ਉਹ ਮੇਰੀ ਹੀ ਗੱਲ ਹੈ, ਉਹ ਹੈ, ਤੁਸੀਂ ਉਹਨੂੰ ਗੁਸਤਾਖੀ ਦੇ ਜ਼ੁਮਰੇ 'ਚ ਨਾ ਲਵੋ, ਸਾਡਾ ਈਮਾਨ ਮਜ਼ਹਬ ਤਕੀਦਾ ਹੀ ਹੈ। ਇਹਦੀ ਜਸਟੀਫਿਕੇਸ਼ਨ ਵੀ ਫਿਰ ਦਿਆ ਜੇ, ਇਹਦੀ ਸਫਾਈ ਵੀ ਦਿਆ ਜੇ, ਆਖਿਆ ਜੇ ਕਿ ਜੋ ਰਾਣੇ ਨੇ ਕਿਹਾ ਠੀਕ ਕਿਹਾ। ਹਿੰਮਤ ਕਰੋ। ਇਹ ਡਰਾਮਾ ਭਾਈ ਸਾਹਿਬ ਤੁਹਾਡਾ ਖਤਮ ਹੋ ਗਿਆ ਵਿਰਕ ਸਾਹਿਬ। ਆਂਡੀ ਜਿਹੜੀ ਹੈ ਨਾ ਤੁਹਾਡੀ, ਬੀਚ ਚੁਰਾਹੇ ਕੇ ਚੌਕ ਦੇ ਵਿਚਕਾਰ ਰੱਖ ਕੇ ਤਰੋੜੀ ਮੁਸਲਮਾਨਾਂ ਨੇ ਇੱਥੇ ਟਿਕਟਾਕ ਦੇ ਉੱਤੇ। ਨੰਗੇ ਹੋ ਚੁੱਕੇ ਹੋ ਤੁਸੀਂ, ਨਬੀ ਪਾਕ ਨੂੰ ਨੰਗੀਆਂ ਗਾਲਾਂ ਕੱਢਣ ਲੱਗੇ ਹੋ। ਇਹ ਖਤਮ ਹੋ ਗਿਆ ਡਰਾਮਾ।
अहमदी नबी पाक की तो इनकार ही नहीं, अहमदी तो नबी पाक के बारे में ऐसा सोच भी नहीं सकता। वी कांट इवन की लिखे है, वी लव प्रॉफिट सल्लल्लाहु अलैहि वसल्लम मोर देन एनीबॉडी एल्स। ये ड्रामा खत्म हो गया भाई। ओ विरक साहब ये बंद हो गया ड्रामा। हुण जाओ जाके अगर तुहाडे च हिम्मत है ए साडियो नूं जाके ਉਹ मैं अठवाल ਨੂੰ ਘੱਲ ਦਿੱਤੀ है, जाके ਉਹਦੇ ਕੋਲ सुनो WhatsApp ਤੇ सुननी, WhatsApp ਤੇ ਆਪਣੀ ਬਰਾੜ ਤੇ ਚਲਾਓ ਕਿ ਰਾਣੇ ਨੇ ਕੀ ਕਿਹਾ ਤੁਹਾਨੂੰ, ਤੁਹਾਡੇ ਸਾਹਮਣੇ ਕਿਹਾ ਉਹਨੇ। ਲੇਕਿਨ ਉਸ ਵੇਲੇ ਤੁਹਾਡੇ 'ਚ ਉਹ ਚੀਜ਼ ਨਹੀਂ ਸੀ ਜਿਹੜੀ ਹੁਣ ਮੈਂ ਸੂਆ ਮਾਰ ਕੇ ਤੇ ਕੱਢਣ ਦੀ ਕੋਸ਼ਿਸ਼ ਪਿਆ ਕਰਨਾ ਨਾ। ਇਹ ਜਿਹੜਾ ਨਲਾ ਮੈਂ ਨਾ ਮੂੰਹ ਦੇ ਵਿੱਚ ਤੁੰਨ ਦਿੱਤਾ ਮਰਚਾਂ ਵਾਲਾ, ਇਹ ਉਸ ਵੇਲੇ ਤੁਸੀਂ ਸਾਹਮਣੇ ਬੈਠੇ ਸੀ, ਤੁਹਾਡੇ ਸਾਹਮਣੇ ਉਹਨੇ ਗਾਲ ਕੱਢੀ ਹੈ, ਲੇਕਿਨ ਤੁਹਾਨੂੰ ਨਹੀਂ ਪਤਾ ਕਿਉਂ। ਤੁਹਾਡੇ ਸਾਹਮਣੇ ਨਬੀ ਪਾਕ ਨੂੰ ਗਾਲ ਕੱਢੇ ਨਾ ਤੇ ਮਿਰਜ਼ਾਈ ਦੀ ਨਬਜ਼ ਜਿਹੜੀ ਹੈ ਉਹ ਹਰਕਤ ਨਹੀਂ ਕਰਦੀ, ਖੂਨ ਇਹਦਾ ਗਰਦਿਸ਼ ਨਹੀਂ ਕਰਦਾ। ਲੇਕਿਨ ਮੈਂ ਉਹ ਰਿਕਾਰਡ ਕੀਤੀ ਹੈ, ਉਹ ਤੁਸੀਂ ਜਾ ਕੇ ਹੁਣ ਮੈਂ ਅਠਵਾਲ ਨੂੰ ਘੱਲ ਦਿੱਤੀ ਹੈ, ਜਾ ਕੇ ਆਪਣੀ ਬਰਾੜ ਤੇ ਚਲਾ ਕੇ ਸੁਣੋ ਤੇ फिर आके ड्रामा नवे सिरे तो शुरू करो। अहमदी नबी पाक से बहुत प्यार करते हैं, अहमदी नबी पाक से बहुत प्यार करते हैं। ਤੁਹਾਡੇ ਸਾਹਮਣੇ ਉਹ ਗਾਲ ਕੱਢਣ ਲੱਗੇ ਹੈ ਵਰਿਆਮ ਦੀ ਬਰਾੜ ਤੇ। ਜਿਸ ਵੇਲੇ ਤੁਸੀਂ ਉਹਨੂੰ ਲੱਗੇ ਸੀ ਨਾ ਸਮਝਾਉਣ ਭਗਵਾਨ ਨੂੰ, ਮਾਨੀ ਨੂੰ, ਬਈ ਤੂੰ ਇਹ ਜਿਹੜੀ ਮਿਹਰਬਾਨੀ ਕਰਨ ਲੱਗਿਆ ਨਾ ਕਰ, ਉਸ ਟਾਈਮ ਤੇ ਇਹ ਤੁਹਾਡੀ ਆਵਾਜ਼ ਹੀ ਹੈ ਨਾ ਵਿੱਚ, ਤੁਹਾਡੇ ਸਾਹਮਣੇ ਉਹਨੇ ਗਾਲ ਕੱਢੀ ਹੈ। ड्रामा शुरू किते है वो बस खत्म हो गया ड्रामा भाई। मिर्जाइयत का ड्रामा खत्म हो चुका है, ਉਹਦਾ टाइम खत्म हो चुका है। जिस तरह मेरे को ਹੁਣ ਇਸ वक्त टिकटॉक का टाइम खत्म होने लगा ना, जोर ਦੀ ਜ਼ਾਨ ਹੋਣ ਲੱਗੀ, ਇਸ ਤਰ੍ਹਾਂ ਤੁਹਾਡਾ ਇਹ ਜਿਹੜਾ ਨਾ ਡਰਾਮੇ ਦਾ टाइम खत्म हो गया है। कामर साहब वो जी पोस्ट लाई से मुर्शद और मरीद कुत्तू से बढ़ गए तो ਉਹਦੇ ਤੇ ਕੋਈ ਨਾ ਗੱਲ ਕੀਤੀ ਕੋਈ ਉਹ ਕੀ ਕਿਤੇ ਇਸ਼ਾਰਾ ਸੀ ਮਿਰਜ਼ਾ ਸਾਹਿਬ ਦਾ, ਕੋਈ ਉਹਦਾ ਗੱਲ ਹੀ ਨਹੀਂ ਕੀਤੀ। ਕਰਦੇ ਨੇ ਸਰ, ਕਿੱਥੇ ਗਈ पोस्ट? मरीद और मुर्शद दोनों कुत्तों से बढ़ गए, इस तरह देखी कोई। हम ऐसे मुर्शद और मुरीद को कुत्तों से भी बदतर समझते हैं। इंज पढ़ना है जिंज मैं पढ़े। अच्छा जी, हम ऐसे मुर्शद और मरीद को कुत्तों से भी बदतर समझते हैं जो अपने घर से पेशगोइयां बनाए, फिर अपने हाथ से मकर और फरेब से इन पेशगोइयों के पूरा करने के लिए कोशिश करे या करावे। अच्छा, ਇਹਦਾ मतलब है ਜਿਹੜਾ ਬੰਦਾ ਆਪਣੇ ਕੋਲੋਂ पेशगोइयां बनाए ਝੂਠੀਆਂ ਬਣਾ ਕੇ फिर ਉਹਨਾਂ ਨੂੰ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰੇ, ऐसा चाहे मरीद होए या मुर्शद होए वो कुत्तियां तो भी बदतर है जी। ये पता आख्या किन्ने ये मैं जेरे इते पर हवाला लिखे रूहानी खजाइन जिल्द 12 जी सफा 27। हाँ जी, ये मिर्जा साहब ने किधर इशारा करके किता है, मतलब है अपने हल अपने हाथ नहीं कि मैं पेशगोइयां बना रहा था मैं कुत्तियां तो भी बदतर हाँ। ਤੁਸੀਂ ਦੱਸੋ ਕਿਹਦੇ ਵੱਲ ਇਸ਼ਾਰਾ ਕੀਤਾ ਨੇ? ਨਹੀਂ ਉਸ ਅੱਛਾ, ਇਹ ਵਿਰਕ ਸਾਹਿਬ ਥੱਲੇ ਬਹਿ ਕੇ ਲਿਖਦੇ ਪਏ ਨੇ, ਤੁਹਾਡੇ ਕੋਲ ਕੁਐਸਚਨ ਦੇ ਆਨਸਰ ਨਹੀਂ ਹੈ ਕੁਐਸਚਨ ਦੇ। ਤੁਸੀਂ ਆਓ ਨਾ ਉੱਤੇ ਵਿਰਕ ਸਾਹਿਬ, ਥੱਲੇ ਬਹਿ ਕੇ ਤੁਸੀਂ ਲਿਖਦੇ ਪਏ ਹੋ, ਉੱਤੇ ਆ ਕੇ ਕੁਐਸਚਨ ਕਰੋ। ਜਿਹੜੀ ਵੀ ਗੱਲ ਦਾ ਤੁਸੀਂ ਸਮਝਦੇ ਹੋ ਕਿ ਸਾਡੇ ਕੋਲ ਨਹੀਂ ਆਨਸਰ ਹੈ, ਉੱਤੇ ਆ ਕੇ ਕਰੋ। ਥੱਲੇ ਲਿਖਣ ਦਾ ਕੋਈ ਫਾਇਦਾ ਹੈ ਵੇ? ਤੁਸੀਂ ਜ਼ਿਆਦਾ ਵਕਤ ਵੀ ਇੱਥੇ ਗੁਜ਼ਾਰਦੇ ਹੋ ਔਰ ਤੁਹਾਡਾ ਦਿਲ ਵੀ ਲੱਗਦਾ ਇੱਥੇ, ਤੇ ਤੁਸੀਂ ਆਓ। ਇਹ ਤੁਹਾਡਾ ਭਰਾ ਅਹਿਮਦੀ ਇੱਕ ਆਇਆ ਹੈ, ਇਹਦਾ ਕਮੈਂਟ ਰਹਿਣ ਦਿਆਂ ਕਿ ਉਹਨੂੰ ਮਿਊਟ ਕਰ ਦਿਆਂ ਜੀ ਵਿਰਕ ਸਾਹਿਬ? ਬੈਡ ਮਾਊਥਿੰਗ ਤੇ ਨਹੀਂ ਹੈ, ਇਹ ਬੈਡ ਮਾਊਥਿੰਗ ਤੇ ਨਹੀਂ ਹੈ ਜੋ ਕੋਈ ਨੇ ਕਮੈਂਟ ਕੀਤਾ ਹੈ। ਐਸਐਫਈ ਜੋ ਕੋਈ ਕਮੈਂਟ ਕਰ ਰਿਹਾ, ਮੈਂ ਕਿਹਾ ਇਹਨੂੰ ਮਿਊਟ ਕਰ ਦਿਆਂ ਜੀ। ਤੁਹਾਡਾ ਭਰਾ ਹੈ, ਅਹਿਮਦੀ ਭਰਾ ਹੈ ਤੁਹਾਡਾ। ਲਾਨਤ ਅੱਲਾਹ ਅਲੈਹ ਜੀ। ਟਰੂ ਮੁਸਲਿਮ ਸਾਹਿਬ ਤੁਸੀਂ ਗੱਲ ਜਾਰੀ ਰੱਖੋ। ਅੱਛਾ ਵਿਰਕ ਸਾਹਿਬ ਰੁਕੋ, ਉੱਥੇ ਆਓ ਤੇ ਇਹ ਵੀ ਦੱਸ ਦਿਓ ਕਿ ਮਿਰਜ਼ਾ ਸਾਹਿਬ ਨੇ ਜਿਹੜਾ ਕਿਹਾ ਹੈ ਤੇ ਕਿਹਨੂੰ ਕਿਹਾ ਨੇ? ਇਹਨੂੰ ਵਿਰਕ ਨੂੰ ਉੱਤੇ ਲਿਆਉਣ ਵਾਸਤੇ ਨਾ ਤੁਸੀਂ ਮੋਡਰੇਟਰ ਬਣ ਜਾਓ, ਤੁਸੀਂ ਮੋਡਰੇਟਰ ਬਣ ਜਾਓ, ਸਾਨੂੰ ਥੱਲੇ ਸੁੱਟ ਕੇ ਤੇ ਇਹਨੂੰ ਚੁੱਕ ਕੇ ਉੱਤੇ ਲੈ ਆਓ। ਮਿਰਜ਼ਾ ਸਾਹਿਬ ਨੂੰ ਵਿਰਕ ਸਾਹਿਬ ਨੂੰ ਲੱਗਣਾ ਰੱਸਾ ਪਾ ਕੇ ਉੱਤੇ ਖਿੱਚ ਕੇ ਲਿਆਉਣਾ ਪੈਣਾ ਹੈ। अच्छा मिर्जा साहब ने करने पे मैं हिकमत पढ़ लूँगा जी। तो गल करनी हिकमत के मोती, चलो जी पढ़ो हिकमत के मोती थोड़ी।
एक मिनट नंबर 282 नहज तरारा। इमाम अली फरमाते हैं अल्लाह से कुछ डरो चाहे वो कम ही दो, और अपने और अल्लाह के दरमियान कुछ तो पर्दा रखो चाहे वो बारीक ही सा हो। आखिर दवाना अल्हम्दुलिल्लाह रब्बिल आलमीन। अल्लाह ताला तौनो और सानो खुदा तो डरना दे, डरन दी तौफीक अता फरमाए। सल्लल्लाहु अलैहि मुहम्मद व आले मुहम्मद। अल्लाहुम्मा सल्ली अला मुहम्मद व आले। अस्सलाम वालेकुम। वालेकुम सलाम। बोल भाई। लेकिन मर्ज़ी देखो जे गटर है इन्होंने खुदा खौफी छड़ छड़ी है, हयात छड़ छड़िया है। नबी दी हदीस भी आंदी जेड़ा हयात छड़ छड़े वो जो मर्जी करदा फिरे, ते हयात छड़ के देखो जे बेलगाम कुत्ते हो गए ने जिन्हां नूं नत पानी जरूरी होगी। ਵਿਰਕ ਸਾਹਿਬ ਥੱਲੇ ਤੁਹਾਡਾ ਭਰਾ ਕਮੈਂਟ ਪਿਆ ਕਰਦਾ, ਇਹਦੇ ਤੇ ਤੁਹਾਡਾ ਕੀ ਕਮੈਂਟ ਹੈ? ਇਹ ਪੋਇਜ਼ਨਸ नासिर भट्ट साहब लगा के बैठे। ਇਹ ਪੋਇਜ਼ਨਸ ਹੈ ਬਰਾਡ, ਇਹ ਤੁਹਾਡਾ ਭਰਾ ਪਿਆ ਕਮੈਂਟ ਕਰਦਾ ਹੈ, ਉਹਦੀ ਵਜ੍ਹਾ ਨਾਲ ਹੈ ਕਿ ਸਾਡੀ ਵਜ੍ਹਾ ਨਾਲ ਪੋਇਜ਼ਨਸ? ਇਹ ਜੋ ਕੋਈ ਤੁਹਾਡਾ ਭਰਾ ਸੈਫੀ ਪੈ ਲਿਖਦਾ ਹੈ ਥੱਲੇ, ਇਹਦੇ ਬਾਰੇ ਕੀ ਖਿਆਲ ਜੇ? ਤੇ ਜ਼ਾਹਿਦ ਭਾਈ ਦੱਸਦੇ ਨੇ ਪਏ ਫਤਵਾ ਕਿੱਥੇ ਪੈ ਜਾਂਦਾ ਹੈ। ਇਹ ਵੀ ਦੇਖੋ ਕਿ ਫਤਵਾ ਜਾ ਕਿੱਥੇ ਰਿਹਾ। ਸੈਫੀ ਬਹਿਰੀਨ ਦੇ ਉੱਤੇ ਹਮਲਾ ਕਰ ਰਿਹਾ ਕੌਮਟ ਵਿੱਚ। ਮੈਂ ਪਹਿਲਾਂ ਤੇ ਉਹ ਬਹਿਰੀਨ ਤੇ ਨਹੀਂ ਕਰ ਰਿਹਾ, ਉਹ ਆਪਣੇ ਘਰ ਤੇ ਕਰ ਰਿਹਾ। ਲਓ ਹੁਣ ਉਹ ਸਿੱਧਾ ਹੀ ਗਾਲਾਂ ਕੱਢਣ ਲੱਗ ਪਿਆ ਆਇਮਾ ਨੂੰ, ਉਹਨਾਂ ਦੇ ਇਸਲਾਮੀ ਮੁਕੱਦਸਾਤ ਨੂੰ ਗਾਲਾਂ ਕੱਢਣ ਲੱਗ ਪਿਆ। ਹੁਣ ਜੀ ਕੀ ਕਰੀਏ ਜੀ ਵਿਰਕ ਸਾਹਿਬ? ਹੁਣ ਇਹਨੂੰ ਘੱਲ ਦਈਏ ਗਟਰ 'ਚ ਕਿ ਇਹ ਰਹਿਣ ਦਈਏ, ਇਹਦਾ ਜਿਹੜੀ ਸਮੈਲ ਹੈ ਇਹਨੂੰ ਮਹਿਸੂਸ ਕਰੀਏ ਜੀ? ਹੋਰ अल्लामा साहब एक सवाल से ਤੁਹਾਡੇ ਕੋਲ। जी जी जी। सैफी डोंट यूज एनी, बहुत आला मतलब बहुत प्यार से सैफी बेटे नहीं एने सैफी नो म्यूट मैं लाया म्यूट, ठीक है ना। एने रूहानी खजाने को मिर्जा साहब जेड़ा तालीम इन्हां नूं दे के गया दज्जाल ते कज़ाब, ਉਹਨੇ ਉਹ ਨਾ ਪੇਸ਼ ਕਰਨੀ। ਬੀਬੀ ਨਰगिस ਖਾਤੂਨ ਦੀ ਤੇ ਤੁਸੀਂ ਜੁੱਤੀ ਦੇ ਬਰਾਬਰ ਵੀ ਨਹੀਂ ਸੈਫੀ ਸਾਹਿਬ, ਬਸ ਤੁਸੀਂ ਖਾਲੀ ਆਈ ਆ ਕੇ ਦੱਸ ਦਿਓ ਕਿ ਮਿਰਜ਼ਾ ਕਾਦੀਆਨੀ ਹੀਰਾ ਮੰਡੀ ਕੀ ਕਰਨ ਜਾਂਦਾ ਰਿਹਾ। ਲੱਕੀ ਤਵਾਇਫ ਕੋਠੇ ਤੇ ਕੀ ਕਰਨ ਜਾਂਦਾ ਸੀ? ਲੱਕੀ ਤਵਾਇਫ ਦੇ ਕੋਠੇ ਤੇ ਕੀ ਕਰਨ ਜਾਂਦਾ ਸੀ ਕਿ ਜਿੱਥੇ ਜਾਫਰ ਜ਼ਰਲੀ ਹੋਰਾਂ ਸਾਹਿਬ ਨੇ ਉਹਨਾਂ ਨੂੰ ਫੜਿਆ ਹੈ ਤੇ ਉੱਥੇ ਜੁੱਤੀਆਂ ਛੱਡ ਕੇ ਨੱਸ ਗਿਆ। ਜੀ ਜੀ तो कोई नहीं, गर्म होने की नहीं जरूरत। अच्छा अल्लामा साहब मिर्जा साहब ने कोई बच्चियां दी शादी शियाल भी की थी? नवाब मोहम्मद खान ऑफ मलेरकोटला शिया से। कितनियां बच्चियां ਦੀ ਵੇਚੀ ਹੈ ਕੀਤੀ दो 50,000 ਦੀ ਵੇਚੀ ਸੋ बहरीन ਮੁਬਾਰਕਾਂ ਦੇਗਾ। ਮਹਿੰਗੀ ਮੁਬਾਰਕਾਂ ਨਹੀਂ ਹੋਈ, 50,000 ਦੀ ਵਿਕੀ ਹੈ ਤਾਂ ਮੁਬਾਰਕਾਂ ਹੋਈ ਹੈ, ਠੀਕ ਹੈ ਨਾ। ਉਹਨੂੰ ਫਿਰ ਖਿਆਲ ਵੀ ਆ ਗਿਆ ਬਈ ਦੇਖੋ, ਉਹਨੂੰ ਬੱਕਰਾ ਵੀ ਨਜ਼ਰ ਆਇਆ ਕਿ ਬਈ ਰਾਨ ਵੀ ਨਜ਼ਰ ਆਈ ਬੱਕਰੇ ਦੀ ਕਿ ਅਗਰ ਇਹ ਹੱਥੋਂ ਨਿਕਲ ਜਾਏ ਤਾਂ ਫਿਰ ਨੁਕਸਾਨ ਹੈ, ਠੀਕ ਹੈ ਨਾ। 50,000 ਦੀ ਵੇਚੀ, दो बच्चियां दी शादी की थी, 5-5 ਇੱਕ ਪਿਓ ਨਾਲ ਇੱਕ ਪੁੱਤਰ ਨਾਲ। एक प्यो ना एक पुत्र, और उन्होंने हक्के महर कितना लिखवाया और की लिया? 2 ਸਾਲ ਦੀ ਉਹਨਾਂ ਦੀ ਜਿਹੜੀ ਮੁਰੱਬਿਆਂ ਦੀ ਆਮਦਨ ਸੀ ਨਾ, ਉਹਨਾਂ ਨੂੰ ਮੁਰੱਬੇ ਮਿਲੇ ਸੀ ਨਾ ਉਹਦੇ ਕੋਲੋਂ, ਬਰਤਾਨੀਆ ਗਵਰਨਮੈਂਟ ਕੋਲੋਂ। जी जी। ਤੇ ਉਹ ਜਿੰਨੇ ਮੁਰੱਬੇ ਜ਼ਮੀਨ ਸੀ, 4 ਮੁਰੱਬੇ ਸੀ ਜਾਂ ਕਿੰਨੀ ਸੀ, ਇਸ ਵੇਲੇ ਐਗਜ਼ੈਕਟ ਮੇਰੇ ਜ਼ਿਹਨ 'ਚ ਉਹਦਾ ਫਿਕਰ ਨਹੀਂ ਹੈ, ਲੇਕਿਨ ਉਹ ਜਿੰਨੀ ਜਾਗੀਰ ਹੈ ਸੀ, ਜਿੰਨੇ ਮੁਰੱਬੇ ਜ਼ਮੀਨ ਸੀ, ਉਹਦੀ ਸਾਰੀ 2 ਸਾਲ ਦੀ ਆਮਦਨੀ ਹਕਮਹਿਰ ਦੇ ਤੌਰ ਤੇ ਲਿਖਵਾਈ ਸੀ ਔਰ ਸਟਾਂਪ ਤੇ ਰਜਿਸਟਰ ਕਰਵਾਈ ਸੀ। ਔਰ ਇਹ ਵੀ ਕਿਹਾ ਸੀ ਕਿ ਇਹ ਸੋਮਵਾਰ ਹੁੰਦਾ ਨਾ ਕਿ ਜੀ ਜੀ ਉਹਨੇ ਸੋਚਣ ਦਾ ਟਾਈਮ ਨਾ ਕਰ, ਤੂੰ ਅਗਰ ਕਰਨੀ ਹੈ ਤਾਂ ਅੱਜ ਹੀ ਟਾਈਮ ਹੀ, ਨਹੀਂ ਤੇ ਮੈਂ ਮੁੰਡਾ ਬਹਿਰੀਨ ਵਿੱਚ ਨਾ ਡਿਸਟਰਬ ਕਰਿਆ ਕਰ, ਜਦੋਂ ਅਲਾਮਾ ਸਾਹਿਬ ਬੋਲ ਰਿਹਾ ਹੁਣ ਨਾ ਵਿੱਚ ਡਿਸਟਰਬ ਨਾ ਕਰਿਆ ਕਰ, ਕਿਉਂਕਿ ਉਹਨਾਂ ਦਾ ਤਸਲਸਲ ਟੁੱਟ ਜਾਂਦਾ। ਚਲੋ ਕੋਈ ਨਹੀਂ ਗੱਲ। ਉਹ ਅਸਲ ਦੇ ਵਿੱਚ ਉਹ ਨਵਾਬ ਮੁਹੰਮਦ ਖਾਨ ਨੇ ਰਿਸ਼ਤਾ ਮੰਗਿਆ ਨਾ, ਤੇ ਪਹਿਲਾਂ ਮਿਰਜ਼ਾ ਸਾਹਿਬ ਨੇ ਆਖਿਆ ਕਿ ਬਈ ਇਹਦੀ ਉਮਰ ਥੋੜੀ, ਪਤਾ ਨਹੀਂ 13 ਸਾਲ ਦੀ ਉਮਰ ਹੈ ਤੇ ਕਮਜ਼ੋਰ ਹੈ, ਬਿਮਾਰ ਹੈ ਤੇ ਇਹਦੀ ਜਾਨ ਦਾ ਖਤਰਾ ਹੈ ਤੇ ਮੈਂ ਨਹੀਂ ਸ਼ਾਦੀ ਇਹਦੀ ਕਰ ਸਕਦਾ। ਤੇ ਫਿਰ ਕੁਝ ਦਿਨ ਬਾਅਦ ਮਿਰਜ਼ਾ ਸਾਹਿਬ ਨੇ ਨਾ ਕੱਲਿਆਂ ਬਹਿ ਕੇ ਸੋਚਿਆ ਬਈ ਇਹ ਤੇ ਮੋਟਾ ਮੁਰਗਾ ਸੀ ਤੇ ਇਹਦੇ ਤੇ ਅੱਗੇ ਤੇ ਮੈਂ ਅੰਡਾ ਹੀ ਖਾਂਦਾ ਰਿਹਾ ਵਾਂ ਨਾ, ਇਹਦੇ ਕੋਲੋਂ ਅੰਡਾ ਖਾਣ ਵਾਸਤੇ ਮਿਰਜ਼ਾ ਸਾਹਿਬ ਨੇ, ਜਦੋਂ ਇਹ ਅਬਦੁੱਲਾ ਆਥਮ ਵਾਲੀ ਪੇਸ਼ਗੋਈ ਝੂਠੀ ਨਿਕਲੀ ਸੀ ਨਾ, ਤੇ ਮਿਰਜ਼ਾ ਸਾਹਿਬ ਨੇ ਝੂਠ ਬੋਲ ਕੇ ਆਖਿਆ ਸੀ ਕਿ ਤਫਸੀਰ ਇਬਨ ਕਸੀਰ ਵਿੱਚ ਲਿਖਿਆ ਹੈ ਕਿ ਹੁदैबिया ਦੇ ਕਿੱਸੇ 'ਚ ਕਈ ਸੱਚੇ ਸਹਾਬਾ ਮੁਰਤਦ ਹੋ ਗਏ ਸਨ, ਕਈ ਸੱਚੇ ਲੋਕ ਮੁਰਤਦ ਹੋ ਗਏ ਸਨ। ਤੇ ਜੇ ਅਬਦੁੱਲਾ ਆਥਮ ਦੀ ਪੇਸ਼ਗੋਈ ਝੂਠੀ ਨਿਕਲੀ ਤਾਂ ਕੋਈ ਐਡਾ ਵੱਡਾ ਵਾਕਿਆ ਨਹੀਂ, ਅੱਗੇ ਵੀ ਨਬੀਆਂ ਵਾਲੇ ਵਾਕਿਆਤ ਹੁੰਦੇ ਰਹਿੰਦੇ ਨੇ, ਨਬੀਆਂ ਦੀਆਂ ਪੇਸ਼ਗੋਈਆਂ ਝੂਠੀਆਂ ਨਿਕਲਦੀਆਂ ਨੇ, ਬੰਦੇ ਮੁਰਤਦ ਹੋ ਜਾਂਦੇ ਨੇ। ਨਬੀਆਂ ਦੀਆਂ ਪੇਸ਼ਗੋਈਆਂ ਨੂੰ ਝੂਠਾ ਵੇਖ ਕੇ ਤੇ ਉਹਨਾਂ ਦੇ ਸਹਾਬਾ ਜਾਂ ਉਹਨਾਂ ਦੇ ਪੈਰੋਕਾਰ ਜਿਹੜੇ ਨੇ ਮੁਰਤਦ ਹੁੰਦੇ ਲੱਗੇ ਆਏ ਨੇ। ਤੇ ਹੁਣ ਅਬਦੁੱਲਾ ਆਥਮ ਦੀ ਪੇਸ਼ਗੋਈ ਝੂਠੀ ਨਿਕਲੀ ਤਾਂ ਕੋਈ ਵੱਡਾ ਵਾਕਿਆ ਨਹੀਂ। ਇਹੋ ਜਿਹੀਆਂ ਇਬਤਲਾਵਾਂ ਅੱਗੇ ਵੀ ਲੋਕਾਂ ਨੂੰ ਪੇਸ਼ ਆਉਂਦੀਆਂ ਨੇ। ਤੇ ਜੇ ਤੂੰ ਮੇਰੇ ਕੋਲ ਮਿਸਾਲ ਪੁੱਛਣਾ ਹੈ ਤੇ ਜਾ ਕੇ ਵੇਖ ਲੈ ਤਫਸੀਰ ਇਬਨ ਕਸੀਰ 'ਚ
ਹੁਦੈਬੀਆ ਦੇ ਕਿੱਸੇ 'ਚ ਲਿਖਿਆ। ਹੁਣ ਤਫਸੀਰ ਇਬਨ ਕਸੀਰ ਤੁਹਾਡੇ ਕੋਲ ਖੋਲ ਕੇ ਵੇਖ ਲਓ ਤੇ ਕੋਈ ਵੀ ਨਹੀਂ ਗੱਲ ਲਿਖੀ। ਝੂਠ ਬੋਲ ਕੇ ਇਸ ਗੱਲੇ ਉਹਨੂੰ ਮੁਤਮਿਨ ਕੀਤਾ ਸੀ ਨਵਾਬ ਮੁਹੰਮਦ ਖਾਨ ਨੂੰ ਕਿ ਮੋਟਾ ਮੁਰਗਾ ਸੀ, ਹਰ ਮਹੀਨੇ ਫਿਕਸ ਪੈਸੇ ਦਿੰਦਾ ਸੀ। ਬਾਕੀ ਜਿਹੜੇ ਮੁਰੀਦ ਨੇ ਬਹੁਤ ਸਾਰੇ ਉਹ ਫਿਕਸ ਨਹੀਂ ਸੀ ਦਿੰਦੇ, ਉਹ ਆਪਣੀ ਇਸਤਦਾਦ ਦੇ ਮੁਤਾਬਕ ਪੈਸੇ ਦਿੰਦੇ ਸੀ ਹਰ ਮਹੀਨੇ। ਕਿਸੇ ਨੇ 2 ਦਿੱਤੇ, ਕਿਸੇ ਨੇ 4 ਦਿੱਤੇ, ਕਿਸੇ ਨੇ 10 ਦਿੱਤੇ। ਇਹ ਜਿਹੜਾ ਸੀ ਇਹਨੇ 50 ਰੁਪਏ ਜਾਂ ਕਿੰਨਾ ਸੀ ਇਹਨੇ ਫਿਕਸ ਕੀਤੇ ਸੀ, ਹਰ ਮਹੀਨੇ ਦਿੰਦਾ ਸੀ। ਮੋਟਾ ਮੁਰਗਾ ਸੀ, ਅਮੀਰ ਬਾਪ ਦਾ ਬੇਟਾ ਸੀ। ਯਾਨੀ ਕਿ ਪੈਸੇ ਦੇ ਲਾਲਚ, ਹਾਲਾਂਕਿ ਉਸ ਵਕਤ ਇਹਨਾਂ ਨੇ ਦਾਅਵਾ ਨਬੂਵਤ ਕੀਤਾ ਹੋਇਆ ਸੀ। ਹਾਂ 93 ਦੀ ਗੱਲ ਹੈ ਇਹ, ਜਿਹੜਾ ਹੈ ਨਬੂਵਤ ਦਾ ਦਾਅਵਾ ਤੇ ਮਸੀਹਤ ਦਾ ਦਾਅਵਾ ਤੇ 1891 ਚ ਕੀਤਾ ਨਾ ਫਤਹ ਇਸਲਾਮ ਚ। ਤੇ ਇਹ 93 ਚ ਅਬਦੁੱਲਾ ਆਤਮ ਨਾਲ ਮੁਨਾਜ਼ਰਾ ਹੋਇਆ ਤੇ 94 ਚ 6 ਸਤੰਬਰ ਵਾਲੇ ਦਿਨ ਝੂਠੀ ਨਿਕਲੀ ਪੇਸ਼ਗੋਈ ਤੇ 6 ਸਤੰਬਰ ਤੋਂ ਬਾਅਦ ਉਹਦਾ ਖਤ ਆਇਆ ਨਵਾਬ ਮੁਹੰਮਦ ਖਾਨ ਦਾ। ਤੇ ਉਹਨੇ ਆਖਿਆ ਵੀ ਮਿਰਜ਼ਾ ਸਾਹਿਬ ਹੁਣ ਅਸੀਂ ਇਹਦੀ ਕੀ ਤਵੀਲ ਕਰੀਏ, ਇਹਦੀ ਤੇ ਤਵੀਲ ਵੀ ਨਹੀਂ ਕੋਈ ਹੋ ਸਕਦੀ ਹੈ। ਪਹਿਲੇ ਜਦੋਂ ਬੱਚਾ ਮਰ ਗਿਆ ਸੀ ਮੋਬਾਈਲ ਬਸ਼ੀਰ ਤੇ ਤੁਸੀਂ ਆਖਿਆ ਸੀ ਕਿ ਤੁਹਾਡੀ ਗਲਤੀ ਹੋ ਗਈ, ਹੁਣ ਇਹਨੂੰ ਅਸੀਂ ਕੀ ਆਖੀਏ? ਇਹ ਤਾਂ ਸਾਫ਼ ਝੂਠੀ ਨਿਕਲੀ ਪੇਸ਼ਗੋਈ। ਈਸਾਈ ਜਿਹੜੇ ਨੇ ਉਹ ਜਸ਼ਨ ਮਨਾਉਣ ਲੱਗੇ ਨੇ, ਸਾਡੇ ਘਰ ਬੁੜੀਆਂ ਪਈਆਂ ਨੇ, ਅਸੀਂ ਹੁਣ ਕੀ ਜਵਾਬ ਦਈਏ ਲੋਕਾਂ ਨੂੰ, ਕੀ ਮੂੰਹ ਵਿਖਾਈਏ? ਇਹ ਲਫ਼ਜ਼ ਲਿਖੇ ਨੇ, ਅਬ ਹਮ ਲੋਗੋਂ ਕੋ ਕਿਆ ਮੂੰਹ ਦਿਖਾएं। ਤੇ ਮਿਰਜ਼ਾ ਕਾਦੀਆਨੀ ਨੇ ਉਹਦੇ ਅੱਗੇ ਝੂਠ ਬੋਲ ਕੇ ਆਖਿਆ ਸੀ ਕਿ ਤਫਸੀਰ ਇਬਨ ਕਸੀਰ ਚ ਲਿਖਿਆ ਕਿ ਹੁਦੈਬੀਆ ਦੇ ਕਿੱਸੇ ਚ ਕਿ ਕਈ ਸੱਚੇ ਸਾਹਬਾ ਲੋਕ ਮੁਰਤਦ ਹੋ ਗਏ ਸੀ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਨਬੀ ਪਾਕ ਦੀ ਪੇਸ਼ਗੋਈ ਦਾ। ਅਸਤਗਫਿਰullah, ਬਿਲਕੁਲ ਝੂਠ ਬੋਲਿਆ ਨਬੀ ਪਾਕ ਦੀ ਜ਼ਾਤ ਉੱਤੇ, ਬਿਲਕੁਲ ਝੂਠ ਮਨਸੂਬ ਕੀਤਾ ਹੈ ਤਫਸੀਰ ਇਬਨ ਕਸੀਰ ਦੀ ਤਰਫ ਵੀ। ਨਾ ਕੋਈ ਹੁਦੈਬੀਆ ਦੇ ਵਾਕਿਆ 'ਚ ਵਾਕਿਆ ਹੋਇਆ, ਨਾ ਉੱਥੇ ਕੋਈ ਮੁਰਤਦ ਹੋਇਆ, ਨਾ ਕੋਈ ਤਫਸੀਰ ਇਬਨ ਕਸੀਰ 'ਚ ਗੱਲ, ਝੂਠ ਬੋਲਿਆ। ਤੇ ਇਹ ਮੋਟਾ ਮੁਰਗਾ ਸੀ। ਇਹਨੇ ਜਦੋਂ ਰਿਸ਼ਤਾ ਮੰਗਿਆ ਮਿਰਜ਼ਾ ਸਾਹਿਬ ਕੋਲੋਂ ਤੇ ਪਹਿਲਾਂ ਤਾਂ ਮਿਰਜ਼ਾ ਸਾਹਿਬ ਨੇ ਆਖਿਆ ਉਹ 13 ਸਾਲ ਦੀ ਬੱਚੀ ਏ ਤੇ ਉਹਦੀ ਜਾਨ ਦਾ ਖਤਰਾ ਹੈ। ਫਿਰ ਮਿਰਜ਼ਾ ਸਾਹਿਬ ਰਾਤੀ ਸੁੱਤੇ ਨਾ ਆਖਿਆ, ਅੱਗੇ ਤੇ ਅੰਡਾ ਹੀ ਖਾਂਦੇ ਸੀ ਤੇ ਜੇ ਪੂਰਾ ਮੁਰਗਾ ਹੀ ਆਉਂਦਾ ਪਿਆ ਤੇ ਜ਼ਿਬਾ ਕਰਕੇ ਅਗਰ ਖਾ ਲਈਏ ਤੇ ਹਰਜ ਕੀ ਹੈ? ਤੇ ਇਹਨਾਂ ਨੇ ਨਾ ਉਹਨੂੰ ਫਿਰ ਦੁਬਾਰਾ ਖਤ ਲਿਖਿਆ ਤੇ ਇਹਨਾਂ ਨੇ ਆਖਿਆ ਵੀ ਹਾਂ ਠੀਕ ਹੈ, ਉਹ ਜਿਹੜਾ ਤੂੰ ਖਤ ਲਿਖਿਆ ਸੀ ਰਿਸ਼ਤੇ ਵਾਸਤੇ ਮੈਂ ਉਹਦੇ ਤੇ ਗੌਰ ਕੀਤਾ ਤੇ ਮੇਰੀ ਤਰਫੋਂ ਯਾਨੀ ਹਾਂ ਹੀ ਹੈ, ਕਬੂਲ ਹੀ ਸਮਝ, ਲੇਕਿਨ ਇੱਕ ਸ਼ਰਤ ਹੈ ਕਿ ਤੂੰ 2 ਸਾਲ ਦੀ ਜਿਹੜੀ ਜਾਇਦਾਦ ਦੀ ਜਾਗੀਰ ਦੀ ਜਿੰਨੀ ਆਮਦਨੀ ਹੈ ਉਹ ਸਾਰੀ ਤੂੰ ਬਤੌਰ ਹੱਕ ਮਹਿਰ ਦੇ, ਔਰ ਉਹਨੂੰ ਤੂੰ ਰਜਿਸਟਰ ਕਰਾ ਸਟਾਮ ਦੇ ਉੱਤੇ ਲਿਖ ਕੇ, ਸਟਾਮ ਪੇਪਰ ਦੇ ਉੱਤੇ, ਔਰ ਸੋਮਵਾਰ ਵਾਲੇ ਦਿਨ ਤੱਕ ਲਿਖ ਦੇ। ਇਹਨੂੰ ਅਗਾਂਹ ਪਿੱਛੇ ਨਹੀਂ ਫਿਰ ਕਰਨਾ। ਜੇ ਤੇਰਾ ਦਿਲ ਹੈ ਤੇ ਸੋਮਵਾਰ ਵਾਲੇ ਦਿਨ ਇਹ ਸਟਾਮ ਤਿਆਰ ਕਰ ਦੇ, ਨਿਕਾਹ ਹੋ ਜਾਏਗਾ ਤੇ ਰੁਖਸਤੀ 1 ਸਾਲ ਬਾਅਦ ਹੋਵੇਗੀ। ਨਾਲ ਹੀ ਉਹਨਾਂ ਹੀ ਤਰੀਕਾਂ ਦੇ ਵਿੱਚ ਇਹ ਵੀ ਦੱਸਿਆ ਮਿਰਜ਼ਾ ਸਾਹਿਬ ਨੇ ਕਿ ਮੈਂ ਖਾਬ ਵੇਖੀਏ ਆਪਣੇ ਵਿਹੜੇ ਵਿੱਚ ਇੱਕ ਬੱਕਰਾ ਜ਼ਿਬਾ ਹੋਇਆ, ਉਹਦੀ ਰਾਨ, ਪੱਟ ਨਹੀਂ ਹੁੰਦਾ ਪੱਟ ਬੱਕਰੇ ਦਾ, ਉਹ ਮੈਂ ਪੱਟ ਵੇਖਿਆ ਉਹਦਾ ਲਟਕੇ ਆ, ਉਹ ਬੱਕਰਾ ਜ਼ਿਬਾ ਹੋਇਆ, ਉਹਦੀ ਰਾਨ ਮੈਂ ਵੇਖੀ ਹੈ ਸਾਰੀ ਖੂਨ ਆਲੂਦੀਆਂ ਕੋਈ ਗੋਸ਼ਤ ਦਾ। ਤੇ ਉਹ ਮੈਨੂੰ ਇਹ ਸਮਝ ਆਈ ਹੈ ਕਿ ਸਾਡੇ ਤੇ ਤੁਹਾਡੇ ਘਰ ਦੇ ਵਿੱਚ ਹੀ ਉਹ ਗੱਲ ਹੈ, ਸਾਡੇ ਤੇ ਤੁਹਾਡੇ ਘਰ ਦੇ ਵਿੱਚ ਹੀ ਇਹ ਗੱਲ ਹੈ, ਜਾਂ ਇੱਥੇ ਵੇ ਤੇ ਜਾਂ ਉੱਥੇ ਵੇ ਤੇ ਜਾਂ ਸਾਡੀ ਸਾਂਝੀ ਗੱਲ ਹੈ। ਗੱਲ ਸਮਝ ਗਏ? ਬੱਕਰਾ ਜ਼ਿਬਾ ਹੋਣਾ ਹੈ, ਬੱਕਰਾ ਜ਼ਿਬਾ ਹੋਣਾ ਹੈ ਜਾਂ ਮੇਰੇ ਵਿਹੜੇ ਹੋਇਆ ਤੇ ਉਹ ਤੁਹਾਡਾ ਤੇ ਸਾਡਾ ਸਾਂਝਾ ਕੋਈ ਮਾਮਲਾ ਹੈ। ਰੱਬ ਨੇ ਮੈਨੂੰ ਦੱਸਿਆ ਪਰ ਕਲੈਰਿਟੀ ਉਹਦੇ ਚ ਨਹੀਂ ਹੈ, ਸਫਾਈ ਨਹੀਂ ਹੈ, ਪਤਾ ਨਹੀਂ ਉਹ ਕੀ ਵਾਕਿਆ ਹੋਣ ਵਾਲਾ, ਲੇਕਿਨ ਕੋਈ ਸਖਤ ਕੋਈ ਵਾਕਿਆ ਹੋਣ ਵਾਲਾ। ਮਿਰਜ਼ਾ ਸਾਹਿਬ ਨੂੰ ਉਸ ਖਾਬ ਤੇ ਉਮੀਦ ਸੀ, ਇਹਨਾਂ ਸਾਲ ਦੀ ਡੇਟ ਲੈ ਲਈ ਵੀ ਬੱਕਰਾ ਵੀ ਜ਼ਿਬਾ ਹੋਇਆ ਵੇਖਿਆ ਤੇ 2 ਸਾਲ ਦੀ ਜਗੀਰ ਹੋਣ ਲਿਖਾ ਲਓ ਹੱਕ ਮਹਿਰ ਤੇ ਸਟਾਮ ਤੇ ਅਗਰ ਹੋ ਗਿਆ ਤੇ ਇਹਨੇ ਮਰ ਜਾਣਾ ਸਾਲ ਦੇ ਅੰਦਰ ਅੰਦਰ। ਤੇ ਮੈਂ ਕਹਾਂਗਾ ਵੀ ਮੈਂ ਤੇ ਉਦੋਂ ਹੀ ਦੱਸ ਛੜਿਆ ਸੀ, ਖਾਬ 'ਚ ਮੈਂ ਵੇਖਿਆ ਸੀ ਬੱਕਰਾ ਜ਼ਿਬਾ ਹੋਇਆ। ਤੇ ਇਹ ਉਹਨਾਂ 50,000 ਦੀ ਜਿਹੜੀ ਹੈ ਨਾ, ਉਦੋਂ 50,000 ਰੁਪਇਆ ਬਣਦੀ ਸੀ ਉਹਦੀ 2 ਸਾਲ ਦੀ ਜਾਗੀਰ ਦੀ ਆਮਦਨੀ, ਤੇ ਉਹ 50,000 ਰੁਪਇਆ ਵੀ ਸਾਡੇ ਕਰ ਲੈਂਦੇ ਆ ਤੇ ਬੱਕਰਾ ਵੀ ਜ਼ਿਬਾ ਹੋ ਜਾਣਾ ਤੇ ਉਹਦੇ ਬਾਅਦ ਕੁੜੀ ਨੇ ਤਾਂ ਜਾਣਾ ਹੀ ਕੋਈ ਨਹੀਂ ਉਹਦੇ ਕੋਲ, ਮੁਬਾਰਕਾ ਬੇਗਮ ਤੇ ਕੁਆਰੀ ਦੀ ਕੁਆਰੀ ਰਹੀ ਰਵੇ ਦੀ ਤੇ ਕੰਮ ਹੋ ਜਾਏਗਾ। ਇਸ ਪ੍ਰੋਗਰਾਮ ਦੇ ਤਹਿਤ ਮਿਰਜ਼ਾ ਸਾਹਿਬ ਨੇ ਉਹਨੂੰ ਇਸ ਸ਼ਰਤ ਨਾਲ ਮਸ਼ਰੂਤ ਕਰਕੇ ਕਿ ਸਵਾਰ ਵਾਲੇ ਦਿਨ ਇਹ ਸਟਾਮ ਪੇਪਰ ਦੇ ਉੱਤੇ ਰਜਿਸਟਰ ਹੋ ਜਾਣਾ ਚਾਹੀਦਾ ਜੇ ਤੂੰ ਚਾਹੁੰਦਾ ਤੇ, ਜੇ ਤੇਰੀ ਖਾਹਿਸ਼ ਹੈ ਤੇ ਫਿਰ ਦੇਰ ਨਾ ਕਰ, ਫਿਰ ਸੋਚਣ ਵਾਲਾ ਕੰਮ ਨਹੀਂ, ਸੋਚਣਾ ਨਹੀਂ ਹੈ। ਉਹ ਖਤ ਇਹ ਸਾਰਾ ਮੈਂ ਮਫਹੂਮ ਪਿਆ ਬਿਆਨ ਕਰਨਾ, ਉਹ ਤੁਸੀਂ ਖਤ ਪੜੋਗੇ ਬਿਲਕੁਲ ਇਹੀ ਗੱਲ ਲਿਖੀ ਉਹਦੇ ਵਿੱਚ। ਇਹ ਇਕਤਬਾਸ ਕਿੱਥੇ ਕਿਹੜੇ ਖਾਤੇ ਦੇ ਵਿੱਚ ਮਸਲ ਕਿ ਡਾਊਨਲੋਡ ਕੀਤਾ ਜਾਵੇ? ਮਕਤੂਬਾਤ ਦੇ ਅੰਦਰ, ਮਕਤੂਬਾਤ ਦੇ ਅੰਦਰ ਜੇ ਤੁਹਾਨੂੰ ਚਾਹੀਦਾ ਤਾਂ ਮੈਂ ਤੁਹਾਨੂੰ ਖੋਲ ਕੇ ਦੇ ਦਿੰਦਾ। ਇਹ ਮੈਂ ਇਹਨਾਂ ਨੂੰ ਦਿੱਤਾ, ਇਹਨਾਂ ਕੋਲ ਲੈ ਲਓ।
ਇਹਨਾਂ ਨੂੰ ਗੱਲ ਤਾਂ ਸਾਰੀ ਤਾਂ ਮੁਬਾਰਕਾਂ ਪਤਾ ਹੈ। ਬੇਗਮ ਇੰਜ ਨਹੀਂ ਮੁਬਾਰਕਾਂ ਹੋਈ ਐਸਐਫਏ ਦੀ ਜਿਹੜੀ ਰੂਹਾਨੀ ਮਾਂ ਹੈ ਫਿਰ ਉਹ ਮਰਿਆ ਤਾਂ ਨਹੀਂ ਨਾ ਬੰਦਾ? ਮੁਬਾਰਕਾਂ ਹੋਈ ਹੈ। ਨਹੀਂ ਮਰਿਆ ਮੁਰਿਆ ਕੋਈ ਨਹੀਂ, ਉਹ ਲੈ ਗਿਆ ਸੀ ਸਾਲ ਆਪ ਬਾਅਦ ਮਰ ਉਹ ਇਹ ਮਰ ਗਿਆ, ਉਹ ਨਹੀਂ ਮਰਿਆ। ਜ਼ਬਰਦਸਤ ਨਾ ਉਹਨੇ ਕਬੂਲ ਕੀਤਾ ਇਹਨੂੰ। ਹਾਂ ਮਕਤੂਬ ਨੰਬਰ ਮਿਰਜ਼ਾ 97 ਸਾਹਿਬ ਨੇ ਮੇਰੇ ਤਰੇਵੇਂ ਕੁੜੀਆਂ ਜਿਹੜੇ ਨਾ ਐਵੇਂ ਕਿਸੇ ਨੂੰ ਮੰਡ ਮੁੱਢ ਕੇ ਨਾ ਸਾਰੀਆਂ ਨੇ, ਕਿਸੇ ਕੋਲੋਂ ਪੈਸੇ ਲੈ ਕੇ ਤੇ ਕਿਸੇ ਨੂੰ ਸਾਰੀ ਜ਼ਿੰਦਗੀ ਜ਼ਬਰਦਸਤੀ ਕੁੜੀਆਂ ਦਾ ਦੇ ਧੰਦਾ ਹੀ ਕਰਕੇ ਇਹਨੇ ਨਬੋਚ ਚਲਾਈ ਹੈ। ਠੀਕ ਹੈ ਨਾ, ਕਿਸੇ ਦੀ ਧੀ ਲੈਣ ਦੀ ਕੋਸ਼ਿਸ਼ ਕੀਤੀ ਹੈ ਥ੍ਰੈਟ ਕਰਕੇ, ਕਿਸੇ ਨੂੰ ਧੀ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਥ੍ਰੈਟ ਕਰਕੇ ਹੈ। ਉਹ ਵੀ ਜਦੋਂ ਜਾਣ ਦੀ ਗੱਲ ਯਾਰ ਕਿਹੋ ਜਿਹਾ ਲੱਕ ਕਸਮ ਖੁਦਾ ਦੀ ਇਹੋ ਜਿਹਾ ਕਰੈਕਟਰ ਨਾ ਓ ਯਾਰ ਉਹ ਜਿਹੀਆਂ ਗੱਲਾਂ ਨਾ ਕਰੋ। ਤੁਸੀਂ ਉਹਨਾਂ ਦੀਆਂ ਬਰਾਡਾਂ ਤੇ ਜਾਣਾ ਹੁੰਦਾ, ਉਹਨਾਂ ਕਹਿਣਾ ਤੁਸੀਂ ਆਪਣੀਆਂ ਬਰਾਡਾਂ ਤੇ ਬਹਿ ਕੇ ਸਾਡੇ ਮਸੀਹ ਮੁੱਦ ਬਾਰੇ ਇਹੋ ਜਿਹੀਆਂ ਗੱਲਾਂ ਕਰਦੇ ਹੋ ਤੇ ਫਿਰ ਇੱਥੇ ਆ ਗਏ ਸਾਡੀ ਬਰਾਡ ਤੇ। ਤੇ ਉਹਨਾਂ ਨੂੰ ਕਹਿ ਦਵੋ ਕਿ ਮਕਤੂਬ ਨੰਬਰ 97 ਤੇ 98 ਤੁਸੀਂ ਪੜ੍ਹ ਕੇ ਸੁਣਾ ਦਵੋ। ਠੀਕ ਹੈ, ਤੇ ਮੂੰਹ ਬੋਲੇ ਨਾਮ ਲੈ ਲਓ। ਅੱਕੀ ਦੀ ਰਾਨ ਉਹਦੀ ਲਟਕੀ ਰਹੀ। ਲਾਮਾ ਸਾਹਿਬ ਇਹਨਾਂ ਨੇ ਹੁਣ ਤੋਂ ਉਹ ਸ਼ੀਆ ਨੇ ਕਬੂਲਿਆ ਇਹਨਾਂ ਨੂੰ ਐਜ਼ ਏ ਨਬੀ? ਨਹੀਂ ਹੋਇਆ ਤੇ ਬੈਤ ਤੇ ਨੇ ਕੀਤੀ ਸੀ ਨਾ, ਉਹ ਮਰਜ਼ਾਈ ਤੇ ਹੋਇਆ ਸੀ, ਮਜ਼ਾ ਹੀ ਹੋ ਗਿਆ ਸੀ। ਫਿਰ ਬਾਅਦ ਦੇ ਵਿੱਚ ਉਹਨੇ ਇਸ ਤਰ੍ਹਾਂ ਕੀਤਾ ਸ਼ਾਦੀ ਹੈ ਨਾ। ਹਾਂ ਹੁਣ ਦੇਖੋ ਜਿਹਦੇ ਅੰਦਰ ਤੁਹਾਨੂੰ ਪਤਾ ਹੈ ਭਾਈ, ਜਿਹਦੇ ਅੰਦਰ ਮੁੱਦਤ ਮੁਕਰਰ ਹੋਵੇ ਉਹ ਨਿਕਾਹ ਮੁਤਾ ਹੈ। ਠੀਕ ਹੈ ਨਾ, ਬਲਕਿ ਇਸਲਾਮ ਇਹ ਮੁਤਾ ਤੇ ਚਲਾਈਏ। ਕਿੰਨੀ ਕੁ ਮੁਬਾਰਕ ਆਵੇ ਤੇ ਤੁਸੀਂ ਆਪ ਹਿਸਾਬ ਲਾ ਲਓ। ਸਫੀ ਹੁਣ ਮਜ਼ਾ ਆ ਰਿਹਾ, ਅਗਲੀ ਦਫਾ ਹੋਰ ਉਨੀ ਬਕਵਾਸ ਕਰੇ ਜਿੰਨੀ ਸੁਣ ਲਵੇਂ। ਔਰ ਤੁਸੀਂ ਕਹਿੰਦੇ ਵੀ ਉਹਨਾਂ ਦੀ ਬਰਾਤ ਤੇ ਜਾਣਾ ਹੈ, ਬਸ ਸਾਨੂੰ ਕਿਹੜਾ ਡੇਮੂ ਲੱਡਿਆ ਹੈ ਕਿ ਅਸੀਂ ਹੁਣ ਇਹੋ ਜਿਹੇ ਰਾਮਜ਼ਾਦੇ ਦੀ ਬਰਾਤ ਤੇ ਜਾਈਏ ਤੇ ਨਬੀ ਅੰਬਿਆ ਦੇ ਖਿਲਾਫ ਬਕਵਾਸਿਆਤ ਸੁਣੀਏ। ਲਾਮਾ ਸਾਹਿਬ ਬੱਚੀਆਂ ਨੂੰ ਕੀ ਇਤਰਾਜ਼ ਕਰਨਾ ਸੀ? ਬੱਚਿਆਂ ਨੂੰ ਕੀ ਇਤਰਾਜ਼ ਹੋ ਸਕਦਾ ਸੀ? 13-14 ਸਾਲ ਦੀ ਬੱਚੀ ਕੀ ਇਤਰਾਜ਼ ਕਰਨਾ ਸੀ? ਕੀ ਇਤਰਾਜ਼ ਕਰ ਸਕੇ? ਤੇ ਵਾਲਿदैन ਨੂੰ ਸੋਚਣਾ ਚਾਹੀਦਾ ਨਾ ਇਹ ਕੀ ਫੈਸਲਾ ਕਰਨਾ। ਜੇ ਪਿਓ ਹੀ ਉਹਨੂੰ ਮੰਡੀ ਤੇ ਲੈ ਜੇ ਤੇ 13-14 ਸਾਲ ਦੀ ਬੱਚੀ ਦੀ ਕੀ ਉਮਰ ਹੁੰਦੀ? ਉਹਨੇ ਵਿਚਾਰੀ ਨੇ ਕਿਹਾ ਨਾ ਜੇ ਪਿਓ ਹੀ ਵੇਚਣ ਲੱਗਿਆ ਹੋਵੇ। ਇਸ ਬੰਦੇ ਨੂੰ ਤੁਸੀਂ ਨਬੀ ਮੰਨਿਆ? ਹਾਂ, ਧੀਆਂ ਵੇਚਣ ਦਾ ਟਾਈਮ ਆਵੇ ਤੇ 50-50 ਹਜ਼ਾਰ ਦੀ ਵੇਚੇ, ਜਦੋਂ ਲੋਕਾਂ ਦੀ ਲੈਣ ਦੇ 500-500 ਦੀ ਲੈ ਕੇ ਆਏ। ਉਹ ਅੱਜ ਦਾ 50 ਕਰੋੜ ਹੈ। ਹਾਂ ਬਿਲਕੁਲ ਨਹੀਂ, ਅੱਜ ਦਾ 50 ਕਰੋੜ ਹੈ। ਐਗਜ਼ੈਕਟਲੀ ਮੈਂ ਕਹਿ ਰਿਹਾ ਕਿ ਤੋਬਾ ਇਸਤਗਫਾਰ, ਤੁਸੀਂ ਇਹੋ ਜਿਹੇ ਬੰਦੇ ਨੂੰ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਮੌਜੂਦ ਹੈ ਕਿ ਅੱਲਾਹ ਤਾਲਾ ਨੂੰ ਸਭ ਤੋਂ ਜ਼ਿਆਦਾ ਨਿਕਾਹ ਉਹ ਪਸੰਦ ਹੈ ਜਿਹੜਾ ਸਾਦਗੀ ਦੇ ਨਾਲ ਹੋਵੇ। ਸਭ ਤੋਂ ਅੱਛੀ ਔਰਤ ਹੋਵੇ ਜਿਹੜਾ ਸਭ ਤੋਂ ਜ਼ਿਆਦਾ ਸਾਦਗੀ ਦੇ ਨਾਲ ਬੰਦੇ ਦੇ ਕੋਲ ਆਵੇ, ਸਭ ਤੋਂ ਘੱਟ ਕੀਮਤ ਤੇ ਆਏ ਹੱਕ ਮੈਂ ਦੇ ਉੱਤੇ ਦਰੂਦ ਤੇ ਵੀ ਜਿਹੜਾ ਹੋ ਸਕਦਾ। ਤੇ ਇਸ ਬੰਦੇ ਦਾ ਤੁਸੀਂ ਕਿਰਦਾਰ ਹੀ ਵੇਖ ਲਵੋ ਕਿ ਸਾਰੀ ਜ਼ਿੰਦਗੀ ਬਾਜ਼ਾਰੀ ਕਰਦਾ ਰਿਹਾ ਤੇ ਉਹਨੂੰ ਤੁਸੀਂ ਨਬੀ ਮੰਨ ਕੇ ਬੈਠੇ ਹੋ। ਖੁਦਾ ਦੀ ਲਾਨਤ, ਖੁਦਾ ਦੇ ਫਰਿਸ਼ਤਿਆਂ ਦੀ ਲਾਨਤ, ਤਮਾਮ ਲਾਨਤ ਕਰਨ ਵਾਲਿਆਂ ਦੀ ਲਾਨਤ। ਨਹੀਂ, ਸਵੇਰੇ ਮੈਨੂੰ ਤੁਹਾਡੇ ਤੋਂ ਵੱਡੇ ਖਿਤਾਬ ਦੇ ਰਹੇ ਸਨ। ਇਹ ਹੁਣ ਅਮਰ ਨਜ਼ੀਰ ਤੋਂ ਵੀ ਅੱਗੇ ਹੋ ਗਿਆ ਹੈ। ਇਹਨੇ ਜਿਹੜੀ ਸ਼ਾਦੀ ਤੇ ਸਾਡੇ ਕਾਬਰੀ ਨੇ ਕੀਤੀ ਹੈ, ਇਹਨੇ ਸਾਡਾ ਭਰੋਸਾ ਜਿੱਤ ਯਾਰ। ਮੈਂ ਯਾਨੀ ਕਿ ਮੈਂ ਕੋਈ ਬੈਤ ਫਾਰਮ ਤੇ ਸਾਈਨ ਕਰ ਲਿਆ ਸੀ, ਮੇਰਾ ਕੋਈ ਤਜਨੀਦ ਕਾਰਡ ਬਣ ਗਿਆ ਸੀ ਹੈ ਕਿ ਮੈਂ ਮਸਰੂਰ ਦੇ ਹੱਥ ਬੈਤ ਕੀਤੀ ਤੇ ਤਾਂ ਸੇ ਇਹਨਾਂ ਨੂੰ ਬੜੀ ਤਕਲੀਫ ਹੋ ਰਹੀ ਹੈ। ਕੋਈ ਖੀ ਉਹਨਾਂ ਨੂੰ ਲਵਾਈ ਸਾ ਜਨਾ ਢਿੱਲੀਆਂ ਗੱਲਾਂ ਕਰਦੇ ਰਹੋ। ਨਾਸਰ ਬਾਟ ਨਾਲ ਬਹਿ ਕੇ ਕੋਈ ਢਿੱਲੀਆਂ ਗੱਲਾਂ ਕੀਤੀਆਂ ਜੇ ਤੇ ਉਹਨਾਂ ਨੂੰ ਕੋਈ ਇੱਖਿਆ ਸੀ ਨਾ ਤੁਹਾਡੇ ਤੋਂ, ਉਹਨਾਂ ਦੇ ਤਮਾਦ ਨੂੰ ਠੇਸ ਪਹੁੰਚੀ। ਬਸ ਸਾਹਿਬ ਮਿਰਜ਼ਾ ਸਾਹਿਬ ਨੂੰ ਪਤਾ ਸੀ ਕਿ ਉਹ ਨਾਮਰਾਦ ਨੇ, ਤੇ ਫਿਰ ਉਹਨਾਂ ਨੇ ਮਤਲਬ ਸ਼ਾਦੀ ਕਿਉਂ ਕੀਤੀ? ਉਹਨਾਂ ਨੇ ਤੇ ਇਸ ਤਰ੍ਹਾਂ ਦਾ ਕੋਈ ਹਵਾਲਾ ਵੀ ਨਹੀਂ ਦਿੱਤਾ ਕਿ ਉਹਨਾਂ ਨੂੰ ਹਿਲਾਮ ਹੋਇਆ ਸੀ ਕਿ ਤੁਸੀਂ ਬੇਸ਼ੱਕ ਇਸ ਤਰ੍ਹਾਂ ਸ਼ਾਦੀ ਕਰੋ, ਕਿਉਂਕਿ ਉਹਨਾਂ ਨੂੰ ਪਤਾ ਕਿ ਉਹ ਹੱਕ ਜ਼ੌਜੀਅਤ ਅਦਾ ਨਹੀਂ ਕਰ ਸਕਦੇ। ਤੇ ਸ਼ਾਦੀ ਕਰਨ ਦੀ ਕੀ ਵਜ੍ਹਾ ਸੀ ਉਹਨਾਂ ਦੀ? ਕਿ ਉਹ ਤੇ ਪੜ੍ਹੇ ਲਿਖੇ थे, ਆਪਣੇ ਆਪ ਨੂੰ ਨਬੀ ਵੀ ਕਹਿੰਦੇ थे, ਇਮਾਮ ਮਹਿਦੀ ਵੀ, ਇਤਨੇ ਬੜੇ ਦਾਅਵੇ ਸਨ। ਤਾਂ ਇਸ ਤਰ੍ਹਾਂ ਤਾਂ ਨਹੀਂ ਕਰਦੇ ਨਾ ਕਿ ਇੱਕ ਔਰਤ ਦੀ ਜ਼ਿੰਦਗੀ ਖਰਾਬ ਕਰ ਦੇਵਣ। ਉਹਨਾਂ ਨੂੰ ਪਤਾ ਵੀ ਹੈ ਕਿ ਉਹਦੇ ਹਕੂਕ ਪੂਰੇ ਨਹੀਂ ਕਰ ਸਕਣੇ ਉਹ। ਇਹਦੇ ਵਿੱਚ ਜਿਹੜਾ ਸਭ ਤੋਂ ਅਹਿਮ ਸਵਾਲ ਹੈ ਨਾ ਉਹ ਇਹ ਹੀ ਹੈ ਜਿਹੜਾ ਤੁਸੀਂ ਆਖਿਆ ਕਿ ਐਸਾ ਕੋਈ ਇਲਹਾਮ ਹੈ ਕਿ ਤੁਸੀਂ ਸ਼ਾਦੀ ਕਰੋ। ਮਿਰਜ਼ਾ ਸਾਹਿਬ ਦਾ ਦਾਵਾ ਇਹ ਹੀ ਹੈ ਤੇ ਮਿਰਜ਼ਾਈ ਵੀ ਤੁਹਾਨੂੰ ਇਹ ਜਵਾਬ ਦੇਣਗੇ ਕਿ ਨਾ ਮਰਦਮੀ ਦੇ ਬਾਵਜੂਦ ਅਗਰ ਉਹਨਾਂ ਨੇ ਸ਼ਾਦੀ ਕੀਤੀ ਹੈ ਤੇ ਉਹਦੀ ਵਜ੍ਹਾ ਇਹ ਵੇ ਕਿ ਉਹਨਾਂ ਨੂੰ ਖੁਦਾ ਨੇ ਆਖਿਆ ਸ਼ਾਦੀ ਕਰੋ। ਤੇ ਜੇ ਤੁਸੀਂ ਪੁੱਛੋਗੇ ਵੀ ਖੁਦਾ ਨੇ ਕਿੱਥੇ ਆਖਿਆ, ਉਹ ਇਲਹਾਮ ਕਿੱਥੇ ਵੇ, ਤੇ ਇਲਹਾਮ ਨਹੀਂ ਪੇਸ਼ ਕਰ ਸਕਣਗੇ ਮਿਰਜ਼ਾਈ। ਜ਼ਬਰਦਸਤ ਲਾਮਾ ਸਾਹਿਬ। ਕੱਲ ਉਹਨਾਂ ਨੇ ਨਾ ਟਰੂ ਮੁਸਲਿਮ ਨੂੰ ਇਹ ਆਖਿਆ ਸੀ ਕਿ ਕੁਰਾਨ ਦੇ ਵਿੱਚੋਂ ਦੇਖੋ ਨਾ ਕਿ ਅੰਬੀਆ ਨੂੰ ਉਹ ਇਸ ਕਫੀਅਤ ਜਾਨੀ ਇਸ ਹਾਲਤ 'ਚ ਨਹੀਂ ਸੀ ਕਿ ਉਹ ਸ਼ਾਦੀਆਂ ਦੇ ਕਾਬਿਲ ਹੁੰਦੇ।
तो लिहाजा फिर भी उन्होंने बजाते खुद अपना इतराफ किया कि असी इस काबिल नहीं कि असी बच्चे जन सकीए, लेकिन अल्लाह ताला दा हुक्म सी। हुण मिर्जा साहब दा इस हुक्म नूं कवर करने वास्ते इल्हाम चाहिदा सी कि इल्हाम होया कि कर शादी या कि नहीं होया। ते इल्हाम अगर नहीं है तो ये बहुत अच्छी बात है तुसीं दसी अज। कोई इल्हाम नहीं है। ਨਹੀਂ, ਅਗਰ ਇਲਹਾਮ ਹੋਇਆ ਤੇ ਫਿਰ ਤਾਂ ਉਹਨਾਂ ਦੀ ਗੱਲ, ਅਗਰ ਉਹ ਬੇਸ਼ੱਕ ਇੱਕ ਇਲਹਾਮ ਹੋਇਆ ਹੈ, ਉਹ ਦੱਸ ਰਹੇ ਨੇ ਬਾਅਦ ਦੀ ਗਲਤੀ ਹੋ ਗਈ ਹੈ, ਇਹ ਮੌਜਜ਼ਾ ਹੋਇਆ ਤੇ ਬੱਚੇ ਪੈਦਾ ਹੋਏ ਨੇ। ਕਿੱਥੇ ਇਲਹਾਮ ਹੋਇਆ? ਜ਼ਿਕਰ ਹੀ ਨਹੀਂ ਹੈ ਨਾ। ਉਹ ਮਨ ਕਹਿੰਦੇ ਨੇ ਇਲਹਾਮ ਹੋਇਆ, ਅਗਰ ਹੁੰਦਾ ਤਾਂ ਕੱਲ ਦੱਸ ਦਿੰਦਾ ਨਾ। ਉਹ ਬਾਅਦ ਦੀ ਗਲਤੀ ਹੈ। ਉਹ ਇਲਹਾਮ ਖਾਲਿਦ ਬਿਨ ਵਲੀਦ ਕੱਲ ਦੱਸ ਦਿੰਦਾ ਨਾ ਕਿ ਉਹਨਾਂ ਨੂੰ ਇਲਹਾਮ ਹੋਇਆ ਸੀ, ਬੇਸ਼ੱਕ ਤੁਸੀਂ ਨਕਾਰਾ ਹੋ ਗਏ ਹੋ ਤੇ ਸ਼ਾਦੀ ਕਰੋ। ਅੱਲਾਹ ਨੂੰ ਇਲਹਾਮ ਹੋਇਆ ਕਿ ਬੱਚੇ ਅਸੀਂ ਦੇਵਾਂਗੇ। ਇਸ ਤਰ੍ਹਾਂ ਦੇ ਤਾਂ ਕੋਈ ਉਹਨਾਂ ਦਾ ਮੁਤਾਲਬਾ ਨਹੀਂ ਹੈ, ਨਾ ਹੀ ਉਹ ਇਸ ਤਰ੍ਹਾਂ ਦਾ ਕੋਈ ਕਹਿੰਦੇ ਨੇ। ना को बच्चे की पेशीनगोई है शादी दे मतलब ते ना ही शादी का इल्हाम है कोई। 20-21 साल पहले उन्होंने दिता है, ठीक है ना, तो बात दिती है वो विच छप नहीं सकिया। वो जो इश्तिहार वाला वर्क है ना, वो मिस प्रिंट हो गया ना, कहाँ से काम खराब हो गया। तो मिर्जा साहब ने क्यों शादी की है? मतलब ठड़क झाड़न वास्ते के पता भी है नकारा हो गए ने। खुद कह रहे लोग भी मशवरा देते सर भाई तुसी शादी ना करो। फिर मिर्जा साहब ने बदो बदी शादी कर ली। फिर उतों कहते हैं जी मैनू तो देखो जी ਜਿਹੜੇ ਬੱਚੇ ਹੋਏ ਨੇ ਇਹ ਤੇ ਮੌਜਜ਼ਾਤੀ ਤੌਰ ਤੇ ਹੋ ਗਏ ਨੇ। ਔਰ ਇਸ ਦਾ ਮਤਲਬ ਹੈ ਕਿ ਉਹਨਾਂ ਦੇ ਮੰਨਣ ਵਾਲੇ ਜਿਹੜਾ ਖਾਲਿਦ ਬਿਨ ਵਲੀਦ ਹੈ ਉਹ ਐਕਸੈਪਟ ਕਰ ਰਹੇ ਸੀ ਕਿ ਮਿਰਜ਼ਾ ਸਾਹਿਬ ਨਾਮਰਾਦ ਸੀ ਸ਼ਾਦੀ ਤੋਂ ਪਹਿਲੇ। ਨਹੀਂ, ਉਹ ਤਾਂ ਸਿਰਫ ਇੰਨਾ ਹੀ ਕਰ ਲੈਣਾ ਸੀ। ਤੁਸੀਂ ਉਹਨਾਂ ਨੂੰ ਕਹਿਣਾ ਸੀ ਬਈ ਤੁਸੀਂ ਮੈਨੂੰ ਇੱਕ ਰਿਕਾਰਡਿੰਗ ਕਰਾ ਦਿਓ ਬਈ ਮਿਰਜ਼ਾ ਸਾਹਿਬ ਦੇ ਘਰ ਜਿਹੜੇ 10 ਬੱਚੇ ਹੋਏ ਨੇ ਇਹਦੇ 'ਚ ਉਹਨਾਂ ਦੀ ਜ਼ਾਤੀ ਇਸਤਿਦਾਦ ਸ਼ਾਮਲੇ ਹਾਲ ਬਿਲਕੁਲ ਨਹੀਂ ਹੈ। ਇਸੇ ਤਰ੍ਹਾਂ ਹੀ ਉਹਨਾਂ ਦੇ ਘਰ ਮੌਜਜ਼ਾਤੀ ਤੌਰ ਤੇ ਬੱਚੇ ਪੈਦਾ ਹੋਏ ਨੇ, ਜਿਸ ਤਰ੍ਹਾਂ ਸਈਦਾ ਮਰੀਮ ਸਦੀਕਾ ਦੇ ਘਰ ਮਸੀਹ ਇਬਨ ਮਰੀਮ ਪੈਦਾ ਹੋਏ ਨੇ ਬਗੈਰ ਬਾਪ ਦੀ ਇਨਵੋਲਵਮੈਂਟ ਦੇ, ਯਾਨੀ ਮੌਜਜ਼ਾਤੀ ਪੈਦਾਇਸ਼ ਉਹਨਾਂ ਦੀ ਬਗੈਰ ਬਾਪ ਤੋਂ। ਤੁਸੀਂ ਇਹ ਰਿਕਾਰਡ ਕਰ ਦਿਓ ਅਗਰ ਤੁਹਾਡਾ ਇਹ ਦਾਵਾ ਹੈ ਕਿ ਇਹ ਮੌਜਜ਼ਾਤੀ ਤੌਰ ਤੇ ਬੱਚੇ ਪੈਦਾ ਹੋਏ ਨੇ ਔਰ ਉਹਨਾਂ 'ਚ ਸਲਾਹੀਅਤ ਨਹੀਂ ਸੀ, ਖਾਰਕ ਆਦਤ ਹੋਇਆ, ਤੇ ਤੁਸੀਂ ਇਹ ਰਿਕਾਰਡ ਕਰਾ ਦਿਓ। ਉਹ ਤੁਸੀਂ ਕਰਵਾਣੀ ਸੀ ਰਿਕਾਰਡ। ਰਿਕਾਰਡਿੰਗ ਨਹੀਂ ਕਰਾਈ, ਲੇਕਿਨ ਉਹ ਮਿਸਾਲ ਦੇਤੇ ਨਾ ਹਜ਼ਰਤ ਮਰੀਮ अलैहिस्सलाम ਦੀ ਤੇ ਹਜ਼ਰਤ ਇਬਰਾਹੀਮ अलैहिस्सलाम ਦੀ ਬੀਵੀ ਦੀ। ਉਹਨਾਂ ਨੂੰ ਤੁਸੀਂ ਚੀਜ਼ਾਂ ਨੂੰ ਨਾ ਥੋੜਾ ਜਿਹਾ ਬਰੀਕੀ 'ਚ ਜਾ ਕੇ ਵੇਖਿਆ ਕਰੋ ਨਾ ਵੀ ਹਜ਼ਰਤ ਮਰੀਮ ਦੀ ਤੇ ਸ਼ਾਦੀ ਹੋਈ ਨਹੀਂ ਨਾ, ਉਹ ਤੇ ਬਗੈਰ ਸ਼ਾਦੀ ਤੋਂ ਅੱਲਾਹ ਤਾਲਾ ਨੇ ਮੌਜਜ਼ਤਨ, ਜਿਸ ਤਰ੍ਹਾਂ ਕੁਰਾਨ 'ਚ ਉਹਨਾਂ ਦਾ ਜ਼ਿਕਰ ਆਉਂਦਾ ਹੈ ਕਿ ਫਰਿਸ਼ਤਾ ਉਹਨਾਂ ਦੇ ਕੋਲ ਆਇਆ ਤੇ ਉਹਨੇ ਕਿਹਾ ਮੈਂ ਤੁਹਾਨੂੰ ਅੱਲਾਹ ਦੀ ਤਰਫੋਂ ਖੁਸ਼ਖਬਰੀ ਦੇਣਾ, ਬੇਟਾ ਦੇਣਾ ਹੈ, ਤੇ ਉਹਨਾਂ ਨੂੰ ਕਿਸੇ ਨੇ ਛੂਇਆ ਵੀ ਨਹੀਂ ਹੈ। ਉਹਨਾਂ ਨੇ ਕਿਹਾ ਮੈਨੂੰ ਤਾਂ ਕਿਸੇ ਟੱਚ ਵੀ ਨਹੀਂ ਕੀਤਾ ਤੇ ਮੈਂ ਕਿਸ ਤਰ੍ਹਾਂ ਬੱਚਾ ਜਨਾਂਗੀ। ਮੌਜਜ਼ਾਤੀ ਪੈਦਾਇਸ਼ ਉਹਨਾਂ ਦੀ ਐਬਸੋਲੂਟਲੀ, ਜਿਹਨੂੰ ਕਹਿੰਦੇ ਨੇ 100% ਮੌਜਜ਼ਾਤੀ ਪੈਦਾਇਸ਼ ਹੈ, ਉਹਦੇ 'ਚ ਕਿਸੇ ਦੀ ਕੋਈ ਇਨਵੋਲਵਮੈਂਟ ਨਹੀਂ। ਕਿਆ ਇਹਨਾਂ ਦਾ ਇਹ ਦਾਅਵਾ ਹੈ ਕਿ ਇਹ ਬਗੈਰ ਉਹਦੇ ਤੋਂ ਆਏ ਨੇ, ਬਗੈਰ? ਨਹੀਂ, ਉਹ ਮਿਰਜ਼ਾ ਸਾਹਿਬ ਤੇ ਬੇਸ਼ੱਕ ਨਾਮਰਾਦ ਸਨ, ਲੇਕਿਨ ਉਹਦੇ ਬਾਵਜੂਦ ਆਪਣੀ ਬੀਵੀ ਨੂੰ ਛੂਣੇ ਛਾਣੇ ਤੇ ਛੇੜਛਾੜ ਤੇ ਕਰਦੇ ਰਹੇ ਹੋਣੇ ਨੇ ਨਾ। ਇਹ ਹੀ ਤਾਂ ਗੱਲਾਂ ਕਰਨ ਵਾਲੀਆਂ ਸਨ, ਪੁੱਛਣ ਵਾਲੀਆਂ ਸਨ ਕਿ ਕਿਆ ਇਹ ਇਹਨਾਂ ਦੀ ਬਿਲਕੁਲ ਬਗੈਰ ਇਨਵੋਲਵਮੈਂਟ ਤੋਂ ਬੱਚੇ ਪੈਦਾ ਹੋਏ ਨੇ? 10 ਮਰੀਮ अलैहिस्सलाम ਨੇ ਤਾਂ ਕਿਸੇ ਮਰਦ ਨੇ ਉਂਗਲੀ ਤੱਕ ਟੱਚ ਨਹੀਂ ਕੀਤੀ ਸੀ ਨਾ, ਲੇਕਿਨ ਮਿਰਜ਼ਾ ਸਾਹਿਬ ਤੇ ਇਸ ਤਰ੍ਹਾਂ ਦੀ ਹਰਕਤਾਂ ਕਰਦੇ ਰਹੇ ਹੋਣੇ ਨੇ। ਬਈ ਜੇ ਮਿਰਜ਼ਾ ਸਾਹਿਬ ਨੇ ਆਪਣੀ ਜ਼ਾਤੀ ਕੋਈ ਇਸਤਿਦਾਦ ਪੇਸ਼ ਕੀਤੀ ਹੈ ਤੇ ਫਿਰ ਮੌਜਜ਼ਾ ਨਹੀਂ, ਤੇ ਜੇ ਇਹਨਾਂ ਦੀ ਜ਼ਾਤੀ ਇਸਤਿਦਾਦ ਤੋਂ ਬਗੈਰ ਬੱਚੇ ਪੈਦਾ ਹੋਏ ਨੇ ਤੇ ਫਿਰ ਉਹ ਮੌਜਜ਼ਾ ਨੇ। ਇੰਨਾ ਤਾਂ ਕਲੀਅਰ ਕਰਵਾ ਕੇ ਲਿਆ ਦਿਓ ਨਾ। ਚਲੋ ਇਹ ਕਰਦੇ ਆ ਨਾ। ਜਿੱਦਾਂ ਹੀ ਮਿਰਜ਼ਾ ਸਾਹਿਬ ਨੇ ਮਤਲਬ ਕੋਸ਼ਿਸ਼ ਤੇ ਕੀਤੀ ਹੋਣੀ ਹੈ ਨਾ, ਟਰਾਈ, ਬੇਸ਼ੱਕ ਨਾਕਾਮ ਹੀ ਹੋਏ ਹੋਣੇ ਨੇ ਸ਼ਾਇਦ। ਲਫ਼ਜ਼ ਕੋਈ ਇਹ ਮੈਂ ਥੱਲੇ ਮੈਂ ਇੱਕ ਲਫ਼ਜ਼ ਲਿਖਣ ਲੱਗਾ, ਇਸਤਿਦਾਦ। इस्तेदाद पढ़ो हम भला। हाँ, इस्तेदाद अल्लाह सीन ते एन दाल अल्लाह दाल इस्तेदाद। मिर्जा साहब दी ज़ाती इस्तेदाद नाल बच्चे पैदा होए ने या उन्हां दी इस्तेदाद इहदे विच शामिल नहीं सी? बस इन्ना दस दिओ। जे इस्तेदाद उन्हां दी शामिल है ते फिर ते ओह सईदा मरियम सदीका वाली मिसाल पेश करनी बनदी नहीं ना है। फिर ते ओह ते बिल्कुल ओहदे विच ते किसी दी इन्वॉल्वमेंट है ही नहीं किसी मर्द दी। ਜੋ ਮੁਸਲਮ ਉਹਨਾਂ ਨੇ ਬੀਬੀ ਹਾਜਰਾ ਦਾ ਮੇਰੇ ਖਿਆਲ ਦੱਸਿਆ ਸੀ ਤੁਹਾਨੂੰ। ਉਹਨਾਂ ਦਾ ਵੀ ਜਿਨ੍ਹਾਂ ਦੀ ਬੀਬੀ ਹਾਜਰਾ ਸਨ ਜਾਂ ਸਾਰਾ अलैहिस्सलाम ਸਨ। ਅੱਛਾ, ਅਗਰ ਸਈਦਨਾ ਇਬਰਾਹੀਮ अलैहिस्सलाम ਦੀ ਮਿਸਾਲ ਦਿੰਦੇ ਨੇ ਨਾ, ਇਬਰਾਹੀਮ अलैहिस्सलाम ਦੀ ਮਿਸਾਲ ਸੀ। ਬੀਬੀ ਹਾਜਰਾ ਨੇ ਕਿਹਾ ਸੀ ਕਿ ਮੇਰੇ ਵਿੱਚ ਤਾਂ ਇੰਨੀ ਤਾਕਤ ਹੀ ਨਹੀਂ ਹੈ, ਬੁੱਢੀਆਂ ਹੱਡੀਆਂ ਹੋ ਗਈਆਂ ਨੇ। ਹਾਂ, ਤੇ ਉਹਦੇ ਵਿੱਚ ਵੀ ਅਸੀਂ ਇਹ ਮੰਨਦੇ ਹਾਂ ਕਿ ਜੋ ਕੁਰਾਨ ਨੇ ਲਿਖਿਆ ਹੈ ਕਿ ਅਗਰ ਇੱਕ ਔਰਤ ਬਾਂਝ ਹੋ ਗਈ ਹੈ ਤਾਂ ਬਿਲਕੁਲ ਬਾਂਝ ਸਨ।
ਅਸੀਂ ਉਹਨੂੰ ਇੰਜ ਹੀ ਮੰਨਦੇ ਆ ਕਿ ਬਾਂਝ ਸਨ। ਅੱਜ ਕੋਈ ਔਰਤ ਬਾਂਝ ਹੋਵੇ ਉਹਦੇ ਘਰ ਬੱਚਾ ਨਹੀਂ ਹੋ ਸਕਦਾ। ਗੱਲ ਸਮਝ ਗਏ? ਅਗਰ ਉਹਨਾਂ ਦੇ ਘਰ ਹੋਇਆ ਨਾ ਤੇ ਉਹਦੇ ਵਿੱਚ ਕਿਸੇ ਦੀ ਕੋਈ ਇਨਵੋਲਵਮੈਂਟ ਨਹੀਂ, ਉਹਦੇ ਮਤਲਬ ਖਾਤੂਨ ਦੀ ਜਿਹੜੀ ਹੁੰਦੀ ਹੈ ਬੱਚਾ ਪੈਦਾ ਕਰਨ ਵਾਸਤੇ ਉਹ ਇਨਵੋਲਵਮੈਂਟ ਨਹੀਂ ਹੈ, ਬਲਕਿ ਉਸ ਖਾਲਿਸਤਾਨ ਅੱਲਾ ਦੀ ਤਰਫੋਂ ਮੌਜਜ਼ਾ ਹੈ। ਲੇਕਿਨ ਮਤਲਬ ਕਿ ਮਰਦ ਦਾ ਕੋਈ ਅਮਲ ਦਖਲ ਨਹੀਂ ਹੁੰਦਾ, ਉਹ ਸਿਰਫ ਅੱਲਾ ਦਾ ਮੌਜਜ਼ਾ ਹੁੰਦਾ ਹੈ। ਨਹੀਂ, ਇੱਕ ਹੁੰਦਾ ਮਰਦ ਦਾ, ਜਿਹੜਾ ਔਰਤ ਨੂੰ ਰਿਕੁਆਇਰਮੈਂਟ ਹੁੰਦੀ ਹੈ ਨਾ ਬੱਚਾ ਪੈਦਾ ਕਰਨ ਵਾਸਤੇ, ਉਹਦਾ ਜਿਹੜੇ ਪੀਰੀਅਡਸ ਵਗੈਰਾ ਨੇ ਉਹ ਰੁਕ ਚੁੱਕੇ ਸਨ ਤੇ ਉਹਨੂੰ ਕਹਿੰਦੇ ਨੇ ਬਾਂਝਪਨ। ਸਮਝ ਗਏ? ਉਹਦੇ ਤੋਂ ਨਹੀਂ ਇਹੋ ਹੀ ਗੱਲ ਸਮਝਣ ਵਾਲੀ ਹੈ ਨਾ। ਮਰਦ ਨੂੰ ਤੇ ਤਾਕਤ ਹੈ, ਲੇਕਿਨ ਖਤੂਨ ਜਿਹੜੀ ਹੈ ਉਹ ਜਦੋਂ ਕਹਿੰਦੀ ਹੈ ਕਿ ਮੈਂ ਬਾਂਝ ਹੋ ਚੁੱਕੀ ਹਾਂ ਤੇ ਉਹ ਫਿਰ ਬਾਂਝ ਹੋ ਚੁੱਕੇ ਨੇ। ਅਗਰ ਉਹਨਾਂ ਨੇ ਕਿਹਾ ਕਿ ਮੈਂ ਬਾਂਝ ਹਾਂ ਤੇ ਫਿਰ ਕੁਰਾਨ ਨੇ ਜੋ ਕਿਹਾ ਇੰਝ ਹੀ ਹੈ। ਅਗਰ ਉਹਦੇ ਬਾਵਜੂਦ ਬੱਚਾ ਹੋਇਆ ਹੈ ਤੇ ਫਿਰ ਉਹਨਾਂ ਦੀ ਖਾਤੂਨ ਦੇ ਵਿੱਚ ਜ਼ਾਤੀ ਇਸਤਿਦਾਦ ਸ਼ਾਮਲ ਹਾਲ ਨਹੀਂ ਹੈ। ਗੱਲ ਨੂੰ ਸਮਝੋ। ਜਿਹੜੀ ਕਾਨੂੰਨੀ ਜਿਹੜੀ ਕੁਦਰਤੀ ਤੌਰ ਤੇ ਔਰਤ ਦੇ ਵਿੱਚ ਬੱਚਾ ਪੈਦਾ ਕਰਨ ਵਾਸਤੇ ਜਿਹੜੀ ਜ਼ਰੂਰਤ ਹੁੰਦੀ, ਜਿਹੜੀਆਂ ਰਿਕੁਆਇਰਮੈਂਟ ਜਿਸਮਾਨੀ ਹੁੰਦੀਆਂ ਨੇ ਉਹ ਪੂਰੀਆਂ ਉਹਦੇ ਵਿੱਚ ਸ਼ਾਮਲ ਨਹੀਂ ਹੋਈਆਂ, ਬਲਕਿ ਉਹ ਮੌਜਜ਼ਾਤਨ ਪੈਦਾਇਸ਼ ਹੋਈ ਹੈ। ਗੱਲ ਸਮਝ ਆਈ ਜੀ ਕੋਈ ਨਹੀਂ? ਮੈਂ ਸਮਝ ਗਿਆ, ਲੇਕਿਨ ਇੱਥੇ ਤਾਂ ਨੁਸਰਤ ਜਹਾਂ ਤੇ ਜਵਾਨ ਸੀ ਨਾ ਬਾਬਾ ਮਿਰਜ਼ਾ। ਬੇਸ਼ੱਕ ਜ਼ਈਫ ਜਵਾਨ ਸੀ, ਲੇਕਿਨ ਮਿਰਜ਼ਾ ਸਾਹਿਬ ਨਾ ਮੁਰਾਦ ਸਨ, ਉਹ ਖੁਦ ਐਕਸੈਪਟ ਕਰ ਰਹੇ ਨੇ। ਇੱਥੇ ਮਾਮਲਾ ਦੂਜਾ ਹੈ ਨਾ। ਮਿਰਜ਼ਾ ਸਾਹਿਬ ਵੱਲੋਂ ਆ ਕਹਿੰਦੇ ਨੇ ਕਿ ਮੈਂ ਖਤਮ ਹੋਇਆ ਸਾਂ ਤੇ ਇਹਨਾਂ ਨੂੰ ਕਹਿੰਦੇ ਨੇ ਕਿ ਇੰਝ ਹੀ ਬੱਚੇ ਪੈਦਾ ਹੋਏ ਨੇ ਜਿਸ ਤਰ੍ਹਾਂ ਉਹਨਾਂ ਦੇ ਘਰ ਨਬੀਆਂ ਦੇ ਘਰ ਪੈਦਾ ਹੋਏ। ਠੀਕ, ਜੇ ਤੁਸੀਂ ਇਹ ਗੰਦ ਉਹਨਾਂ ਦੇ ਮੂੰਹ 'ਚ ਸੁਣ ਹੀ ਲਿਆ, ਸ਼ਾਤਮੀਅਤ ਉਹਨਾਂ ਨੇ ਜ਼ਾਹਿਰ ਉਹਨਾਂ ਨੇ ਇਹ ਬਕਣਾ ਤੇ ਉਹਨਾਂ ਨੂੰ ਕਹੋ ਫਿਰ ਇਹਦੇ ਨਾਲ ਪੂਰਾ ਮੈਚ ਕਰਕੇ ਵਹਾਓ ਨਾ, ਬਰਾਬਰ ਕੰਪੈਰੀਜ਼ਨ ਅਗਰ ਕਰਨਾ ਹੀ ਹੈ ਤੇ ਕਰਕੇ ਪੂਰਾ ਵਹਾਓ। ਦੱਸੋ ਕਿ ਕਿਆ ਮਿਰਜ਼ਾ ਸਾਹਿਬ ਦੀ ਕੋਈ ਜ਼ਾਤੀ ਇਸਤਿਦਾਦ ਤੇ ਸ਼ਾਮਲ ਹਾਲ ਨਹੀਂ ਸੀ ਨਾ। ਅੱਗੂ ਫਿਰ ਅਸੀਂ ਦੱਸਾਂਦੇ ਆ ਸ਼ਾਰਪ ਸ਼ੂਟਰ ਆ ਗਏ, ਦੱਸਦਾ ਫਿਰ ਕਿਹਦੀ ਜ਼ਾਤੀ ਇਸਤਿਦਾਦ ਸ਼ਾਮਲ ਹਾਲ। ਮਿਰਜ਼ਾ ਸਾਹਿਬ ਨੂੰ ਫਰਕ ਕਰੋ। ਤੁਹਾਡੇ ਕਹਿਣ ਦਾ ਮਤਲਬ ਇਹ ਕਿ ਮਿਰਜ਼ਾ ਸਾਹਿਬ ਦੇ ਬਜ਼ਾਤੇ ਖੁਦ ਇਤਰਾਫ ਕੀਤਾ ਹੋਇਆ ਕਿ ਮੇਰੇ 'ਚ ਇਹ ਤਾਕਤ ਮੌਜੂਦ ਨਹੀਂ, ਇਸਤਿਦਾਦ ਮੌਜੂਦ ਨਹੀਂ ਹੈ ਜੀ। ਲਿਹਾਜ਼ਾ ਹੁਣ ਬੱਚੇ ਜਿਹੜੇ ਪੈਦਾ ਹੋਏ ਨੇ ਵਾਟਰ ਸਾਹਿਬ ਨੂੰ ਉੱਤੇ ਚੁੱਕੋ, ਸ਼ਾਇਦ ਉਹ ਕੋਈ ਰੋਸ਼ਨੀ ਪਾ ਜਾਣ ਤੇ ਸਾਨੂੰ ਕੋਈ ਸਮਝ ਮੈਨੂੰ ਇਜਾਜ਼ਤ ਦੇ ਦਿਓ, ਮੈਂ ਮਿਊਟ ਕਰਨ ਲੱਗਾ ਜਾਂ ਫਿਰ ਮੈਂ ਠਹਿਰ ਕੇ ਆ ਜਾਣਾ, ਤੁਸੀਂ ਗੱਲ ਕਰਨੀ ਨਹੀਂ ਤੇ ਮੈਂ ਨਾ ਲੇਟ ਪਿਆ ਹੁੰਦਾ, ਨਮਾਜ਼ ਦਾ ਟਾਈਮ ਪੈ ਜਾਂਦਾ ਤੇ ਫਿਰ ਤੁਸੀਂ ਲੈਣਾ ਕਿਸੇ ਤੇ ਲੈ ਲਓ। ਅਬੂ ਅਲੀ ਸੈਨੂੰ ਵਾਟਰ ਸਾਹਿਬ ਨੂੰ ਉੱਤੇ ਚੁੱਕੋ, ਜ਼ਰਾ ਇਹਨਾਂ ਨੂੰ ਪੁੱਛ ਲੈਣੇ ਆ। ਮੈਂ ਨਹੀਂ ਚੁੱਕ ਸਕਦਾ ਲਮਾ ਸਾਹਿਬ, ਠੀਕ ਹੈ ਤੁਸੀਂ ਨਮਾਜ਼ ਪੜ੍ਹ ਲਓ, ਠੀਕ ਹੈ। ਜਦੋਂ ਤੁਸੀਂ ਆਓਗੇ ਫਿਰ ਇਨਸ਼ਾਅੱਲਾ ਹਾਜ਼ਰ ਹੋਵਾਂਗੇ। ਚਲੋ ਠੀਕ ਹੈ ਸਾਜੀ, ਠੀਕ ਹੈ। ਉਹਨੇ ਤੇ ਰਠਵਾਲ ਦੀ ਸੱਟ ਸੁਣੋ, ਰਠਵਾਲ ਨੇ ਬਰਾਡ ਲਾਈ ਹੈ ਤੇ ਉਹਨੇ ਉਹ ਜਿਹੜਾ ਸਾਡੇ ਵਾਲਾ ਪੋਸਟਰ ਉੱਤੇ ਟੰਗੇ ਨਾਸਰ ਬੱਟ ਵਾਲਾ, ਬਰਕਰਾਰ ਰੱਖੋ, ਸੁਨਨਤ ਬਰਕਰਾਰ ਰੱਖੋ ਤੇ ਨਾਰਾ ਲਵਾ ਕੇ ਜਾਓ ਸਾਰੇ। ਨਾਰਾ ਲਾਓ, ਨਾਰਾ ਲਾਓ, ਨਾਰਾ ਲਾਓ।